नमस्कार आदाब सत श्री अकाल रेडियो इंडिया KRP 1110 AM सुन ले सारे ਸਰੋਤਿਆਂ ਦਾ ਪ੍ਰੋਗਰਾਮ ਵਿਚਾਰ ਚਰਚਾ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਆਮ ਤੌਰ ਤੇ ਇਹ ਪ੍ਰੋਗਰਾਮ ਦੋਸਤੋ ਬਲਦੇਵ ਸਿੰਘ ਭਾਮ ਜੀ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਨੇ। ਅੱਜ ਉਹ ਕਿਸੇ ਨਿੱਜੀ ਰੁਝੇਵੇਂ ਦੇ ਕਾਰਨ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਨਹੀਂ ਹੋ ਸਕਦੇ, ਸੋ ਇਸ ਸੇਵਾ ਮੈਂ ਨਿਭਾਵਾਂਗਾ। ਅਗਲੇ 2 ਘੰਟੇ ਆਪਣਾ ਸਾਥ ਬਣਿਆ ਰਹੇਗਾ। ਇੱਕ ਖਾਸ ਵਿਸ਼ੇ ਦੀ ਗੱਲਬਾਤ ਦੋਸਤੋ ਕਰਾਂਗੇ। रेडियो इंडिया KRP 1110 AM ਦੇ ਨਾਲ ਤੁਸੀਂ ਇਸ ਪ੍ਰੋਗਰਾਮ ਨੂੰ radioindia.ca ਸਾਈਟ ਤੇ ਜਾ ਕੇ ਲਾਈਵ ਸੁਣ ਸਕਦੇ ਹੋ। ਇਸ ਤੋਂ ਬਿਨਾਂ ਦੁਨੀਆ ਭਰ ਦੇ ਵਿੱਚ ਕਿਤੇ ਵੀ ਦੋਸਤੋ ਰੇਡੀਓ ਇੰਡੀਆ ਦੇ ਪ੍ਰੋਗਰਾਮਾਂ ਦੇ ਨਾਲ ਜੁੜੇ ਰਹਿਣ ਦੇ ਲਈ ਸਭ ਤੋਂ ਆਸਾਨ ਤਰੀਕਾ ਹੈ ਕਿ ਤੁਸੀਂ ਰੇਡੀਓ ਇੰਡੀਆ ਦੀ ਐਪ ਆਪਣੇ ਫੋਨ ਦੇ ਵਿੱਚ ਆਪਣੇ ਗੈਜਟਸ ਦੇ ਵਿੱਚ ਡਾਊਨਲੋਡ ਕਰਕੇ ਰੱਖੋ। ਬਹੁਤ ਆਸਾਨੀ ਦੇ ਨਾਲ ਤੁਹਾਨੂੰ ਇਹ ਐਪ ਮਿਲ ਜਾਣੀ ਹੈ। ਜਦੋਂ ਤੁਸੀਂ ਰੇਡੀਓ ਇੰਡੀਆ ਦਾ ਨਾਮ ਪਾ ਕੇ ਸਰਚ ਕਰੋਗੇ ਤੁਹਾਡੇ ਐਪ ਸਟੋਰਸ ਦੇ ਵਿੱਚ ਐਪਲ ਦੇ ਵਿੱਚ ਵੀ ਤੇ ਦੋਸਤੋ ਐਂਡਰੋਇਡ ਫੋਨਸ ਦੇ ਵਿੱਚ ਵੀ ਬਹੁਤ ਈਜ਼ੀਲੀ ਤੁਸੀਂ ਇਸ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਸਵੇਰ ਤੋਂ ਸ਼ਾਮ ਤੱਕ ਰਾਜਨੀਤਿਕ ਆਰਥਿਕ ਸਮਾਜਿਕ ਮੁੱਦਿਆਂ ਦੇ ਉੱਤੇ ਬਹੁਤ ਸਾਰੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ ਦੋਸਤੋ। ਇਸ ਤੋਂ ਬਿਨਾਂ ਫਰਮਾਇਸ਼ੀ ਗਾਣਿਆਂ ਦੇ ਪ੍ਰੋਗਰਾਮ ਵੀ ਹੁੰਦੇ ਨੇ। ਤੁਸੀਂ ਸਾਰੇ ਪ੍ਰੋਗਰਾਮਾਂ ਦੇ ਵਿੱਚ ਆਪਣੀ ਸ਼ਮੂਲੀਅਤ ਕਰਵਾ ਸਕਦੇ ਹੋ, ਆਪਣੇ ਵਿਚਾਰ ਆਪਣੇ ਅਨੁਭਵ ਦੋਸਤੋ ਸਾਂਝੇ ਕਰ ਸਕਦੇ ਹੋ, ਰੇਡੀਓ ਇੰਡੀਆ ਦਾ ਹਿੱਸਾ ਬਣ ਸਕਦੇ ਹੋ। ਇਹਦੇ ਲਈ ਤੁਸੀਂ ਇੱਕ ਕੰਮ ਕਰਨਾ ਕਿ ਸਿਰਫ 604 592 9191 ਸਾਡਾ ਫੋਨ ਨੰਬਰ ਹੈ, ਉਹਨੂੰ ਡਾਇਲ ਕਰਨਾ ਹੈ। ਸਾਰੀਆਂ ਫੋਨ ਲਾਈਨਾਂ ਤੁਹਾਡੇ ਵਿਚਾਰਾਂ ਦੇ ਲਈ ਦੋਸਤੋ ਇੱਥੇ ਖੁੱਲੀਆਂ ਨੇ। ਤੁਹਾਡੇ ਸਾਰੇ ਵਿਚਾਰਾਂ ਦਾ ਸਵਾਗਤ ਹੈ। ਰੇਡੀਓ ਇੰਡੀਆ ਦੇ ਪ੍ਰੋਗਰਾਮ ਵਿਚਾਰ ਚਰਚਾ ਦੇ ਵਿੱਚ ਵੀ ਅੱਜ ਵੀ ਇੱਕ ਖਾਸ ਸਾਡੇ ਨਾਲ ਮਹਿਮਾਨ ਨੇ, ਉਹ ਵੀ ਤੁਹਾਡੇ ਦੋਸਤੋ ਸਵਾਲ ਲੈਣਗੇ। ਜੇਕਰ ਤੁਸੀਂ ਕੁਝ ਜਾਣਨਾ ਚਾਹੁੰਦੇ ਹੋਏ ਤਾਂ ਤੁਹਾਡਾ ਸਵਾਗਤ ਹੈ। ਸੋਸ਼ਲ ਮੀਡੀਆ ਦੇ ਇਸ ਯੁੱਗ ਦੇ ਵਿੱਚ ਪੂਰੀ ਤਰ੍ਹਾਂ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਫੇਸਬੁੱਕ ਤੇ ਸਾਡਾ ਰੇਡੀਓ ਇੰਡੀਆ ਨਾਮ ਦਾ ਪੇਜ ਹੈ। ਇਸ ਤੋਂ ਬਿਨਾਂ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਪਰ ਰੇਡੀਓ ਇੰਡੀਆ 1110 ਨਾਮ ਦੇ ਸਾਡੇ ਪੇਜਸ ਨੇ। ਅਸੀਂ ਹਰ ਸੰਭਵ ਕੋਸ਼ਿਸ਼ ਕਰਦੇ ਹਾਂ ਕਿ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਜੋ ਵੀ ਵਾਪਰ ਰਿਹਾ ਤੁਹਾਡੇ ਤੱਕ ਪਹੁੰਚਾਈਏ। ਜਾਣਕਾਰੀਆਂ ਖਬਰਾਂ ਜੋ ਵੀ ਤੁਹਾਡੇ ਲਈ ਜ਼ਰੂਰਤਮੰਦ ਸਮੱਗਰੀ ਹੈ ਉਹ ਸਾਰੀ ਅਸੀਂ ਸੋਸ਼ਲ ਮੀਡੀਆ ਦੇ ਰਾਹੀਂ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਤੁਸੀਂ ਵੀ ਸੋਸ਼ਲ ਮੀਡੀਆ ਦੇ ਰਾਹੀਂ ਸਾਡੇ ਨਾਲ ਜੁੜੋ। ਆਪਣੀਆਂ ਲਾਈਕਸ ਆਪਣੇ ਕਮੈਂਟਸ ਆਪਣੇ ਸੁਜੈਸ਼ਨਸ ਦੋਸਤੋ ਆਪਣੀਆਂ ਫਰਮਾਇਸ਼ਾਂ ਸਾਡੇ ਤੱਕ ਪਹੁੰਚਾਓ। ਇਵਨ ਜੋ ਗਾਣਿਆਂ ਦੇ ਪ੍ਰੋਗਰਾਮ ਹੁੰਦੇ ਨੇ ਉਹ ਵੀ ਤੁਸੀਂ ਫਰਮਾਇਸ਼ਾਂ ਸੋਸ਼ਲ ਮੀਡੀਆ ਦੇ ਰਾਹੀਂ ਕਰ ਸਕਦੇ ਹੋ। ਇਸ ਤੋਂ ਬਿਨਾਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਦੋਸਤੋ ਕਿ ਜਿਹੜਾ ਸਾਡਾ ਬਿਜ਼ਨਸ ਹੈ ਸਾਡਾ ਵਪਾਰ ਹੈ ਉਹ ਤਰੱਕੀ ਕਰੇ। ਤੁਸੀਂ ਰੇਡੀਓ ਇੰਡੀਆ ਦੇ ਦੋਸਤੋ ਕਸਟਮਰ ਬੇਸ ਦਾ ਫਾਇਦਾ ਉਠਾ ਸਕਦੇ ਹੋ। ਰੇਡੀਓ ਇੰਡੀਆ ਦੇ ਨਾਲ ਐਡਵਰਟਾਈਜ਼ ਕਰੋ, ਪ੍ਰੋਗਰਾਮਾਂ ਨੂੰ ਸਪਾਂਸਰ ਕਰੋ। ਤੁਸੀਂ ਇਹਦੇ ਲਈ ਇੱਕ ਫੋਨ ਨੰਬਰ ਤੇ ਕਾਲ ਕਰਨੀ ਹੈ 604 592 9393। ਪੂਰੀ ਜਾਣਕਾਰੀ ਤੁਹਾਨੂੰ ਮਿਲੂਗੀ। ਬਹੁਤ ਫਲੈਕਸੀਬਲ ਪਲਾਨਸ ਨੇ ਤੁਹਾਡੇ ਬਿਜ਼ਨਸ ਦੀ ਨੇਚਰ ਦੇ ਮੁਤਾਬਿਕ, ਤੁਹਾਡੇ ਬਜਟ ਦੇ ਮੁਤਾਬਿਕ। ਰੇਡੀਓ ਇੰਡੀਆ ਤੁਹਾਨੂੰ ਬਹੁਤ ਸਾਰੀਆਂ ਯੋਜਨਾਵਾਂ ਦੱਸ ਸਕਦਾ ਹੈ। ਬਹੁਤ ਸਾਰੇ ਪ੍ਰਪੋਜ਼ਲ ਨੇ ਸਾਡੇ ਕੋਲੇ। ਯਕੀਨਨ ਰੇਡੀਓ ਇੰਡੀਆ ਦੇ ਨਾਲ ਜੁੜਨ ਤੋਂ ਬਾਅਦ ਤੁਹਾਡੇ ਦੋਸਤੋ ਬਿਜ਼ਨਸ ਦੇ ਵਿੱਚ ਵੀ ਵਾਧਾ ਹੋਊਗਾ। ਪ੍ਰੋਗਰਾਮ ਵਿਚਾਰ ਚਰਚਾ ਦੇ ਵਿੱਚ ਦੋਸਤੋ ਅੱਜ ਸਾਡੇ ਨਾਲ ਇੱਕ ਖਾਸ ਮਹਿਮਾਨ ਨੇ। ਪਹਿਲਾਂ ਵੀ ਉਹ ਰੇਡੀਓ ਇੰਡੀਆ ਤੇ ਕਈ ਵਾਰ ਤੁਹਾਡੇ ਲਈ ਹਾਜ਼ਰ ਹੋ ਚੁੱਕੇ ਨੇ। ਪਾਕਿਸਤਾਨ ਦੀ ਸਥਿਤੀ ਦੇ ਬਾਰੇ ਦੇ ਵਿੱਚ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਮੈਂ ਸਵਾਗਤ ਕਰਾਂਗਾ ਦੋਸਤੋ ਸਾਡੇ ਬਹੁਤ ਅਜ਼ੀਜ਼ ਸਕੁਆਡਰਨ ਲੀਡਰ ਰਿਟਾਇਰਡ ਨੁਸਰਤ ਹੁਸੈਨ ਜੀ ਦਾ। ਖਾਸ ਤੌਰ ਤੇ ਇਹਨਾਂ ਦੇ ਬਾਰੇ ਦੱਸਣਾ ਚਾਹੁੰਦਾ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜਾ ਪਹਿਲਾ ਮੁਸਲਿਮ ਅਖਬਾਰ ਸੀ ਮਿਰੇਕਲ, ਉਹਦੇ ਇਹ ਐਡੀਟਰ ਰਹੇ ਨੇ। ਉਸ ਤੋਂ ਬਿਨਾਂ ਲਗਾਤਾਰ ਪਾਕਿਸਤਾਨ ਤੇ ਹੋਰ ਅੰਤਰਰਾਸ਼ਟਰੀ ਮੁੱਦਿਆਂ ਦੇ ਉੱਤੇ ਇਹ ਆਪਣੇ ਪੋਲੀਟੀਕਲ ਦੋਸਤੋ ਵਿਚਾਰ ਪੇਸ਼ ਕਰਦੇ ਰਹਿੰਦੇ ਨੇ। ਤੁਸੀਂ ਆਮ ਹੀ ਇਹਨਾਂ ਨੂੰ ਰੇਡੀਓ ਟੀਵੀ ਦੇ ਉੱਪਰ ਸੁਣਿਆ ਵੇਖਿਆ ਹੋਊਗਾ। ਲਗਾਤਾਰ ਲਿਖਦੇ ਨੇ। ਹੁਣੇ ਇਹਨਾਂ ਨੇ ਕਿਤਾਬ ਆਪਣੀ ਮੈਨੂੰ ਪ੍ਰੈਜ਼ੈਂਟ ਕੀਤੀ ਹੈ। ਨੁਸਰਤ ਸਾਹਿਬ ਤੁਹਾਡਾ ਪਹਿਲਾਂ ਤਾਂ ਸਵਾਗਤ ਹੈ ਤੇ ਕਿਤਾਬ ਲਈ ਵੀ ਤੁਹਾਡਾ ਬਹੁਤ-ਬਹੁਤ ਧੰਨਵਾਦ। ਸ਼ੁਕਰੀਆ ਬਹੁਤ-ਬਹੁਤ ਤੁਹਾਡਾ ਵੀ ਗੌਰਵ ਜੀ ਕਿ ਤੁਸੀਂ ਮੈਨੂੰ ਆਪਣੇ ਪ੍ਰੋਗਰਾਮ ਵਿੱਚ ਬੁਲਾਇਆ। ਥੈਂਕ ਯੂ ਵੈਰੀ ਮਚ। ਸ਼ੁਕਰੀਆ ਜੀ ਹੁਸੈਨ ਸਾਹਿਬ ਇੱਥੇ ਆਉਣ ਦੇ ਲਈ। ਦੋਸਤੋ ਮਿੱਤਰੋ ਸਰੋਤਿਓ ਪਿਆਰਿਓ ਤੁਸੀਂ ਵੀ ਇਹਦਾ ਹਿੱਸਾ ਬਣ ਸਕਦੇ ਹੋ 604 592 9191 ਦੇ ਰਾਹੀਂ। ਪਾਕਿਸਤਾਨ ਦੇ ਜੋ ਵੀ ਮੌਜੂਦਾ ਹਾਲਾਤ ਨੇ ਉਹਨਾਂ ਦੇ ਬਾਰੇ ਦੇ ਵਿੱਚ ਅੱਜ ਵਿਸਥਾਰ ਦੇ ਵਿੱਚ ਅਸੀਂ ਹੁਸੈਨ ਜੀ ਦੇ ਨਾਲ ਗੱਲ ਕਰਾਂਗੇ ਕਿਉਂਕਿ ਹਾਲਾਤ ਪਾਕਿਸਤਾਨ ਦੇ ਆਰਥਿਕ ਤੌਰ ਤੇ ਵੀ ਤੇ ਰਾਜਨੀਤਿਕ ਤੌਰ ਤੇ ਵੀ ਬਹੁਤ ਜ਼ਿਆਦਾ ਵਿਗੜੇ ਹੋਏ ਨੇ। ਇੰਨੇ ਕੁ ਜ਼ਿਆਦਾ ਵਿਗੜੇ ਹੋਏ ਨੇ ਕਿ ਜਦੋਂ ਉਸ ਖਿੱਤੇ ਦੀ ਅਸੀਂ ਸਾਊਥ ਏਸ਼ੀਅਨ ਇਲਾਕੇ ਦੀ ਗੱਲ ਕਰਦੇ ਹਾਂ ਤਾਂ ਅਸੀਂ ਸ਼੍ਰੀਲੰਕਾ ਦਾ ਹਾਲ ਵੇਖਿਆ। ਬਹੁਤ ਸਾਰੇ ਜਿਹੜੇ ਮਾਹਰ ਨੇ ਉਹ ਇਸ ਗੱਲ ਤੋਂ ਡਰਦੇ ਨੇ ਕਿ ਪਾਕਿਸਤਾਨ ਭਾਰਤ ਦਾ ਜਿਹੜਾ ਗੁਆਂਢੀ ਮੁਲਕ ਹੈ ਕਦੇ ਇੱਕੋ ਹੀ ਦੇਸ਼ ਹੋਇਆ ਕਰਦੇ ਸੀ। ਸੋ ਦੋਸਤੋ ਉਹਦਾ ਵੀ ਕਿਤੇ ਹਾਲ ਨਾ ਹੋਵੇ। ਸੋ ਅਸੀਂ ਦੁਆ ਤਾਂ ਇਹੀ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਹਾਲਾਤ ਨਾ ਬਣਨ। ਪਹਿਲਾ ਜਿਹੜਾ ਮੇਰਾ ਸਵਾਲ ਹੁਸੈਨ ਸਾਹਿਬ ਨੂੰ ਇਹੀ ਹੈ ਕਿ ਇੰਨੀ ਜ਼ਿਆਦਾ ਜਿਹੜੀ ਮਾੜੀ ਜਿਹੜੀ ਆਰਥਿਕ ਸਥਿਤੀ ਹੈ, ਇੰਨਾ ਵੱਡਾ ਕਰਜ਼ਾ ਪਾਕਿਸਤਾਨ ਦੇ ਉੱਤੇ ਹੈ। $126 ਬਿਲੀਅਨ ਦਾ ਜਿਹੜਾ ਉਹਨਾਂ ਦਾ ਫੋਰਨ ਡੈਟ ਹੈ, ਐਕਸਟਰਨਲ ਫੋਰਨ ਡੈਟ ਹੈ,
ਉਹਦੇ ਬਾਵਜੂਦ ਵੀ ਇਹ ਜਿਹੜੀ ਰਾਜਨੀਤਿਕ ਹਾਲਾਤ ਨੇ ਉਸੇ ਤਰ੍ਹਾਂ ਹੀ ਨੇ, ਜਿਹੜੇ ਲੀਡਰ ਨੇ ਮੈਨੂੰ ਲੱਗਦਾ ਇਸ ਗੱਲ ਤੋਂ ਸਬਕ ਨਹੀਂ ਲੈ ਰਹੇ। ਆਈ ਡੋਂਟ ਨੋ ਕਿ ਕੋਈ ਹੋਰ ਦੇਸ਼ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਆਪਣੇ ਆਪ ਨੂੰ ਪਾਊਗਾ ਜਾਂ ਨਹੀਂ। ਮੈਂ ਨਿੱਜੀ ਤੌਰ ਤੇ ਇਹਦੀ ਜ਼ਰੂਰਤ ਵੀ ਨਹੀਂ ਸਮਝਦਾ ਕਿ ਪਹਿਲਾਂ ਅਸਲੀ ਜਿਹੜਾ ਆਟਾ ਦਾਲ ਰੋਟੀ ਦਾ ਉਹ ਮਸਲਾ ਹੱਲ ਨਾ ਕਰੀਏ, ਪਰ ਇਮਰਾਨ ਖਾਨ ਸਾਹਿਬ ਦੇ ਬਾਰੇ ਦੇ ਵਿੱਚ ਜਿਹੜੀ ਹੈ ਪੋਲੀਟੀਕਲ ਅਗਰੈਸ਼ਨ ਹੈ ਇਸ ਵਕਤ ਜਿਹੜੀ ਸਰਕਾਰ ਦਾ, ਉਹ ਵੀ ਦਿਸਦਾ ਤੇ ਲੋਕ ਵੀ ਇਹਦੇ ਬਾਰੇ ਦੇ ਵਿੱਚ ਰੋਹ ਦੇ ਵਿੱਚ ਨੇ। ਤੁਹਾਨੂੰ ਕੀ ਲੱਗਦਾ ਕਿ ਆਵਾਮ ਨੂੰ ਵੀ ਤੇ ਪੋਲੀਟੀਕਲ ਜਮਾਤ ਨੂੰ ਵੀ ਪਹਿਲ ਦੇ ਆਧਾਰ ਤੇ ਪਹਿਲਾਂ ਆਰਥਿਕ ਮਸਲਾ ਨਹੀਂ ਹੱਲ ਕਰਨਾ ਚਾਹੀਦਾ? ਗੌਰਵ ਜੀ, ਥੈਂਕ ਯੂ ਵੈਰੀ ਮੱਚ। ਔਰ ਤੁਸੀਂ ਬਿਲਕੁਲ ਸਹੀ ਤਰੀਕੇ ਨਾਲ ਪੁਆਇੰਟ ਆਊਟ ਕੀਤਾ ਹੈ ਜਿਹੜੀ ਪਾਕਿਸਤਾਨ ਦੀ ਇਕਨੋਮਿਕ ਕੰਡੀਸ਼ਨ ਹੈ। ਪਾਕਿਸਤਾਨ ਦਾ ਡੈਟ ਜਿਹੜਾ ਵੇ, ਮੈਂ ਕੋਈ ਐਡਾ ਵੱਡਾ ਐਕਸਪਰਟ ਤੇ ਨਹੀਂ ਹਾਂ ਇਕਨੋਮਿਕਸ ਦਾ, ਬਟ ਐਟ ਦ ਸੇਮ ਟਾਈਮ ਇਹ ਤੇ ਸਾਰੀ ਗੱਲ ਜਿਹੜੀ ਹੈ ਹਰ ਬੰਦੇ ਦੇ ਕੰਸਰਨ ਦੀ ਹੈ ਕਿ ਕਿਸ ਕਦਰ ਤੁਹਾਡੇ ਤੇ ਕਰਜ਼ਾ ਵੇ, ਤੁਹਾਡਾ GDP ਕੀ ਵੇ, ਤੁਹਾਡੇ ਫੋਰਨ ਰਿਜ਼ਰਵਸ ਕੀ ਨੇ, ਤੁਹਾਡਾ ਔਰ ਸਰਕੂਲਰ ਡੈਟ ਕੀ। ਇਹ ਸਾਰੇ ਇਸ ਕਿਸਮ ਦੇ ਇੰਡੀਕੇਟਰਸ ਨੇ ਜਿਹੜੇ ਦੱਸਦੇ ਨੇ ਕਿ ਇੱਕ ਮੁਲਕ ਜਿਹੜਾ ਹੈ ਉਹ ਇਕਨੋਮਿਕਲੀ ਪ੍ਰੋਗਰੈਸ ਕਰ ਰਿਹਾ ਹੈ ਜਾਂ ਉਹ ਡਿਕਲਾਈਨ ਤੇ ਜਾ ਰਿਹਾ। ਤੇ ਜਿਹੜੇ ਨੰਬਰ ਪਾਕਿਸਤਾਨ ਦੇ ਦੇਖੀਏ ਤੇ ਇਹ ਬਹੁਤ ਸੰਜੀਦਾ ਨੰਬਰ ਨੇ, ਲੋਕਾਂ ਵਾਸਤੇ ਬੜੀ ਮੁਸੀਬਤ ਹੋ ਗਈ ਹੈ। ਇਹ ਸਾਰੇ ਨੰਬਰਾਂ ਨੂੰ ਛੋੜੋ, ਜਿਹੜੀ ਆਮ ਪਬਲਿਕ ਹੈ ਉਹਨਾਂ ਨੂੰ ਫਿਕਰ ਨਹੀਂ ਹੈ ਇਹਨਾਂ ਚੀਜ਼ਾਂ ਦੀ ਕਿ ਤੁਹਾਡਾ ਡੈਟ ਕਿੰਨਾ ਹੈ ਤੇ ਤੁਹਾਡੀ ਫੋਰਨ ਰਿਜ਼ਰਵ ਕਿਤਨੇ। ਉਹ ਚਾਹੁੰਦੇ ਨੇ ਦਾਲ ਦਾ ਕੀਮਤ ਕਿਤਨੀ ਹੈ, ਆਟੇ ਦੀ ਕੀਮਤ ਕਿਤਨੀ ਹੈ, ਬਿਜਲੀ ਦੀ ਕੀਮਤ ਕਿਤਨੀ ਹੈ, ਪੈਟਰੋਲ ਦੀ ਕੀਮਤ ਕਿਤਨੀ ਹੈ ਤੇ ਇਹ ਸਾਰੀ ਚੀਜ਼ਾਂ ਦੀ ਕੀਮਤਾਂ ਨੂੰ ਹੱਥ ਲਾਓ। ਤੇ ਜਦ ਤੋਂ ਇਮਰਾਨ ਖਾਨ ਗਿਆ ਹੈ, ਕੋਈ ਇਹ ਹਲੇ ਸਾਲ ਨਹੀਂ ਹੋਇਆ ਪੂਰਾ, ਉਸ ਤੋਂ ਲੈ ਕੇ ਹੁਣ ਤੱਕ ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਕੋਈ 4-4 ਗੁਣਾ ਵੱਧ ਗਈਆਂ ਨੇ। ਜਿਹੜਾ ਪੈਟਰੋਲ ਸੀ ਇਮਰਾਨ ਖਾਨ ਦੇ ਜ਼ਮਾਨੇ 'ਚ ਉਹ ਕੋਈ 150 ਰੁਪਏ ਦਾ ਲੀਟਰ ਸੀ ਤੇ ਹੁਣ ਉਹ ਕੋਈ 250 ਲੀਟਰ ਹੋਇਆ ਜਾਵੇ, 100 ਰੁਪਇਆ ਵੱਧ ਗਿਆ ਵੇ। ਇਸੇ ਤਰ੍ਹਾਂ ਡਾਲਰ ਦੀ ਕੀਮਤਾਂ ਜਿਹੜੀਆਂ ਸਨ 175 ਸੀ, ਉਹ ਹੁਣ ਕੋਈ 300 ਦੇ ਨੇੜੇ ਪਹੁੰਚ ਗਈ ਹੈ। ਤੇ ਇਹ ਸਾਰੇ ਐਸੇ ਫੈਕਟਰ ਨੇ ਕਿਉਂਕਿ ਇਕਨੋਮਿਕ ਜਿਹੜੀ ਹੈ ਕੰਡੀਸ਼ਨ ਉਹ ਸਾਰਾ, ਅਗਰ ਤੁਸੀਂ ਇਹਨੂੰ ਨੰਬਰ 1 ਕਹਿੰਦੇ ਹੋ ਉਹ ਠੀਕ ਹੈ, ਹੋਣਾ ਵੀ ਚਾਹੀਦਾ ਨੰਬਰ 1, ਲੇਕਿਨ ਇਸ ਤੋਂ ਪਹਿਲਾਂ ਜਿਹੜੀ ਆਉਂਦੀ ਹੈ ਨਾ ਉਹ ਪੋਲੀਟੀਕਲ ਸਟੇਬਿਲਿਟੀ ਆਉਂਦੀ ਹੈ। ਅਗਰ ਤੁਹਾਡਾ ਪੋਲੀਟੀਕਲ ਸੈਟਅਪ ਠੀਕ ਹੈ ਤੇ ਉਹ ਜਾ ਕੇ ਉਹਨੂੰ ਐਡਰੈਸ ਕਰ ਸਕਦਾ ਇਕਨੋਮਿਕ ਕੰਡੀਸ਼ਨ ਨੂੰ ਜੀ। ਤੇ ਇਸ ਤੋਂ ਪਹਿਲਾਂ ਜਿਹੜੇ ਪਾਕਿਸਤਾਨ ਦੇ ਪੋਲੀਟੀਕਲ ਸੈਟਅਪ ਰਹੇ ਨੇ ਉਹ ਜਿਸ ਦੇ ਵਿੱਚ ਨਵਾਜ਼ ਸ਼ਰੀਫ ਔਰ ਆਸਫ ਜ਼ਰਦਾਰੀ ਸਾਹਿਬ, ਇਹ ਦੋ ਲੋਕ ਨੇ ਨਾ ਜਿਨ੍ਹਾਂ ਦੀ ਪਾਰਟੀਆਂ ਰਹੀਆਂ ਨੇ ਪਿਛਲੇ 30-35 ਸਾਲ ਦੀ ਹਕੂਮਤ ਵਿੱਚ 10 ਸਾਲ ਮੁਸ਼ਰਫ ਦੇ ਪਾ ਦਿਓ, ਤੇ ਉਹ ਇਕਨੋਮਿਕਲੀ ਬੜਾ ਅੱਛਾ ਵਕਤ ਸੀ ਉਹ ਡਿਕਟੇਟਰਸ਼ਿਪ ਦਾ ਜਿਹੜਾ ਸੀ। लेकिन इन्होंने जितनी तबाही मचाई है, इन्होंने पॉलिटिकल डेमोक्रेसी लवर्स थे जो डेमोक्रेसी के बड़े चैंपियंस ने, इन्होंने जो पाकिस्तान की इकनॉमिक कंडीशन की तबाही इन्होंने फेरी है, वो किस वास्ते फेरी है? वो करप्शन तो फेरी दी है। हुण नवाज शरीफ ते आसिफ जरदारी वास्ते जे मैं तुहाडे कोलों कोई सवाल पूछां कि तुहाडे ज़हन विच पहली गल किहड़ी आंदी है? करप्शन कि चोर ने मतलब तुसीं तो बड़ा सॉफ्ट लफ्ज़ इस्तेमाल किया ना जे असल लफ्ज़ विच करो तो इंटरनेशनल प्रेस दे विच जाओ तो लोकां कोलों पुछो जी व्हाट कम्स टू योर माइंड व्हेन वी टॉक अबाउट नवाज शरीफ और आसिफ जरदारी। आसिफ जरदारी नूं मिस्टर 10% दा खिताब जिहड़ा है वो इंटरनेशनल प्रेस ने दिता है जी। इन्हें उत्थे जाके एक बारी इंग्लैंड दे विच इन्हें हथ मिलाया सी ते ओह गार्डियन दे विच किसी पेपर दे विच उन्हें रिपोर्टर ने लिखा सी कि आई विल एडवाइज द प्राइम मिनिस्टर टू काउंट हिज फिंगर्स। इस दे नाल हथ मिलाने दे बाद ये उंगलां ना चोरी कर ले, ये इन्हां दा इंप्रैशन है। नवाज शरीफ नूं पेंट हाउस पायरेट्स कहंदे ने, ये चोरियां दा सारा इन्हां ने तबाही ये कीती है कि इन्हां दी अपनी दौलत से बहुत वधी है ते पाकिस्तान की इकनॉमिक कंडीशन का बेड़ा गर्क कर दिता है। तो वो इकनॉमिक कंडीशन बड़ी सीरीयस चीज़ है, उन्होंने एड्रैस करना चाहिए। बट मेरा ख्याल है उस दे विच उस इकनॉमिक कंडीशन का जिहड़ा सारिਆਂ ਤੋਂ ਪਹਿਲਾ फैक्टर है वो पोलिटिकल कंडीशन है जी। मैं हुसैन साहब तुहाडी गल दे नाल पार्शियली सहमत हाँ। जिवें हुण साडे जिहड़े पाकिस्तान दे वित्त मंत्री इसहाक डार उन्होंने एक शब्दावली है जदों IMF दे नाल उन्हां दी नैगोशिएशनस चलदियां ने कि लोन उन्होंने होर लेने ने, वो कहते हैं कि जे रब ने चाहया तां असीं इस देश नूं इस दलदल तो बाहर कढ लवांगे। तुसीं इहदे नाल सहमत हो? तुहानूं लगदा है कि मौजूदा जिहड़ा उत्थे रजाइम है, जिहड़ी ताकत जिहदे कोल सत्ता है, वो इस दलदल दे विचों वाकई पाकिस्तान नूं बाहर कढ लैणगे? देखो जी, बड़ी अनफॉर्चुनेट ते बड़ी दुख वाली गल है, पर सच ते बोलना पैंदा ना जी। पहलां ते तुहानूं इसहाक डार दा पता होना चाहिए कि है कौन जी। इसहाक डार फॉर्मर फाइनेंस मिनिस्टर है
ਪਹਿਲਾਂ ਵੀ ਇਹ ਪਾਕਿਸਤਾਨ ਦੇ ਵਿੱਚ ਫਾਈਨੈਂਸ ਮਿਨਿਸਟਰ ਰਹੇ ਨੇ ਜੀ ਔਰ ਇਹਨਾਂ ਦੀ ਜਿਹੜੀ ਪਾਲਿਸੀਜ਼ ਦੇ ਉਹਦੇ ਉੱਤੇ ਕਾਫੀ ਇਖਤਲਾਫ ਮੌਜੂਦ ਹੈ ਪਹਿਲਾਂ ਵੀ ਬੜੀ ਤਨਕੀਦ ਹੁੰਦੀ ਹੈ ਕਿ ਇਹਨਾਂ ਬੜਾ ਗਬਨ ਕੀਤਾ ਹੈ ਦੂਜੀ ਜਿਹੜਾ ਇਸਾਕ ਡਾਰ ਸਾਹਿਬ ਦਾ ਜਿਹੜਾ ਸਾਰਿਆਂ ਤੋਂ ਵੱਡਾ ਜਿਹੜਾ ਉਹ ਕ੍ਰਾਈਟੇਰੀਆ ਹੈ ਉਹ ਨਵਾਜ਼ ਸ਼ਰੀਫ ਦੇ ਸਮਝੀ ਨੇ यानी नवाज शरीफ की बेटी या इन्हां दा बेटा उन्हां दी आपस दे विच शादी हुई थी ते ये सारा विद इन अ फैमिली अफेयर है नवाज शरीफ साहब दा मुसीबत यही है ना पाकिस्तान दे विच कि इन्हां ने पाकिस्तान नूं एक बिजनेस समझिया है एक ट्रेडिंग कंपनी समझिया है जिथे अपनी फैमिली दे सारे डायरेक्टर्स ने ते इसाक डार साहब वो शख्स है जिन्हें ये काम किए ने एक होर मैं तुहानूं दस्सां इसाक डार साहब वाज द पर्सन कि जिन्हें ये हिस्टरी है हुदैबिया केस एक होंदा सी जिहड़ा मुशर्रफ दे ज़माने दे विच ही बड़ा मशहूर केस सी उस केस दे विच ये सी कि इसाक डार ने एक वो कहंदे 64 दा एक बयान होंदा है कॉन्स्टिट्यूशन 64 दा वो लॉ वाले जिहड़े सी सुनदे ही रहिंदे आ उन्हां तो वो कहंदे 164 दा बयान ये होंदा कि तुसीं मजिस्ट्रेट दे सामने जाके दिंदे हो जी ते इसाक डार ने 164 ਦਾ ਬਿਆਨ ਦਿੱਤਾ ਸੀ ਜਿਸ ਦੇ ਵਿੱਚ ਉਹਨੇ ਲਿਖੀ ਸੀ ਕਿ ਨਵਾਜ਼ ਸ਼ਰੀਫ ਨੇ ਇੱਥੋਂ ਦੀ ਮਨੀ ਲਾਂਡਰਿੰਗ ਕੀਤੀ ਹੈ ਫਲਾਣਾ ਚੈੱਕ ਨੰਬਰ ਹੈ ਇਸਾਕ ਡਾਰ ਜਿਹੜਾ ਸਨ ਨਾ ਇਹ ਪਹਿਲਾਂ ਲੰਡਨ ਵਿੱਚ ਰਹਿੰਦੇ ਸਨ ਉੱਥੇ ਇੱਕ ਕਾਜ਼ੀ ਫੈਮਿਲੀ ਸੀ ਜੀ ਤੇ ਉਹਨਾਂ ਕਾਜ਼ੀ ਫੈਮਿਲੀ ਦੇ ਮੈਂਬਰਾਂ ਦੇ ਪਾਸਪੋਰਟ ਲੈ ਕੇ ਉਹਨਾਂ ਦੇ ਨਾਂ ਦੇ ਉੱਤੇ ਅਕਾਊਂਟਸ ਖੁਲਵਾ ਕੇ ਪਾਕਿਸਤਾਨ ਤੋਂ ਮਨੀ ਲਾਂਡਰਿੰਗ ਇਹਨਾਂ ਨੇ ਇੰਗਲੈਂਡ ਕੀਤੀ ਇੰਗਲੈਂਡ ਤੋਂ ਪਾਕਿਸਤਾਨ ਨੂੰ ਮਤਲਬ ਜਿਹੜਾ ਸਾਰਾ ਜੁਗਰੀ ਫੁਗਰੀ ਕੀਤਾ ਉਹ ਇਸਾਕ ਡਾਰ ਸਾਹਿਬ ਨੇ ਕੀਤਾ ਸੀ ਔਰ ਇਹਨੇ ਹਲਫੀ ਬਿਆਨ ਦਿੱਤਾ ਸੀ ਮੈਜਿਸਟ੍ਰੇਟ ਦੇ ਸਾਹਮਣੇ ਕਿ ਹਾਂ ਜੀ ਇਹ ਮੈਂ ਕੀਤਾ ਵੇ ਜੀ ਉਸ ਦੇ ਬਾਅਦ ਕੀ ਹੋਇਆ ਕਿ ਉਹ ਬਾਅਦ ਦੇ ਵਿੱਚ ਹੁदैबिया ਕੇਸ ਜਿਹੜਾ ਸੀ ਉਹ ਪਿਆ ਰਿਹਾ ਫਿਰ ਇਹਨਾਂ ਦੀ ਸਾਰੀ ਹਕੂਮਤ ਜਿਹੜੀ ਚੱਲਦੀ ਹੈ ਨਾ ਜੀ ਪਾਕਿਸਤਾਨ ਦੀ ਪੋਲਿਟਿਕਸ ਦੇ ਵਿੱਚ ਉਹ ਸਾਰੇ ਮਿਲੇ ਹੁੰਦੇ ਨੇ ਕੁਝ ਜੱਜ ਮਿਲੇ ਹੁੰਦੇ ਨੇ ਇੱਕ ਪਾਸੇ ਦੇ ਹੁੰਦੇ ਨੇ ਕੋਈ ਫੌਜੀ ਜਰਨਲ ਇੱਕ ਪਾਸੇ ਮਿਲੇ ਹੁੰਦੇ ਨੇ ਕੁਝ ਪੋਲੀਟੀਸ਼ੀਅਨਸ ਮਿਲੇ ਹੁੰਦੇ ਨੇ ਬਿਊਰੋਕ੍ਰੇਸੀ ਮਿਲੀ ਹੁੰਦੀ ਹੈ ਬਾਹਰ ਵਕੀਲ ਮਿਲੇ ਹੁੰਦੇ ਨੇ ਇਹ ਮਤਲਬ ਇੱਕ ਮਿਲ ਜੁਲ ਕੇ ਉਹ ਮਾਫੀਆ ਜਿਹੜਾ ਹੈ ਨਾ ਜਿਹੜਾ ਗॉडफादर ਦਾ ਪਾਕਿਸਤਾਨੀ ਅਦਾਲਤ ਨੇ ਕਿਹਾ ਸੀ ਕਿ ਨਵਾਜ਼ ਸ਼ਰੀਫ ਇਜ਼ ਰਨਿੰਗ ਦਾ ਕੰਟਰੀ ਲਾਈਕ ਅ ਮਾਫੀਆ ਐਂਡ ਹੀ ਇਜ਼ ਦਾ ਗॉडफादर ਤੇ ਇਹ ਉਹ ਹਿਸਾਬ ਨਾਲ ਕਰਦੇ ਸਨ ਤੇ ਉਹ ਜਿਹੜਾ ਕੇਸ ਸੀ ਉਸ ਦੇ ਵਿੱਚ ਸਟ੍ਰੇਟ ਅਵੇ ਇਹਨਾਂ ਨੂੰ ਉਹ ਹੋਣੀਆਂ ਸਨ ਸਜ਼ਾਵਾਂ ਹੋਣੀਆਂ ਸਨ ਪਰ ਹੋਇਆ ਕੀ ਕਿ ਉਸ ਕੇਸ ਨੂੰ ਇਤਨਾ ਲਟਕਾਇਆ ਕਿ ਉਸ ਦੇ ਬਾਅਦ ਫਿਰ ਇਹਨਾਂ ਦੀ ਮਰਜ਼ੀ ਦੇ ਜਿਸਲੇ ਜੱਜ ਆਏ ਉਹਨਾਂ ਨੇ ਆ ਕੇ ਉਹਨੂੰ ਟਾਈਮ ਬਾਹਰ ਕਰ ਦਿੱਤਾ ਉਹਨਾਂ ਕਿਹਾ ਜੀ ਇਹ ਤੇ ਟਾਈਮ ਹੁਣ ਇਤਨਾ ਨਿਕਲ ਗਿਆ ਤੇ ਇਸ ਵਾਸਤੇ ਇਸ ਦੇ ਉੱਤੇ ਹੁਣ ਕੋਈ ਫੈਸਲਾ ਨਹੀਂ ਹੋ ਸਕਦਾ ਤੇ ਨਾਓ ਕਮਿੰਗ ਟੂ ਯੂਰ ਕੁਐਸਚਨ ਇਸਾਕ ਡਾਰ ਸਾਹਿਬ ਇਸ ਇਕਨੋਮੀ ਦੇ ਨਾਲ ਕੀ ਕਰਨਗੇ ਇਹ ਮੈਂ ਤੁਹਾਨੂੰ ਬੈਕਗ੍ਰਾਉਂਡ ਦਿੱਤੀ ਹੈ ਇਸਾਕ ਡਾਰ ਸਾਹਿਬ ਜੀ ਇਸ ਬੈਕਗ੍ਰਾਉਂਡ ਔਰ ਇਸਾਕ ਡਾਰ ਸਾਹਿਬ ਦੇ ਜਿਹੜੇ ਪਰਸਨਲ ਐਸੈਟਸ ਨੇ ਉਹ ਕਹਿੰਦੇ ਨੇ ਕਿ ਦੁਬਈ ਦੇ ਵਿੱਚ ਇਹਨਾਂ ਦੇ ਪਲਾਜ਼ਾਸ ਨੇ ਇਹਨਾਂ ਦੇ ਤੇ ਇਹਨਾਂ ਦੇ ਬੇਟਿਆਂ ਦੇ ਇਹਨਾਂ ਨੇ ਬਹੁਤ ਉਹ ਜਾਇਦਾਦਾਂ ਬਣਾਈਆਂ ਦੀਆਂ ਨੇ ਔਰ ਇਹ ਲੋਕ ਜਿਹੜੇ ਨੇ ਇਸਾਕ ਡਾਰ ਸਾਹਿਬ ਪਾਕਿਸਤਾਨ ਤੋਂ ਹੀ ਵਾਸ ਕਨਵਿਕਟਡ ਇਹਨੂੰ ਸਜ਼ਾ ਹੋਈ ਦੀ ਸੀ ਇੰਗਲੈਂਡ ਦੇ ਵਿੱਚ ਸੀ ਤੇ ਜਿਸ ਲਈ ਨਵੀਂ ਹੁਣ ਹਕੂਮਤ ਆਈ ਹੈ ਤੇ ਇਹ ਪ੍ਰਾਈਮ ਮਿਨਿਸਟਰ ਦੇ ਜਹਾਜ਼ ਦੇ ਵਿੱਚ ਬਹਿ ਕੇ ਹੀ ਕੇਮ ਐਜ਼ ਅ ਕਨਵਿਕਟ ਆਂਦੇ ਹੀ ਇਹਨਾਂ ਦੇ ਖਿਲਾਫ ਕਿਉਂਕਿ ਇਹਨਾਂ ਦੇ ਹਕੂਮਤ ਆਈ ਦੀ ਸੀ ਇਹਨਾਂ ਦੇ ਉਹ ਮੁਕੱਦਮੇ ਮਾਫ ਕੀਤੇ ਗਏ ਉਸ ਦੇ ਬਾਅਦ he took oath as a senator और उसके बाद he was appointed as the finance minister and the deputy prime minister ये कहते ने नवाज शरीफ ਦਾ ਰਾਈਟ ਹੈਂਡ ਬਿਲਕੁਲ ਨਵਾਜ਼ ਸ਼ਰੀਫ ਮੈਨ ਹੈ ਜੀ ਤੇ ਸ਼ਹਿਬਾਜ਼ ਸ਼ਰੀਫ ਜਿਹੜਾ ਉਹਨਾਂ ਦਾ ਛੋਟਾ ਭਾਈ ਜਿਹੜਾ ਵੇ ਉਹ ਪ੍ਰਾਈਮ ਮਿਨਿਸਟਰ ਹੈ ਜੀ ਪਰ ਨਵਾਜ਼ ਸ਼ਰੀਫ ਵਿਚ ਵਿਦਿਨ ਦਾ ਫੈਮਿਲੀ ਵੀ ਇੱਕ ਰਿਫਟ ਚੱਲ ਰਿਹਾ ਨਾ ਪੋਲਿਟਿਕਸ ਦਾ ਬਿਲਕੁਲ ਤੇ ਨਵਾਜ਼ ਸ਼ਰੀਫ ਸਾਹਿਬ ਨੇ ਇਹ ਭੇਜਿਆ ਵੇ ਇੱਕ ਚੈੱਕ ਔਨ ਸ਼ਹਿਬਾਜ਼ ਸ਼ਰੀਫ ਐਂਡ ਦੇ ਆਰ ਟ੍ਰਾਈਂਗ ਟੂ ਗੈਟ whatever they want to ਇਹਨਾਂ ਨੇ ਆ ਕੇ ਤੇ ਇਸ ਹਾਲਾਤ ਦੇ ਵਿੱਚ ਜੀ ਹੁਣ ਤੁਸੀਂ ਇਸਾਕ ਡਾਰ ਸਾਹਿਬ ਦੀ ਤੁਹਾਨੂੰ ਮੈਂ ਥੋੜੀ ਜਿਹੀ ਇਹ ਬੈਕਗ੍ਰਾਉਂਡ ਦਿੱਤੀ ਹੈ ਤੇ ਇਸ ਦੇ ਵਿੱਚ ਤੁਸੀਂ ਕੀ ਐਕਸਪੈਕਟ ਕਰ ਸਕਦੇ ਹੋ ਕਿ ਪਾਕਿਸਤਾਨ ਦੇ ਵਾਸਤੇ ਕੀ ਕਰਨਗੇ ਇਹਨਾਂ ਦੇ ਆਪਣੇ ਪਰਸਨਲ ਏਜੰਡਾਜ਼ ਨੇ ਬੜੇ ਕਲੀਅਰ ਏਜੰਡਾਜ਼ ਨੇ ਜੀ ਜਿਨ੍ਹਾਂ ਦੇ ਵਿੱਚ ਜਦ ਦੀ ਇਹ ਗਵਰਨਮੈਂਟ ਆਈ ਹੈ ਇਹਨੇ ਸਿਰਫ ਇੱਕ ਕੰਮ ਕੀਤਾ ਹੋਇਆ ਉਹ ਇਹ ਕੰਮ ਕੀਤਾ ਕਿ ਇਹਨਾਂ ਨੇ ਉਹ ਨੈਬ ਜਿਹੜਾ ਸੀ ਨਾ ਇੱਕ ਜਿਹੜਾ ਏਜੰਸੀ ਸੀ ਨੈਸ਼ਨਲ ਅਕਾਊਂਟੇਬਲ ਬਿਊਰੋ ਜੀ ਜਿਹੜਾ ਮੁਸ਼ਰਫ ਸਾਹਿਬ ਨੇ ਬਣਾਇਆ ਸੀ ਕਿ ਕਰਪਸ਼ਨ ਦੇ ਲੋਕਾਂ ਨੂੰ ਪਕੜਿਆ ਜਾਵੇ ਜੀ ਇਸ ਗਵਰਨਮੈਂਟ ਨੇ ਆ ਕੇ ਸਿਰਫ ਇੱਕ ਕੰਮ ਕੀਤਾ ਹੋਇਆ ਹਲੇ ਤੱਕ ਜਿਹੜਾ ਪ੍ਰੋਮੀਨੈਂਟ ਕੰਮ ਜਿਹਨੂੰ ਤੁਸੀਂ ਕਹਿ ਸਕਦੇ ਹੋ ਜੀ ਉਹ ਇਹਨਾਂ ਨੇ ਉਹ ਨੈਬ ਰੂਲਸ ਜਿਹੜੇ ਨੇ ਨਾ ਉਹ ਕੰਪਲੀਟਲੀ ਚੇਂਜ ਕਰ ਦਿੱਤੇ ਨੇ ਬਿਕਾਜ਼
इमरान खान ने वॉकड आउट ऑफ द रिजाइन करके नैशनल असैंबली तो निकल गए ते हुण गवर्नमेंट जिहड़ी सी इमरान खान दे कोई 20 बंदे सन जिहड़े टुटे सन उस कोल 155 सीटां सन इमरान खान दी ते इन्हां दी 84 सीट्स सन मुस्लिम लीग दी जी ते इन्हां ने आके जिहड़ा धंधा कीता वे इमरान खान जिसले बाहर निकल गया ते ना वो 22 बंदे जिहड़े ना वो ऑपोजिशन ने इन्हां ने मिल जुल के सारे मतलब वो कहते ना जिहड़ा एक एग्जाम्पल होंदी ना जी कि वो कुत्ती चोरां नाल मिली दी पाकिस्तान दे विच इस वेले वो हाल है वो लोग जिन्हां ने वो करना वे ते इन्हां ने वो नैब रूल्स जिहड़े चेंज कीते ने हाँ जी जे तुसीं मैनूं इजाजत दिओ तो मैं उसदा तुहानूं दस दवां कि कितनी इट्स हाउ फनी इट इज जी ਉਸ ਤੋਂ ਪਹਿਲਾਂ ਮੈਂ ਤੁਸੀਂ ਜ਼ਿਕਰ ਆਪਣੀ ਗੱਲਾਂ ਦੇ ਵਿੱਚੋਂ ਕਿਤੇ ਭੁੱਲ ਨਾ ਜਾਵਾਂ ਤੁਸੀਂ ਨਵਾਜ਼ ਸ਼ਰੀਫ ਹੋਣਾ ਦੀ ਗੱਲ ਕੀਤੀ ਹੈ ਮੈਂ ਸੋਸ਼ਲ ਮੀਡੀਆ ਵੇਖਦਾ ਰਹਿਣਾ ਮੈਂ ਵੇਖਿਆ ਕਿ ਨਵਾਜ਼ ਸ਼ਰੀਫ ਇੱਕ ਲੰਡਨ ਦੇ ਮਾਲ ਦੇ ਵਿੱਚ ਬੜੇ ਆਯਾਸ਼ਾਨਾ ਢੰਗ ਦੇ ਨਾਲ ਖਰੀਦਦਾਰੀ ਕਰਨ ਜਾ ਰਹੇ ਹੋਏ ਨੇ ਆਮ ਲੋਕਾਂ ਦੀ ਵੀ ਆਪਾਂ ਗੱਲ ਕੀਤੀ ਉਹ ਵਿਚਾਰੇ ਆਟੇ ਦਾਲ ਤੋਂ ਬਿਜਲੀ ਤੋਂ ਖਾਸ ਤੌਰ ਤੇ ਬਹੁਤ ਜ਼ਿਆਦਾ ਪਰੇਸ਼ਾਨ ਨੇ ਪੈਟਰੋਲ ਤੋਂ ਪਰੇਸ਼ਾਨ ਨੇ ਇਹ ਸਾਰਾ ਕੁਝ ਉਹਨਾਂ ਦੀ ਪਰਿਵਾਰਕ ਰਿਫਟ ਦੀ ਵੀ ਤੁਸੀਂ ਗੱਲ ਕੀਤੀ ਹੈ ਇਹ ਬਿਲਕੁਲ ਨਾਨ ਸੀਰੀਅਸ ਤਰ੍ਹਾਂ ਦਾ ਬਿਹੇਵੀਅਰ ਹੈ ਘੱਟੋ ਘੱਟ ਤੁਸੀਂ ਪਬਲਿਕਲੀ ਮੈਨੂੰ ਲੱਗਦਾ ਕਿ ਲੀਡਰਸ ਨੂੰ ਐਗਜ਼ਿਬਿਟ ਨਹੀਂ ਕਰਨਾ ਚਾਹੀਦਾ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਕਿਸੇ ਨੂੰ ਮੁਲਕ ਦਾ ਖਿਆਲ ਹੋਵੇ ਇਹ ਇਹਨਾਂ ਦੇ ਬਾਰੇ ਚ ਮਸ਼ਹੂਰ ਹੋਵੇ ਕਿ ਪਾਕਿਸਤਾਨ ਦੇ ਵਿੱਚ ਹਕੂਮਤ ਕਰਨ ਆਉਂਦੇ ਨੇ ਜੀ ਉਸ ਦੇ ਬਾਅਦ ਉਹ ਪੈਸਾ ਸਾਰਾ ਕੱਢ ਕੇ ਲੈ ਜਾਂਦੇ ਨੇ ਜਦੋਂ ਤੁਸੀਂ ਗਵਰਨਮੈਂਟ ਹੀ ਚੋ ਸਾਰੀ ਪਾਲਿਸੀਜ਼ ਤੁਸੀਂ ਬਣਾਉਣੀਆਂ ਤੁਹਾਨੂੰ ਪਤਾ ਹੋਵੇ ਕੱਲ ਮੈਂ ਡਾਲਰ ਦਾ ਰੇਟ ਇਤਨਾ ਉੱਚਾ ਹੋਏਗਾ ਤੇ ਮੈਂ ਕਿ ਇਹਦੀ ਇੱਕ ਛੋਟੀ ਜਿਹੀ ਐਗਜ਼ਾਮਪਲ ਹੈ ਜੀ ਸਾਰੀ ਪਾਲਿਸੀਜ਼ ਆਪਣੀ ਮਰਜ਼ੀ ਦੀ ਬਣਾ ਕੇ ਆਪਣੀ ਪਰਸਨਲ ਵੈਲਥ ਜਿਹੜੀ ਹੈ ਉਹ ਇਕੱਠੀ ਕਰਦੇ ਨੇ ਉਸ ਦੇ ਬਾਅਦ ਜਾ ਕੇ ਲੰਡਨ ਦੇ ਵਿੱਚ ਯਾਚੀ ਕਰਦੇ ਲੇਕਿਨ ਜਿਹੜੀ ਉਮੀਦ ਅਫਜ਼ਾ ਗੱਲ ਹੈ ਨਾ ਜੀ ਜਿਹੜਾ ਇਹ ਲੋਕ ਜਿਹੜੇ ਨੇ ਪਹਿਲਾਂ ਤਾਂ ਬੇਵਕੂਫ ਸਨ ਨਾ ਇਹਨਾਂ ਨੂੰ ਪਤਾ ਹੀ ਨਹੀਂ ਸੀ ਨਵਾਜ਼ ਸ਼ਰੀਫ ਆਇਆ ਜੀ ਉਹ ਕੀਮੇ ਦੇ ਨਾਨ ਤੇ ਬਿਰਿਆਨੀ ਦੀ ਪਲੇਟਾਂ ਤੇ ਇੱਕ ਵਕਤ ਦੀ ਰੋਟੀ ਖਾਧੀ ਤੇ ਲੋਕਾਂ ਨੇ ਵੋਟ ਪਾ ਦਿੱਤੇ ਜੀ ਜਿਹੜੀ ਮੇਰੇ ਖਿਆਲ ਵਿੱਚ ਇਮਰਾਨ ਖਾਨ ਦੀ ਸਾਰਿਆਂ ਤੋਂ ਵੱਡੀ ਕੰਟਰੀਬਿਊਸ਼ਨ ਹੈ ਇਮਰਾਨ ਖਾਨ ਨੂੰ ਨਿਕਲੇ ਹੋਏ ਕੋਈ ਹਲੇ 9-10 ਮਹੀਨੇ ਹੋਏ ਨੇ ਗਵਰਨਮੈਂਟ ਤੋਂ ਜੀ ਇਨ੍ਹਾਂ 9-10 ਮਹੀਨਿਆਂ ਦੇ ਵਿੱਚ ਹੀ ਇਸ ਕੰਟੀਨਿਊਸਲੀ ਉਹ ਪੂਰਾ ਪੋਲੀਟੀਕਲੀ ਐਕਟਿਵ ਹੈ ਉਸ ਦੇ ਉੱਤੇ ਕਾਤਲਾਨਾ ਹਮਲਾ ਵੀ ਹੋਇਆ ਹੈ ਤੁਹਾਨੂੰ ਪਤਾ ਉਹਨੇ ਕੋਈ ਕਮ ਸੇ ਕਮ ਇਸ ਵਕਤ ਤੱਕ 70 ਤੋਂ 75 ਜਲਸੇ ਕੀਤੇ ਨੇ ਜੀ ਥਰੂ ਆਊਟ ਵਾਲੇ ਉਹ ਸਿੰਧ ਵਾਲੇ ਪਾਸੇ ਬਲੂਚਿਸਤਾਨ ਵਾਲੇ ਪਾਸੇ ਨਹੀਂ ਗਿਆ ਬਾਕੀ ਪੰਜਾਬ ਤੇ KPK ਦੇ ਵਿੱਚ ਉਹਨੇ ਇਤਨਾ ਲੋਕਾਂ ਨੂੰ ਮੋਬਿਲਾਈਜ਼ ਕੀਤਾ ਔਰ ਇੱਕ ਹੀ ਗੱਲ ਕਰਦਾ ਹੈ ਆ ਕੇ ਜੀ ਇਹਨਾਂ ਦੀ ਚੋਰੀ ਦੀ ਕਹਾਣੀ ਸੁਣਾਉਂਦਾ ਹੈ ਇਹਨਾਂ ਨੇ ਕਿਸ ਤਰ੍ਹਾਂ ਪੈਸੇ ਚੋਰੀ ਕੀਤੇ ਕਿਸ ਤਰ੍ਹਾਂ ਮਨੀ ਲਾਂਡਰਿੰਗ ਕੀਤੀ ਕਿਸ ਤਰ੍ਹਾਂ ਉਹ ਪੈਸਾ ਉਹਨਾਂ ਨੇ ਕੱਢ ਕੇ ਲਗਾਇਆ ਉਹ ਲੋਕਾਂ ਨੂੰ ਅਵੇਅਰਨੈਸ ਦੇ ਦਿੱਤੀ ਹੈ ਉਹ ਲੋਕ ਜਿਹੜੇ ਕੀਮੇ ਦੀ ਨਾਨ ਤੇ ਬਿਰਿਆਨੀ ਦੀ ਪਲੇਟਾਂ ਦੇ ਉੱਤੇ ਵਿਕ ਜਾਂਦੇ ਸਨ ਕਿਉਂਕਿ ਵੋਟਰ ਤੇ ਉਹੀ ਹੈ ਨਾ ਗਰੀਬ ਆਦਮੀ ਜਿਨ੍ਹਾਂ ਦੇ ਪੈਸੇ ਖਾ ਕੇ ਤੇ ਜਾ ਕੇ ਲੰਡਨ ਨਹੀਂ ਜਿਹੜਾ ਤੁਸੀਂ ਦੱਸਦੇ ਹੋ ਕਿ ਉੱਥੇ ਮਜ਼ੇ ਕਰ ਰਹੇ ਨੇ ਇਹ ਸਮਝਦੇ ਨੇ ਕਿ ਜਾਇਦਾਦਾਂ ਉਹਨਾਂ ਨੇ ਜੋ ਉੱਥੇ ਬਣਾਈ ਦੀਆਂ ਨੇ ਔਰ ਜਿਸ ਤਰਿਆਸ਼ੀ ਦੀ ਜ਼ਿੰਦਗੀ ਉੱਥੇ ਗੁਜ਼ਾਰਦੇ ਨੇ ਉਹ ਇਹਨਾਂ ਲੋਕਾਂ ਦੇ ਪੈਸੇ ਖਾ ਕੇ ਜਾਂਦੇ ਨੇ ਇਹ ਬੇਵਕੂਫ ਲੋਕ ਨੇ ਇੱਕ ਪਲੇਟ ਖਾਂਦੇ ਨੇ ਕੀਮੇ ਦੀ ਉਹ ਨਾਨ ਦੀ ਤੇ ਬੱਲੇ ਬੱਲੇ ਕਰਦੇ ਨੇ ਉਹਨਾਂ ਦੀ ਲੇਕਿਨ ਹੁਣ ਅਵੇਅਰਨੈਸ ਆ ਗਈ ਆ ਹੁਣ ਇਹ ਬਾਜ਼ਾਰ ਵਿੱਚ ਨਹੀਂ ਜਾ ਸਕਦੇ ਉੱਥੇ ਪਾਕਿਸਤਾਨ ਵਿੱਚ ਕਿੱਥੇ ਜੀ ਲੰਡਨ ਦੇ ਵਿੱਚ ਤੁਸੀਂ ਉਹ ਨਹੀਂ ਦੇਖੇ ਇਹਨਾਂ ਦੇ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਜਿੱਥੇ ਨਿਕਲਦੇ ਨੇ ਚੋਰ 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 ਦੇ ਨਾਰੇ ਲਾਉਂਦੇ ਨੇ ਬਿਲਕੁਲ ਤੇ ਇਹ ਕਿਹੜੀ ਇੱਜ਼ਤ ਕਮਾ ਰਹੇ ਨੇ ਇਹਨਾਂ ਜੀ ਆਲਮੋਸਟ ਜਦੋਂ ਅਸੀਂ ਗੱਲ ਕਰਦੇ ਹਾਂ ਕਰਪਸ਼ਨ ਦੀ ਮੈਨੂੰ ਲੱਗਦਾ ਕਿ ਹਾਲਾਤ ਭਾਰਤ ਦੇ ਵੀ ਇਸੇ ਤਰ੍ਹਾਂ ਦੇ ਨੇ ਇਹਨਾਂ ਦੇ ਲੀਡਰ ਸਾਡੇ ਲੀਡਰਾਂ ਨੂੰ ਵੀ ਬਰੀ ਨਹੀਂ ਕੀਤਾ ਜਾ ਸਕਦਾ ਪਰ ਇੱਕੋ ਇੱਕ ਜਿਹੜਾ ਮੇਜਰ ਫਰਕ ਹੈ ਕਿ ਆਰਮੀ ਭਾਰਤ ਦੇ ਰਾਜਨੀਤਿਕ ਮਸਲਿਆਂ ਦੇ ਵਿੱਚ ਉਹਨਾਂ ਇੰਟਰਫੀਅਰ ਨਹੀਂ ਕਰਦੀ ਹੁਸੈਨ ਸਾਹਿਬ ਅਸੀਂ ਨੈਸ਼ਨਲ ਅਕਾਊਂਟੇਬਿਲਿਟੀ ਬਿਊਰੋ ਦੀ ਗੱਲ ਕਰ ਰਹੇ ਸੀ ਵੈਸੇ ਨਾਮ ਬੜਾ ਵੱਡਾ ਹੈ ਬੜੀ ਵੱਡੀ ਟਰਮ ਹੈ ਮੇਰੇ ਖਿਆਲ ਦੇ ਵਿੱਚ ਇਸ ਤਰ੍ਹਾਂ ਦੀਆਂ ਸੰਸਥਾਵਾਂ ਹੋਰ ਮੁਲਕਾਂ ਦੇ ਵਿੱਚ ਹੈਗੀਆਂ ਨੇ ਸਾਰੇ ਕਿਤੇ ਹੈਗੀਆਂ ਨੇ ਕਰਪਸ਼ਨ ਨੂੰ ਕੰਟਰੋਲ ਕਰਦੀਆਂ ਨੇ ਪਾਕਿਸਤਾਨ ਦੇ ਨਾਲ ਇਹ ਜਿਹੜਾ ਇੰਸਟੀਟਿਊਸ਼ਨ ਹੈ ਇਹ ਕੋਈ ਉੱਭਰ ਕੇ ਸਾਹਮਣੇ ਨਹੀਂ ਆਉਂਦਾ ਕਦੇ ਮੈਂ ਕੋਈ ਇਸ ਤਰ੍ਹਾਂ ਦੀ ਖਬਰ ਨਹੀਂ ਪੜ੍ਹੀ ਕਿ ਨੈਬ ਨੇ ਜੀ ਫਲਾਣੇ ਲੀਡਰ ਨੂੰ ਇਸ ਤਰ੍ਹਾਂ ਚਾਰਜ ਕਰ ਲਿਆ ਜਾਂ ਫੜ ਲਿਆ ਜਾਂ ਵਾਲੀਆਂ ਕਾਰਵਾਈ ਕਰ ਲੀਆਂ ਆਖਿਰ ਇਹਦਾ ਰੀਜ਼ਨ ਕੀ ਹੈ ਕੀ ਇਹਦੀਆਂ ਡਿਟੇਲਸ ਨੇ ਕਿਸ ਤਰ੍ਹਾਂ ਦੇ ਇਹਦੇ ਰੂਲਸ ਹੁੰਦੇ ਨੇ ਦੇਖੋ ਜੀ ਇਹ ਨੈਬ ਜਿਹੜਾ ਨੈਸ਼ਨਲ ਅਕਾਊਂਟੇਬਿਲਿਟੀ ਬਿਊਰੋ ਇਹ ਬਣਾਇਆ ਸੀ ਮੁਸ਼ਰਫ ਦੇ ਜ਼ਮਾਨੇ ਦੇ ਵਿੱਚ ਜੀ ਤੇ ਉਹਨਾਂ ਨੇ ਬਣਾਇਆ ਸੀ ਕਰਪਸ਼ਨ ਖਾਸ ਕਰ ਪੋਲੀਟੀਸ਼ੀਅਨਸ ਦੀ ਕਰਪਸ਼ਨ ਪਕੜਨ ਵਾਸਤੇ ਜੀ ਤੇ ਇਸ ਦੇ ਵਿੱਚ ਇਸ ਕਿਸਮ ਦੀ ਉਹਨਾਂ ਨੇ ਰੂਲ ਐਂਡ ਰੈਗੂਲੇਸ਼ਨਸ ਰੱਖੇ ਸਨ ਨੈਬ ਦੇ ਕੋਲ ਬੜੀ ਪਾਵਰ ਸਨ ਇਹਨਾਂ ਦੀ ਆਪਣੀ ਕੋਰਟ ਸਨ
ਇਹਨਾਂ ਦੇ ਆਪਣੇ ਉਹ ਜੇਲ੍ਹ ਜਿਹੀ ਸੀ ਇਹਨਾਂ ਨੇ ਬਣਾਈ ਦੀ, ਜਿੱਥੇ ਲੋਕਾਂ ਨੂੰ ਬੰਦ ਕਰ ਲੈਂਦੇ ਸਨ। ਨੈਬ ਆਪਣੀ ਪਾਵਰਸ ਦੇ ਨਾਲ ਸਮਨ ਜਾਰੀ ਕਰਦਾ ਸੀ। ਇਹਨਾਂ ਦੀ ਆਪਣੀ ਫੋਰਸ ਹੁੰਦੀ ਸੀ ਜਿਹੜੀ ਜਾ ਕੇ ਲੋਕਾਂ ਨੂੰ ਚੁੱਕ ਕੇ ਲੈ ਆਉਂਦੀ ਸੀ, ਤੇ ਉਹ ਲਿਆ ਕੇ ਫਿਰ ਲੋਕਾਂ ਨੂੰ ਬੰਦ ਕਰਕੇ ਉਹਨਾਂ ਕੋਲੋਂ ਸਬੂਤ ਇਕੱਠੇ ਕਰਕੇ ਔਰ ਇਹ ਕਰਦੇ ਸਨ ਕਿ ਇਹ ਕਈ ਐਸੇ ਕੇਸਿਸ ਹੋਏ ਜਿਨ੍ਹਾਂ ਦੇ ਵਿੱਚ ਹਜ਼ਾਰਾਂ ਅਰਬ ਰੁਪਇਆ ਜਿਹੜਾ ਹੈ ਨਾ ਥਰੂ ਨੈਬ ਦੇ ਰਿਕਵਰ ਵੀ ਕੀਤਾ ਗਿਆ। ਇਮਰਾਨ ਖਾਨ ਦੇ ਜ਼ਮਾਨੇ ਦੇ ਵਿੱਚ ਮੇਰੇ ਖਿਆਲ ਕੋਈ ਹੁਣ ਮੈਨੂੰ ਐਗਜ਼ੈਕਟ ਫਿਗਰਸ ਨਹੀਂ ਯਾਦ, ਪਰ ਕੋਈ 2-3 ਹਜ਼ਾਰ ਜਾਂ 200-300 ਅਰਬ ਰੁਪਇਆ ਜਿਹੜਾ ਸੀ ਉਹ ਲੋਕਾਂ ਨੂੰ ਪਕੜਿਆ ਜਿਨ੍ਹਾਂ ਨੇ ਚੋਰੀਆਂ ਕੀਤੀਆਂ ਸਨ। ਨੈਬ ਦਾ ਐਸੇ ਸੀ ਕਿ ਨੈਬ ਬੁਲਾਉਂਦੀ ਸੀ, ਤੁਹਾਨੂੰ ਪਕੜਦੀ ਸੀ, ਤੁਹਾਡੇ ਖਿਲਾਫ ਸਬੂਤ ਹੁੰਦੀ ਸੀ। ਅਗਰ ਤੁਸੀਂ ਆਪਣੇ ਆਪ ਨੂੰ ਜਿਸਲੇ ਮੰਨ ਲੈਂਦੇ ਸਨ ਲੋਕ ਕਿ ਹਾਂ ਜੀ ਮੈਂ ਚੋਰੀ ਕੀਤੀ ਹੈ ਜਾਂ ਉਹਨਾਂ ਦਾ ਉਹ ਸਬੂਤ ਸਾਰੇ ਸਾਹਮਣੇ ਆ ਜਾਂਦੇ ਸਨ, ਤੇ ਉਹ ਕੋਈ ਪਲੀ ਬਾਰਗੇਨ ਕਰਦੇ ਸਨ ਨੈਬ ਦੇ ਨਾਲ। ਪਲੀ ਬਾਰਗੇਨ ਦੇ ਵਿੱਚ ਇਹ ਹੁੰਦਾ ਸੀ ਕਿ ਉਹ ਉਹਨਾਂ ਨੂੰ ਕੋਈ ਅਗਰ 100 ਅਰਬ ਰੁਪਇਆ ਚੋਰੀ ਕੀਤਾ ਹੈ ਤੇ ਉਸਦਾ ਕੋਈ 10% ਜਾਂ 5% ਦੇ ਕੇ ਨੈਬ ਨੂੰ ਉਹ ਸਾਰੇ ਛੁੱਟ ਜਾਂਦੇ ਸਨ। ਲੇਕਿਨ ਮਤਲਬ ਕਾਨੂੰਨੀ ਤੌਰ ਦੇ ਉੱਤੇ ਨੈਬ ਦੇ ਵਿੱਚ ਇਹ ਇਜਾਜ਼ਤ ਸੀ, ਪਰ ਉਸ ਦੇ ਵਿੱਚ ਇਹ ਸੀ ਕਿ ਤੁਸੀਂ ਇੱਕ ਵਾਰੀ ਨੈਬ ਦੇ ਉੱਤੋਂ ਤੁਹਾਨੂੰ ਸਜ਼ਾ ਹੋ ਜਾਵੇ ਜਾਂ ਤੁਸੀਂ ਪਲੀ ਬਾਰਗੇਨ ਕੀਤੀ ਹੋਵੇ ਤੇ ਉਸ ਦੇ ਬਾਅਦ ਤੁਸੀਂ ਦੁਬਾਰਾ ਪੋਲਿਟਿਕਸ ਦੇ ਵਿੱਚ ਜਾਂ ਗਵਰਨਮੈਂਟ ਦੀ ਉਸ ਦੇ ਉੱਤੇ ਨਹੀਂ ਆ ਸਕਦੇ। ਤੇ ਹੁਣ ਜਿਹੜਾ ਕੰਮ ਕੀਤਾ ਹੈ ਇਸ ਗਵਰਨਮੈਂਟ ਨੇ ਆਉਣ ਦੇ ਬਾਅਦ, ਜਿਹੜਾ ਸਾਰਿਆਂ ਤੋਂ ਪਹਿਲਾ ਕੰਮ ਹੀ ਹੈ, ਕਿਉਂਕਿ ਇਹਨਾਂ ਸਾਰਿਆਂ ਦੇ ਕੇਸਿਸ ਨੈਬ ਦੇ ਵਿੱਚ ਸਨ ਔਰ ਇਹ ਆਸਫ ਜ਼ਰਦਾਰੀ ਸਾਹਿਬ ਤੇ ਸ਼ਹਬਾਜ਼ ਸ਼ਰੀਫ ਸਾਹਿਬ ਤੇ ਹਮਜ਼ਾ ਸ਼ਰੀਫ ਤੇ ਮਰੀਮ ਸ਼ਰੀਫ ਤੇ ਸਾਰੇ ਜਿਤਨੇ ਵੱਡੇ ਪੋਲੀਟੀਸ਼ੀਅਨ ਨੇ ਨਾ ਸਾਰੇ, ਇਹ ਸਾਰੇ ਨੈਬ ਦੀ ਕੈਦ ਦੇ ਵਿੱਚ ਰਹਿ ਕੇ ਆਏ ਨੇ। ਇਹਨਾਂ ਨੇ 5-5, 6-6, 8-8 ਮਹੀਨੇ, ਸਾਲ ਉੱਥੇ ਕੈਦ ਵਿੱਚ ਨੈਬ ਦੀ ਗੁਜ਼ਾਰੇ ਨੇ। ਬਟ ਆਪਣੇ ਰਿਸੋਰਸਿਸ ਦੇ ਨਾਲ ਇਹ ਕੈਦ ਵੀ ਬੜੀ ਮਜ਼ੇ ਦੀ ਗੁਜ਼ਾਰਦੇ ਨੇ। ਬਟ ਬਹਰਹਾਲ ਉਹ ਇੱਕ ਕੈਦ ਹੁੰਦੀ ਸੀ ਜਿਸ ਦੇ ਵਿੱਚ ਇਹ ਬੰਦ ਹੁੰਦੇ ਸਨ। ਫਿਰ ਇਹ ਮੁੜ ਕੇ ਇਹਨਾਂ ਨੂੰ ਪਲੀ ਬਾਰਗੇਨ ਕਰਨੀ ਪੈਂਦੀ ਸੀ ਕਿ ਉਹ 5-10% ਜਿਹੜਾ ਸੀ ਪੈਸਾ ਦੇ ਕੇ ਛੁੱਟ ਜਾਂਦੇ ਸਨ। ਹੁਣ ਇਹਨਾਂ ਨੇ ਆ ਕੇ ਜਿਹੜਾ ਪਲੀ ਬਾਰਗੇਨ ਕੀਤੀ ਹੈ, ਅੱਛਾ, ਤੇ ਨੈਬ ਦੇ ਵਿੱਚ ਇਹ ਲਾਅ ਸੀ ਕਿ ਜੇ ਤੁਹਾਡੇ ਕੋਲ ਪਕੜ ਲਿਆ ਨਾ ਉਹਨਾਂ ਨੇ ਕਿਹਾ ਇਤਨਾ ਪੈਸਾ ਹੈ ਤੁਹਾਡੇ ਕੋਲ, ਫਰਜ਼ ਕਰੋ ਤੁਹਾਨੂੰ ਪਕੜਨੇ ਕਿ ਜੀ ਤੁਹਾਡੇ ਕੋਲ $100 ਆ ਗਿਆ, ਕਿੱਥੋਂ ਆਇਆ? ਤੇ ਹੁਣ ਤੁਸੀਂ ਦੱਸਣਾ ਮੈਂ ਕਿ $100 ਮੈਂ ਕਿੱਥੋਂ ਦੀ ਲੈ ਕੇ ਆਇਆ ਵਾਂ। ਤੇ ਇਹ ਜਿਸਲੇ ਗਵਰਨਮੈਂਟ ਵਿੱਚ ਆਏ ਨੇ, ਇਹਨਾਂ ਨੇ ਕਿਹਾ ਜੀ ਕਿ ਹੁਣ ਜਿਹੜਾ ਰੂਲ ਬਣ ਗਿਆ ਨਾ, ਉਹ ਰੂਲ ਇਹ ਵੇ, ਨੰਬਰ 1 ਤੇ ਇਹ ਵੇ ਕਿ ਉਹ ਕਹਿੰਦੇ ਨੇ 49 ਕਰੋੜ ਤੋਂ ਉੱਤੇ ਥੱਲੇ ਜਿਹੜੀ ਚੋਰੀ ਹੈ ਨਾ, ਉਹ ਚੋਰੀ ਨੈਬ ਦੇ ਉਸ ਹਦੂਦ ਵਿੱਚ ਹੀ ਨਹੀਂ ਆਉਂਦੀ। ਇਹ ਰੀਸੈਂਟ ਗਵਰਨਮੈਂਟ ਨੇ ਕੀਤਾ, ਇਹ ਨਵੀਂ ਗਵਰਨਮੈਂਟ ਜਿਹੜੀ ਆਈ ਹੈ ਨਾ, ਇਹਨਾਂ ਨੇ ਆ ਕੇ ਪਹਿਲੇ ਕਾਨੂੰਨ ਇਹ ਚੇਂਜ ਕੀਤੇ। ਦਿਸ ਇਜ਼ ਦਾ ਓਨਲੀ ਥਿੰਗ ਦੇ ਹੈਵ ਡਨ। ਉਸ ਤੋਂ ਇਲਾਵਾ ਕੋਈ ਐਸੀ ਰਿਮਾਰਕੇਬਲ ਚੀਜ਼ ਤੁਹਾਨੂੰ ਨਹੀਂ ਨਜ਼ਰ ਆਏਗੀ। ਉਹ ਕਹਿੰਦੇ ਜੀ 49 ਕਰੋੜ ਤੋਂ ਘੱਟ ਜਿਹੜੀ ਚੋਰੀ ਹੈ ਨਾ, ਉਹ ਨੈਬ ਦੀ ਗ੍ਰਿਫਤ ਵਿੱਚ ਨਹੀਂ ਆ ਸਕਦੀ। ਦਿਸ ਇਜ਼ ਦਾ ਲਾਅ ਕਿ 49 ਕਰੋੜ ਤੋਂ ਉੱਤੇ ਕੀਤੀ ਹੈ ਨਾ ਤੇ ਫਿਰ ਤੁਹਾਨੂੰ ਪਕੜ ਸਕਦੀ ਹੈ ਨੈਬ। ਦੂਜਾ ਕੰਮ ਇਹ ਕਹਿੰਦੇ ਨੇ ਕਿ ਹੁਣ ਨੈਬ ਦੀ ਜ਼ਿੰਮੇਵਾਰੀ ਹੈ ਕਿ ਇਹਨਾਂ ਨੇ ਜਿਹੜੀ ਚੋਰੀ ਪਕੜੀ ਹੈ, ਮਸਲਨ ਮੇਰੇ ਕੋਲ ਉਹਨਾਂ ਨੇ ਪਕੜਿਆ ਕਿ $100 ਮੇਰੇ ਕੋਲ ਆਇਆ, ਕਿੱਥੋਂ ਆਇਆ? ਤੇ ਮੇਰੇ ਜਿਹੜੀ ਇਨਕਮ ਹੈ ਉਸ ਤੋਂ ਜ਼ਿਆਦਾ ਹੋਵੇ, ਜਿਹੜੀ ਮੇਰੀ ਨਾਰਮਲ ਸੈਲਰੀ ਆਉਂਦੀ ਸੀ ਨਾ, ਤੇ ਪਹਿਲਾਂ ਤੇ ਮੈਨੂੰ ਦੱਸਣਾ ਪੈਂਦਾ ਸੀ ਨਾ ਕਿ ਜੀ ਮੈਂ ਕਿੱਥੋਂ ਲਿਆਇਆ, ਮੈਨੂੰ ਮੇਰੇ ਕਿਸੇ ਨੇ ਦਿੱਤਾ ਹੈ ਜਾਂ ਮੈਂ ਕੋਈ ਹੋਰ ਬਿਜ਼ਨਸ ਕੀਤਾ ਹੈ। ਉਹ ਹੁਣ ਕਹਿੰਦੇ ਨੇ ਕਿ ਇਹ ਨੈਬ ਦੀ ਜ਼ਿੰਮੇਵਾਰੀ ਹੈ ਕਿ ਉਹ ਦੱਸੇ ਕਿ ਇਹ $100 ਆਇਆ, ਕਿੱਥੋਂ ਲੈ ਕੇ ਆਇਆ। ਮਤਲਬ ਦਿਸ ਦਾ ਲਾਅ ਦੇ ਉਲਟਾ ਚੋਰ ਕੋ ਤਵਾਲ ਕੋ, ਉਲਟਾ ਚੋਰ ਕੋ ਤਵਾਲ ਕੋ। ਤੇ ਉਸ ਦੇ ਵਿੱਚ ਕਿੰਨੇ ਫੜਿਆ ਜਾਣਾ? ਔਰ ਜਿਹੜਾ ਉਹ ਕਹਿੰਦਾ ਸੀ ਨਾ ਇਮਰਾਨ ਖਾਨ ਕਿ ਮੈਂ ਇਹਨਾਂ ਨੂੰ NRO ਨਹੀਂ ਦੇਣਾ। NRO ਕੀ ਸੀ? ਇਹ ਵੀ ਇੱਕ ਟਰਮ ਕੁਆਇਨ ਹੋਈ ਸੀ ਮੁਸ਼ਰਫ ਦੇ ਜ਼ਮਾਨੇ ਦੇ ਵਿੱਚ। ਉਹ ਇਹ ਸੀ ਕਿ ਇੱਕ ਨੈਸ਼ਨਲ ਨੈਬ ਤੋਂ ਇਹ ਸਾਰੇ ਬੰਦੇ ਫੜੇ ਗਏ ਸਨ। ਮੁਸ਼ਰਫ ਨੇ ਆਪਣੀ ਗਵਰਨਮੈਂਟ ਬਚਾਉਣ ਵਾਸਤੇ ਆਪਣੀ ਗਵਰਨਮੈਂਟ ਦੇ ਵਿੱਚ ਉਹ ਇਹਨਾਂ ਨਾਲ ਪੋਲੀਟੀਕਲ ਲੀਡਰਸ ਨਾਲ ਡੀਲ ਕਰ ਲਈ। ਇਹ ਸਾਰੇ ਚੋਰੀ ਦੇ ਕੇਸਿਸ ਦੇ ਵਿੱਚ ਫੜੇ ਦੇ ਸਨ। ਇਹਨਾਂ ਦੇ ਸਾਰਿਆਂ ਨੂੰ ਸਜ਼ਾ ਹੋ ਜਾਣੀ ਸੀ, ਬੰਦ ਹੋ ਜਾਣਾ ਸੀ ਇਹਨਾਂ ਨੇ। ਲੇਕਿਨ ਉਹ ਮੁਸ਼ਰਫ ਵਾਸਤੇ ਇੱਕ ਮੁਸੀਬਤ ਇਹ ਸੀ ਕਿ ਉਹ ਪ੍ਰੈਜ਼ੀਡੈਂਟ ਰਹਿਣ ਵਾਸਤੇ ਇਹ ਪੋਲੀਟੀਕਲੀ ਉਸ ਵਾਸਤੇ ਮੁਸੀਬਤ ਬਣੇ ਦੇ ਸਨ। ਸੋ ਦੇ ਮੇਡ ਅ ਡੀਲ ਕਿ ਤੁਸੀਂ ਜਿਹੜਾ ਵੇ ਇਹ ਮੈਨੂੰ ਕੁਝ ਨਾ ਕਹੋ, ਮੈਨੂੰ ਪ੍ਰੈਜ਼ੀਡੈਂਟ ਰਹਿਣ ਦਿਓ। ਜਿਹੜਾ ਮੁਸ਼ਰਫ ਇੱਥੇ ਆਇਆ ਸੀ, ਅਸੀਂ ਉਹਨੂੰ ਮਿਲੇ ਸਨ, ਮੈਨੂੰ ਡਾਇਰੈਕਟ ਸਵਾਲ ਲਿਖ ਦਿੱਤਾ ਸੀ। ਮੈਂ ਕਿਹਾ ਸਰ ਆਪकी सबसे बड़ी गलती क्या है? वुड यू थिंक कि ਤੁਸੀਂ अपने ज़माने वो थोड़ा सोच 2 मिनट की 20 सेकंड उन्होंने सोचा तो क्या कि यार
ये इनको NRO नहीं देना चाहिए था। NRO की है, NRO उन्हें किया सी कि नेशनल रिकनसिलिएशन ऑर्डर कि इन द लार्जर इंटरेस्ट नैशनल इंटरेस्ट मैं इन्हों माफ कर रहा। वो इन्होंने उन्हें जरा माफ किया है ना, तो हुण इमरान खान दे नाल जरा नहीं बैठ रहे सन, वो इमरान खान ये कहता सी मैं इन्हों NRO नहीं दूंगा, मैं इन्हें वो नैशनल रिकनसिलिएशन ऑर्डर के तुहानू माफी मैं नहीं देनी, और वो डटिया हले तक। तो उन्होंने इनू कढवाया विचों हुकूमत तो कढ़ के, ते हुण जिस तरीके नाल ए लोगों ने नैब दे कानून चेंज किए ने, तो दैट इज व्हाट हैज हैपेंड। वी हैव बिकम अ लाफिंग स्टॉक जी, कि तुसी देखो पाकिस्तान दा बेड़ा गर्क क्यों हो रहा है। दैट्स द मेन रीजन जी। करप्शन के बारे दे विच डिटेल च तुसी सानू नैब दे बारे हुसैन साहब दस्सिया। एक चीज़ जिहड़ी भावें आपां कोई इकनॉमिक दे एक्सपर्ट नहीं हाँ, फिर भी मैं तुहाडे तो जानना चाहूँगा कि इन्ना ज़्यादा कर्जा, इहदे विच एक जिहड़ी टर्मिनोलॉजी है चाइनाज डेट ट्रैप, कि चाइना ने साडे जिहड़े उस खिते दे छोटे मुल्क ने सारिਆਂ ਨੂੰ कर्जा दिता, फसाया। हुण रीसेंटली फिर असीं पाकिस्तान दे मूंह वल देखिया, उन्होंने पहला सानू थोड़े दिन पहला भी एक लोन दिता है। नाउ दे हैव सेड कि असीं 1.3 बिलियन लगभग 130 करोड़ डॉलर होर ਉਹਦਾ शब्द ਇਹ ਵਰਤਦੇ ਨੇ कि रोल ओवर ਜਿਹੜੀ ਇੱਕ ਅਮਾਉਂਟ ਆ ਉਹਨਾਂ ਨੇ ਕੀਤੀ ਹੈ। ਤੁਹਾਨੂੰ ਕੀ ਲੱਗਦਾ ਕਿ ਚਾਈਨਾ ਦੇ ਜਿਹੜੇ ਇੰਟਰਸਟਸ ਨੇ ਉਸ ਤੋਂ ਫਿਰ ਦੁਬਾਰਾ ਕਰਜ਼ਾ ਲੈਣਾ, ਤੇ ਉਹੀ ਕਰਜ਼ਾ ਉਹਨਾਂ ਨੇ ਜਿਹੜੀ ਸਭ ਤੋਂ ਆਬਜੈਕਸ਼ਨੇਬਲ ਚੀਜ਼ ਮੇਰੀ ਨਜ਼ਰ ਦੇ ਵਿੱਚ ਹੈਗੀ ਕਿ ਉਹਨਾਂ ਨੇ ਦੁਬਾਰਾ ਉਹ ਪੈਸੇ ਆਪੇ ਵਾਪਸ ਲੈ ਲਏ ਨੇ। ਜਿਹੜੀਆਂ ਬਿਜਲੀ ਦੀਆਂ ਜਿਹੜੀਆਂ ਕੰਪਨੀਆਂ ਸੀ ਉਹਨਾਂ ਦੀ ਰੀਪੇਮੈਂਟ ਪਈ ਸੀ, ਉਹੀ ਪਾਕਿਸਤਾਨ ਤੋਂ ਦੁਬਾਰਾ ਕਰਵਾ ਕੇ ਆਪੇ ਹੀ ਪੈਸੇ ਦੇ ਕੇ ਆਪੇ ਹੀ ਵਾਪਸ ਲੈ ਲਏ ਨੇ। ਇਹ ਟਰੈਪ ਦੇ ਵਿੱਚ ਲਗਾਤਾਰ ਪਾਕਿਸਤਾਨ ਫਸਦਾ ਜਾ ਰਿਹਾ। ਉਧਰੋਂ ਜਿਹੜੀ ਡੀਲ ਹੈ ਉਹ IMF ਦੇ ਨਾਲ ਵੀ ਸਿਰੇ ਨਹੀਂ ਚੜ ਰਹੀ। ਜੇ ਉਹਦੀਆਂ ਕੰਡੀਸ਼ਨਸ ਮੰਨਦੇ ਨੇ ਤੇ ਲੋਕਾਂ ਦੇ ਜਿਹੜੇ ਹਾਲਾਤ ਨੇ ਹੋਰ ਜ਼ਿਆਦਾ ਟਾਈਟ ਹੋ ਜਾਣੇ ਨੇ। ਕੀ ਸੋਚਦੇ ਹੋ ਕਿ ਇਹ ਅੰਤਰਰਾਸ਼ਟਰੀ ਜਿਹੜੀ ਪੋਲਿਟਿਕਸ ਹੈ ਉਹ ਵੀ ਪਾਕਿਸਤਾਨ ਦੇ ਹਾਲਾਤਾਂ ਦੇ ਲਈ ਜ਼ਿੰਮੇਵਾਰ ਹੈ? देखो जी, जिथे तक पाकिस्तान ते चाइना दे रिलेशनस दा ते डेट ट्रैप जिहड़ा तुसी इंडिकेट कीता होवे, पाकिस्तान सारे मुल्कां दा जिहड़ा ना एक नैशनल इंटरस्ट हुंदा वे हर कंट्री दा। चाइना दा अपना नैशनल इंटरस्ट है, पाकिस्तान दा अपना नैशनल इंटरस्ट है, अमेरिका दा अपना नैशनल इंटरस्ट है, इंडिया दा अपना नैशनल इंटरस्ट है। इंडिया दे विच डेमोक्रेसी फ्लरिश कीती है जी, फौज विच नहीं आ सकी। करप्शन है वे उत्थे भी, साडे वर्गे लोग ने वो भी, ऐसा नहीं है। बल्कि मैं तो यह कहना कि असी लोगों ने आके इन्हां गोरियां नूं खराब कर दिता है छोटा मोटा जिहड़ा हुंदा। बट हैविंग सैड दैट, इंडिया दे विच जिहड़ी सारियां तो वड्डी चीज़ रही है वो रही है कि उन्हां दी फौज दा जिहड़ा इंटरफेरेंस नहीं रहा। सो पॉलिटिशियन जिहड़ा स्ट्रोंग होया जी, पॉलिटिशियन स्ट्रोंग होया, उस दे नाल इंस्टीट्यूशन स्ट्रोंग होए ने। थोड़ा जुडिशरी सिस्टम बेशक उत्थे भी काफी फ्लॉज होने ने, पर पाकिस्तान के मुकाबले मच बेटर है थोड़ा जुडिशरी सिस्टम। ते पाकिस्तान दे भी जिहड़ी तबाही हुई है वो इन्हां चीज़ां नाल, इन्हां लीडरां ने जिहड़े उत्ते सन, जिहड़े कर्जे लैंदे सन, ते कर्जां दे विच चक्कर की हुंदा सी, कर्जे विच जिहड़े करप्शन किस तरह हुंदी सी। इन्हां ने करप्शन हुण ओह कहंदे जी कि आके मैं तुहानूं इह कर्जा देना वा ते 1% ਦੇ ਉੱਤੇ ਤੁਹਾਨੂੰ ਅਸੀਂ ਕਰਜ਼ਾ ਦੇਣੀ ਆ। ਫॉर एग्जांपल ਜੀ ਇਹ ਕਹਿੰਦੇ ਨੇ ਇੰਜ ਕਰੋ, ਕਰਜ਼ਾ ਤੁਸੀਂ ਸਾਨੂੰ ਦਿਓ 2% ਦੇ ਉੱਤੇ, ਲੇਕਿਨ ਸਾਨੂੰ 0.5% ਜਿਹੜਾ ਉਹ ਮੈਨੂੰ ਅਪਫਰੰਟ ਦੇ ਦਿਓ ਤੇ ਮੈਂ ਤੁਹਾਡੇ ਨਾਲ ਡੀਲ ਸਾਈਨ ਕਰ ਲੈਂਦਾ। ਗਵਰਨਮੈਂਟ ਵਿੱਚ ਕਰਪਸ਼ਨ ਇਸ ਤਰ੍ਹਾਂ ਹੁੰਦੀ ਹੈ ਨਾ ਜੀ। ਮੈਂ ਤੁਹਾਡੇ ਕੋਲ ਆਇਆ ਵਾਂ ਕਰਜ਼ਾ ਦੇਣ ਵਾਸਤੇ 100 ਮਿਲੀਅਨ ਦਾ, ਤੇ ਮੈਂ ਕਹਿੰਦਾ ਤੁਹਾਡੇ 100 ਮਿਲੀਅਨ ਦੇ ਉੱਤੇ ਮੈਂ ਤੁਹਾਨੂੰ 1% ਇੰਟਰਸਟ ਲਵਾਂਗਾ ਜੀ। ਤੁਸੀਂ ਕਹਿੰਦੇ ਨਹੀਂ ਯਾਰ ਕੀ ਪਾਗਲ ਹੋ ਗਿਆ, ਚੱਲਾ ਹੋ ਗਿਆ, 1% ਕਿਉਂ, ਤੂੰ 2% ਲਾਇਆ ਇੰਟਰਸਟ, ਪਰ ਮੈਨੂੰ ਉਸ ਦੇ ਵਿੱਚੋਂ 0.50% ਜਾਂ 0.25% ਉਹ ਮੈਨੂੰ ਦੇ ਤੇ ਤੁਸੀਂ ਬਾਕੀ 1.75% ਆਪਣੇ ਕੋਲ ਰੱਖੋ ਜੀ। ਉਹ ਇਸ ਤਰ੍ਹਾਂ ਕਰਕੇ ਜਿਹੜੇ ਨੇ ਲੀਡਰਸ ਜਿਹੜੇ ਨੇ ਵਿੱਚ ਜਿਹੜੇ ਇਨਵੋਲਵ ਹੁੰਦੇ ਨੇ, ਜਿਨ੍ਹਾਂ ਨੇ ਇਹ ਸਾਈਨ ਕਰਦੇ ਨੇ, ਜਿਹੜੇ ਸਾਰੀ ਜਿਹੜੇ ਆਪਸ ਦੇ ਮੁਆਹਦੇ ਹੁੰਦੇ ਨੇ, ਤੇ ਉਸ ਦੇ ਵਿੱਚ ਇਹ ਪੈਸੇ ਕਮਾ ਜਾਂਦੇ ਨੇ ਇਸ ਤਰ੍ਹਾਂ। ਚਾਈਨਾ ਦਾ ਜਿਹੜਾ ਸਾਰਿਆਂ ਤੋਂ ਇੰਪੋਰਟੈਂਟ ਚੀਜ਼ ਹੈ ਜੀ, ਚਾਈਨਾ ਦੇ ਵਾਸਤੇ ਚਾਈਨਾ ਹੈ ਕੀ, ਚਾਈਨਾ ਇਜ਼ ਅ ਬਿਗ ਇਕਨੋਮਿਕਲ ਜਾਇੰਟ, ਬਹੁਤ ਵੱਡੀ ਇਕਨੋਮਿਕਲ ਫੋਰਸ ਹੈ ਜੀ। ਜਿਹੜੀ ਸਾਰੀ ਦੁਨੀਆ 'ਚ ਇਕਨੋਮਿਕਲ ਫੋਰਸ ਕਿਸ ਤਰ੍ਹਾਂ ਬਣੀ ਦੀ ਹੈ, ਟ੍ਰੇਡ ਤੋਂ। ਉਹ ਹਰ ਚੀਜ਼ ਬਣਾਉਂਦੇ ਨੇ, ਸਾਰੀ ਦੁਨੀਆ ਦੇ ਵਿੱਚ ਉਹਨਾਂ ਦੀ ਚੀਜ਼ ਫੈਲੀ ਦੀ ਹੈ ਜੀ। ਉਹਨਾਂ ਦਾ ਸਾਰੇ ਸਮਾਨ ਜਿਹੜਾ ਜਾਂਦਾ ਹੈ, ਜਿਸ ਤਰ੍ਹਾਂ ਹਵਾਈ ਰੂਟ ਨੇ, ਜਿਹੜੇ
ਜਿਹੜੇ ਬਹਿਰੀ ਰੂਟ ਨੇ, ਜਿਹੜੇ ਜ਼ਮੀਨ ਦੇ ਰੂਟ ਨੇ, ਉਹ ਲੰਬੇ ਲੰਬੇ ਹੋ ਕੇ ਤੇ ਫਿਰ ਪਹੁੰਚਦੇ ਨੇ, ਕਦੀ ਮਿਡਲ ਈਸਟ ਪਹੁੰਚਦੇ ਨੇ, ਫਿਰ ਯੂਰਪ ਚ ਆਉਂਦੇ ਨੇ, ਫਿਰ ਨਾਰਥ ਅਮਰੀਕਾ ਚ ਆਉਂਦੇ ਨੇ, ਉਧਰ ਰਸ਼ੀਆ ਮਸ਼ੀਆ ਹਰ ਪਾਸੇ ਜਾ ਰਿਹਾ ਜੀ। ਜਿਹੜਾ ਪਾਕਿਸਤਾਨ ਦੇ ਵਿੱਚ ਇੱਕ ਉਹਨਾਂ ਨੇ ਬਣਾਇਆ ਦਵੇ ਨਾ ਸੀ ਪੈਕ ਜੀ, ਜਿਹਨੂੰ ਕਹਿੰਦੇ ਨੇ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ, ਉਹ ਇੱਕ ਐਸਾ ਸ਼ਾਰਟੈਸਟ ਰੂਟ ਬਣਾਇਆ ਉਹਨਾਂ ਨੇ ਜੀ, ਜਿਹੜਾ ਚਾਈਨਾ ਤੋਂ ਲੈ ਕੇ ਤੇ ਗਵਾਦਰ ਤੇ ਆ ਕੇ ਇਹਨਾਂ ਨੇ ਉਹ ਬਣਾ ਦਿੱਤੀ ਹੈ ਪੋਰਟ। ਹਾਂਜੀ। ਔਰ ਗਵਾਦਰ ਜਿਹੜਾ ਵੇ ਉਹ ਦੁਨੀਆ ਦੇ ਵਿੱਚ ਸ਼ਾਇਦ ਵਾਹਿਦ ਐਸੀ ਪੋਰਟ ਹੈ ਕਿ ਜਿੱਥੇ ਉਸ ਦੇ ਉੱਤੇ ਜਿਹੜੀ ਡੈਪਥ ਹੈ ਨਾ ਪਾਣੀ ਦੀ, ਉਹ ਇਤਨੀ ਜ਼ਿਆਦਾ ਹੈ ਕਿ ਉੱਥੇ ਆ ਕੇ ਵੱਡੇ ਜਹਾਜ਼ ਜਿਹੜੇ ਨੇ ਉਹ ਖੜੇ ਹੋ ਸਕਦੇ ਨੇ। ਬਿਲਕੁਲ। ਸੋ ਇਟ ਇਜ਼ ਬੈਟਰ ਦੈਨ ਦੁਬਈ ਔਰ ਐਨੀ ਅਦਰ ਪੋਰਟ। ਤੇ ਉਹ ਉੱਥੇ ਉਹਨਾਂ ਨੇ ਪੋਰਟ ਛੋਟ ਬਣਾ ਦਿੱਤੀ ਹੈ ਚਾਈਨਾ ਨੇ ਪਾਕਿਸਤਾਨ ਦੇ ਨਾਲ ਮਿਲ ਕੇ। ਇਸ ਵਾਸਤੇ ਨਹੀਂ ਕਿ ਚਾਈਨਾ ਨੂੰ ਕੋਈ ਪਾਕਿਸਤਾਨ ਨਾਲ ਹਮਦਰਦੀ ਹੈ, ਇਸ ਵਾਸਤੇ ਕਿ ਚਾਈਨਾ ਦਾ ਆਪਣਾ ਇੰਟਰਸਟ ਹੈ, ਉਹਨਾਂ ਨੇ ਆਪਣਾ ਉਹ ਬਣਾਇਆ। ਬਟ ਐਟ ਦ ਸੇਮ ਟਾਈਮ ਇਹ ਪਾਕਿਸਤਾਨ ਨੇ ਵੀ ਐਸਾ ਨਹੀਂ ਬਣਾਇਆ ਕਿ ਪਾਕਿਸਤਾਨ ਨੂੰ ਕੋਈ ਚਾਈਨਾ ਨਾਲ ਬੜਾ ਪਿਆਰ ਹੈ ਜੀ। ਪਾਕਿਸਤਾਨ ਦਾ ਵੀ ਆਪਣਾ ਇਕਨੋਮਿਕ ਇੰਟਰਸਟ ਹੈ। ਜਿਸਲੇ ਉਹ ਸੜਕਾਂ ਬਣਨਗੀਆਂ ਦੋਨੋਂ ਪਾਸੇ, ਜਿਸਲੇ ਸੜਕ ਗੁਜ਼ਰਦੀ ਹੈ ਵਿੱਚੋਂ ਦੀ, ਤੇ ਕੀ ਹੁੰਦਾ, ਪ੍ਰੋਗਰੈਸ ਆਉਂਦੀ ਹੈ, ਇੰਡਸਟਰੀ ਲੱਗਦੀ ਹੈ, ਹੋਟਲ ਬਣਦੇ ਨੇ, ਉਹ ਬਿਜ਼ਨਸ ਹੁੰਦਾ ਵੇ। ਉਹ ਜ਼ਮੀਨਾਂ ਜਿਹੜੀਆਂ ਅੱਗੇ ਪਿੱਛੇ ਪਈ ਹੁੰਦੀ, ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ, ਉਹਨਾਂ ਦੀ ਕੀਮਤਾਂ ਵੱਧਦੀ ਹੈ, ਰੀਅਲ ਸਟੇਟ ਬਣਦੀ ਹੈ। ਤੇ ਇਹ ਬੇਸਿਕਲੀ ਇੱਕ ਬਿਜ਼ਨਸ ਐਕਟੀਵਿਟੀ ਜਿਹੜੀ ਹੈ ਉਹ ਕ੍ਰੀਏਟ ਹੁੰਦੀ ਹੈ ਇਹਨਾਂ ਕੰਮਾਂ ਨਾਲ। ਔਰ ਸੀਪੈਕ ਇਜ਼ ਅ ਵੈਰੀ ਬਿਗ ਪ੍ਰੋਜੈਕਟ ਜਿਹੜਾ ਚਾਈਨਾ ਦਾ ਔਰ ਅਮਰੀਕਾ ਜਿਹੜਾ ਹੈ, ਅਮਰੀਕਾ ਨੂੰ ਚਾਈਨਾ ਨੂੰ ਕੰਟਰੋਲ ਕਰਨਾ ਚਾਹੁੰਦਾ ਹੈ। ਇਹ ਹੁਣ ਅਸੀਂ ਰੀਜਨਲੀ ਪਾਲਿਸੀ ਤੋਂ ਨਿਕਲ ਕੇ ਅਸੀਂ ਇੰਟਰਨੈਸ਼ਨਲ ਪਾਲਿਸੀ ਚ ਆ ਗਏ। ਬਿਲਕੁਲ। ਜਿੱਥੇ ਅਮਰੀਕਾ ਦੇਖ ਰਿਹਾ ਕਿ ਚਾਈਨਾ ਨੂੰ ਕਿਸ ਤਰ੍ਹਾਂ ਫਸਾਇਆ ਜਾਏ, ਨਾਲ ਹੀ ਇੰਡੀਆ ਦਾ ਤੇ ਚਾਈਨਾ ਦਾ ਇੱਕ ਨੈਚੁਰਲ ਝਗੜਾ ਵੇ। ਬਿਲਕੁਲ। ਇਹ ਸੀ ਹੁਣ ਪਿਛਲੇ ਦਿਨਾਂ ਦੇਖਿਆ ਵੇ ਆਪਣਾ ਉਹ ਕਿਹੜਾ ਇਲਾਕਾ ਸੀ ਜੀ, ਗਲਵਾਨ ਵੈਲੀ, ਲੱਦਾਖ ਦੇ ਵਿੱਚ ਜਿਹੜਾ ਸੀ ਜੀ, ਕਾਫੀ ਸੀਰੀਅਸ ਹੋਵੇ। ਇਹ ਇੰਡੀਆ ਵਾਸਤੇ ਵੀ ਬੜਾ, ਚਾਈਨਾ ਜਿਹੜਾ ਵੇ ਕੋਈ ਚੰਗੀ ਉਹ ਚੀਜ਼ ਨਹੀਂ ਹੈ। ਚਾਈਨਾ ਅਗਰ ਇਧਰੋਂ ਦੀ ਆ ਗਿਆ ਤੇ ਚਾਈਨਾ ਨੇ ਈਰਾਨ, ਤੁਰਕੀ, ਅਫਗਾਨਿਸਤਾਨ ਤੇ ਨਾਲ ਹੀ ਅਫਗਾਨਿਸਤਾਨ ਦੇ ਥਰੂ ਇਹਨਾਂ ਨੇ ਚਲੇ ਜਾਣਾ ਪਿੱਛੇ ਜਿਹੜੀ ਸਾਫਟ ਵੈਲੀ ਆਫ ਰਸ਼ੀਆ, ਜਿਹੜੀ ਬਾਲਕਨ ਸਟੇਟਸ, ਤਾਸ਼ਕੰਦ, ਉਜ਼ਬੇਕਿਸਤਾਨ ਤੇ ਤੁਰਕਮਨਿਸਤਾਨ ਤੇ ਉਹ ਸਾਰੇ ਪਾਸੇ ਇਹਨਾਂ ਦਾ ਬਿਜ਼ਨਸ ਬੜਾ ਤੇਜ਼ੀ ਨਾਲ ਜਾਏਗਾ। ਉਹ ਪਾਸੇ ਸਾਊਥ ਸੀ ਦੇ ਵਿੱਚ, ਸਾਊਥ ਇੰਡੀਅਨ ਸੀ ਦੇ ਵਿੱਚ, ਸਾਊਥ ਚਾਈਨਾ ਸੀ ਦੇ ਵਿੱਚ ਤੁਹਾਨੂੰ ਪਤਾ ਹੈ ਕਿੰਨਾ ਬੜਾ ਕੁਆਡ ਬਣੀ ਦੀ ਹੈ ਇੱਕ, ਜਿਹੜੀ ਜਿਸ ਦੇ ਵਿੱਚ ਇੰਡੀਆ ਵੇ, ਆਸਟ੍ਰੇਲੀਆ ਵੇ, ਜਾਪਾਨ ਹੈ ਤੇ ਅਮਰੀਕਾ ਬਣ ਕੇ ਜੀ, ਇਹ ਸਾਰੇ ਪਾਸਿਓਂ ਉਹ ਵੀ ਘੇਰਾ ਪਾ ਰਹੇ ਨੇ ਚਾਈਨਾ ਨੂੰ ਕੰਟਰੋਲ ਕਰਨ ਵਾਸਤੇ। ਤੇ ਚਾਈਨਾ ਦਾ ਸੀ ਪੈਕ ਜਿਹੜਾ ਰੂਟ ਹੈ ਪਾਕਿਸਤਾਨ ਦੇ ਥਰੂ, ਉਹ ਬੜਾ ਚਾਈਨਾ ਨੂੰ ਫੇਵਰ ਕਰਦਾ ਹੈ ਜੀ, ਤੇ ਪਾਕਿਸਤਾਨ ਨੂੰ ਵੀ ਫੇਵਰ ਕਰਦਾ ਹੈ। ਤੇ ਇਹ ਜਿਹੜਾ ਡੈਟ ਟ੍ਰੈਪ ਦੀ ਜਿਹੜੀ ਗੱਲ ਹੈ ਉਹ ਤੁਸੀਂ ਸਹੀ ਕਹਿ ਰਹੇ ਹੋ ਉਸ ਦੇ ਵਿੱਚ, ਲੇਕਿਨ ਪਾਕਿਸਤਾਨ ਦੇ ਕੋਲ ਹੁਣ ਇਸ ਤਰ੍ਹਾਂ ਫਸ ਗਿਆ ਨਾ ਕਿ ਇਹਨਾਂ ਦੇ ਕੋਲ ਹੋਰ ਕੋਈ ਆਪਸ਼ਨ ਨਹੀਂ ਹੈ। IMF ਜਿਹੜੀ ਹੈ ਹੁਣ, ਜਾਂ ਤੇ IMF ਕੋਲ ਕਰਜ਼ਾ ਹੀ ਲੈ ਕੇ ਚੱਲਣਗੇ ਨਾ ਜੀ, ਜਿਸ ਲਈ ਤੁਸੀਂ ਸਾਰਾ ਪੈਸਾ ਖਾ ਗਏ ਹੋ। ਇੱਕ ਘਰ ਦੀ ਮਿਸਾਲ ਲੈ ਲਓ, ਨੌਕਰੀ ਕੋਈ ਨਹੀਂ ਹੈ, ਪੈਸਾ ਕੋਈ ਨਹੀਂ ਹੈ, ਕੁਝ ਨਹੀਂ ਹੈ, ਕਿਸ ਤਰ੍ਹਾਂ ਸਰਵਾਈਵ ਕਰੋਗੇ? ਕਰਜ਼ਾ ਲਓਗੇ ਜੀ। ਕਰਜ਼ਾ ਸ਼ੁਰੂ ਚ ਤੇ ਜਾਣਨ ਜੁਣਨ ਵਾਲੇ ਲੈ ਲੈਣਗੇ, ਤੇ ਪਰ ਜੇ ਤੁਸੀਂ ਸਾਰੀ ਦੁਨੀਆ ਕੋਲੋਂ ਕਰਜ਼ਾ ਲਿਆ ਜਾਵੇ ਤੇ ਫਿਰ ਤੁਹਾਨੂੰ ਕੌਣ ਕਰਜ਼ਾ ਦੇਗਾ? ਤੇ ਜਿਹੜਾ ਕਰਜ਼ਾ ਦੇਣਗੇ ਉਹ ਨੈਚੁਰਲੀ ਆਪਣੇ ਕੋਈ ਇੰਟਰਸਟ ਵਾਚ ਕਰਨਗੇ ਜੀ। ਤੇ ਚਾਈਨਾ ਜਿਹੜਾ ਆਪਣਾ ਇੰਟਰਸਟ ਵਾਚ ਕਰ ਰਿਹਾ, ਉਹਨਾਂ ਨੂੰ ਪਤਾ ਹੈ ਇਸ ਦੇ ਥਰੂ ਚਾਈਨਾ ਨੂੰ ਕਿਤਨੀ ਟ੍ਰੇਡ ਦੀ ਫੈਸਿਲਿਟੀ ਹੈ, ਕਿਤਨੀ ਵੱਡੀ ਜੀ, ਕਿਤਨਾ ਫਾਇਦਾ ਹੋ ਸਕਦਾ ਜੀ। ਤੁਸੀਂ ਬਿਲਕੁਲ ਸਹੀ ਇੰਡੀਕੇਟ ਕੀਤਾ ਹੁਸੈਨ ਸਾਹਿਬ। ਜਿਹੜੇ ਪੁਰਾਣੇ ਸਾਥੀ ਸੀਗੇ ਉਹਨਾਂ ਕੋਲੇ ਵੀ ਜਾ ਕੇ ਪਾਕਿਸਤਾਨ ਨੇ ਵੇਖ ਲਿਆ, ਅਰਬ ਕੰਟਰੀਜ਼ ਦੇ ਕੋਲੇ ਵੀ ਹੁਣ ਵੀ ਪਿਛਲੇ ਦਿਨੀ ਫੇਰ ਗਏ ਨੇ, ਪਰ ਉਹ ਵੀ ਜਦੋਂ ਕਿਤੋਂ ਪੈਸਾ ਵਾਪਸ ਨਹੀਂ ਆ ਰਿਹਾ, ਉਹਨਾਂ ਨੂੰ ਕੋਈ ਹੋਪ, ਕੋਈ ਉਮੀਦ ਨਜ਼ਰ ਨਹੀਂ ਆਉਂਦੀ, ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਵੀ ਬਾਂਹ ਫੜਨਗੇ। ਬਿਲਕੁਲ ਸਹੀ ਕਹਿ ਰਹੇ ਹੋ, ਕਿਉਂਕਿ ਸਾਰਿਆਂ ਤੋਂ ਵੱਡੀ ਚੀਜ਼ ਜਿਹੜੀ ਹੈ ਨਾ, ਉਹ ਹੁਣ ਇਹ ਗੱਲਾਂ ਛੁਪੀ ਨਹੀਂ ਰਹੀਆਂ ਨੇ। ਨਵਾਜ਼ ਸ਼ਰੀਫ ਸਾਹਿਬ ਹੋਏ ਤੇ ਆਸਿਫ ਜ਼ਰਦਾਰੀ ਸਾਹਿਬ ਹੋਏ, ਇਹਨਾਂ ਨੂੰ ਹੁਣ ਦੁਨੀਆ ਦੇ ਵਿੱਚ ਹਰ ਬੰਦਾ ਜਾਣਦਾ ਹੈ। ਉਹ ਸਾਰੇ ਜਾਣਦੇ ਨੇ ਕਿ ਇਹਨਾਂ ਦੀ ਅਸਲ ਪਛਾਣ ਜਿਹੜੀ ਉਹ ਚੋਰ ਹੈ ਜੀ। ਤੇ ਜਿਸ ਲਈ ਉਹਨਾਂ ਨੂੰ ਪਤਾ ਹੈ ਕਿ ਇਹ ਗਵਰਨਮੈਂਟ ਹੀ ਚੋਰਾਂ ਦੀ ਬੈਠੀ ਹੈ, ਇਹਨਾਂ ਨੇ ਸਾਨੂੰ ਪੈਸੇ ਪਤਾ ਨਹੀਂ ਦਿੰਦੇ ਨੇ ਕਿ ਨਹੀਂ ਦਿੰਦੇ ਨੇ ਜੀ, ਜਾਂ ਪੈਸੇ ਖਾ ਜਾਣਗੇ ਜਿਸ ਚੀਜ਼ ਤੇ ਕਹਿ ਕੇ, ਹੁਣ ਤੇ ਇਹ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੈ ਜੀ। ਸੋ ਇਟ ਇਜ਼ ਬਿਕਾਜ਼ ਆਫ ਦੈਟ ਪੋਲੀਟੀਕਲ ਮਿਸਟਰਸਟ ਇਨ ਦੈਟ ਲੀਡਰਸ਼ਿਪ ਆਫ ਪਾਕਿਸਤਾਨ ਕਿ ਉਹ ਪੈਸਾ ਮਿਲਣ ਦੇ ਵਿੱਚ, ਨਹੀਂ ਤਾਂ ਤੁਸੀਂ ਇਹ ਸਾਊਦੀ ਅਰਬ ਤੋਂ ਲੈ ਆਉਂਦੇ ਸੋ, UAE ਤੋਂ ਲੈ ਆਉਂਦੇ ਸੋ, ਕੋਈ ਟਰਕੀ ਤੋਂ ਚੁੱਕ ਲਿਆ, ਸਾਰੀਆਂ ਉਹ ਸਾਰੇ ਲੋਕ ਹੁਣ ਸਮਝ ਗਏ ਨੇ ਤੇ ਉਹਨਾਂ ਨੇ ਹੱਥ ਰੋਕ ਲਿਆ ਵੇ।
ਤੇ ਇਸ ਦੇ ਵਿੱਚ ਕਿਉਂਕਿ ਇਟ ਬਿਕਮਸ ਵੈਰੀ ਬਾਇਸਡ। ਮੈਨੂੰ ਲੋਕ ਕਹਿੰਦੇ ਨੇ ਕਿ ਤੂੰ ਇਮਰਾਨ ਖਾਨ ਦਾ ਹੀ ਗੱਲਾਂ ਕਰਦਾ ਵੇਂ, ਤੂੰ ਐਨਾਲਿਸਟ ਹੈ, ਤੈਨੂੰ ਨਿਊਟਰਲ ਗੱਲ। ਹਾਊ ਕੈਨ ਆਈ ਟਾਕ ਨਿਊਟਰਲ ਜਿਸ ਲਈ ਮੈਨੂੰ ਪਤਾ ਹੈ ਕਿ ਸੱਚ ਦੀ ਗੱਲ ਕਿਹੜੀ ਹੈ। ਆਈ ਮੀਨ ਐਂਡ ਐਵਰੀਬਡੀ ਹੈਜ਼ ਹਿਜ਼ ਓਨ ਓਪੀਨੀਅਨ। ਮੈਨੂੰ ਜਾਂ ਤਾਂ ਕੋਈ ਕਨਵਿੰਸ ਕਰ ਦੇਵੇ, ਦੱਸ ਦੇਵੇ ਕਿ ਕਿਸੇ ਹੋਰ ਦੇ ਕੋਲ ਕੋਈ ਅੱਛਾ ਇਹ ਉਸ ਦਾ ਸੋਲੂਸ਼ਨ ਹੈ, ਜਾਂ ਦੁਨੀਆ ਦੇ ਵਿੱਚ ਇੰਟਰਨੈਸ਼ਨਲੀ ਤੁਹਾਨੂੰ ਕੋਈ ਨਹੀਂ ਪਛਾਣੇਗਾ। ਨੋਬਡੀ ਇਜ਼ ਗੋਇੰਗ ਟੂ ਟਰਸਟ ਯੂ ਐਕਸੈਪਟ ਫॉर ਇਮਰਾਨ ਖਾਨ, ਐਂਡ ਇਮਰਾਨ ਖਾਨ ਇਜ਼ ਦਾ ਓਨਲੀ ਹੋਪ। ਇਹ ਫੌਜ ਨੂੰ ਵੀ ਸਮਝ ਆਣੀ ਚਾਹੀਦੀ। ਮੈਂ ਪੁਰਾਣਾ ਫੌਜੀ ਹਾਂ ਆਪ, ਮੈਨੂੰ ਬੜੀ ਤਕਲੀਫ ਹੁੰਦੀ ਹੈ ਇਸ ਗੱਲ ਕਰਨ ਦੀ, ਲੇਕਿਨ ਮੈਂ ਬਹੁਤ ਸ਼ਰਮਿੰਦਾ ਹਾਂ ਔਰ ਮੈਨੂੰ ਬਹੁਤ ਦੁੱਖ ਹੈ, ਬੜਾ ਦਰਦ ਹੈ। ਮੈਂ ਉਹ ਯੂਨੀਫਾਰਮ 16 ਸਾਲ ਪਾਇਆ ਹੈ। ਸਾਡੇ ਦਿਲ ਦੇ ਵਿੱਚ ਉਹ ਹੈ, ਸਾਡੀ ਮੁਹੱਬਤ ਹੈ, ਸਾਨੂੰ ਪਤਾ ਹੈ ਅਸੀਂ ਕਿਸ ਤਰੀਕੇ ਨਾਲ ਜ਼ਿੰਦਗੀ ਗੁਜ਼ਾਰੀ, ਕੈਸੇ ਲੋਕ ਸਨ ਔਰ ਕਿਸ ਕਿਸਮ ਦੇ ਲੋਕ ਹੁਣ ਆ ਗਏ ਨੇ, ਤੇ ਸਾਨੂੰ ਬੜਾ ਦਰਦ ਹੈ ਇਸ ਚੀਜ਼ ਦਾ। ਆਈ ਡੋਂਟ ਥਿੰਕ ਕਿ ਇਮਰਾਨ ਖਾਨ ਦੇ ਇਲਾਵਾ ਪਾਕਿਸਤਾਨ ਨੂੰ ਅਗਰ ਤੁਸੀਂ ਚੰਗਾ ਕਰਨਾ ਹੈ, ਚੁੱਕਣਾ ਹੈ, ਪਾਕਿਸਤਾਨ ਦੇ ਵਾਸਤੇ ਕੋਈ ਅੱਛਾ ਕਰਨਾ ਹੈ, ਤੇ ਪਾਕਿਸਤਾਨ ਦੇ ਵਿੱਚ ਜਿਹੜੇ ਬੈਠੇ ਦੇ ਨੇ ਚੋਰ, ਇਹਨਾਂ ਕੋਲੋਂ ਜਾਨ ਛੁਡਾਉਣੀ ਸਾਰਿਆਂ ਤੋਂ ਇੰਪੋਰਟੈਂਟ ਹੈ। ਨਾਟ ਓਨਲੀ ਕਿ ਇਹਨਾਂ ਕੋਲੋਂ ਜਾਨ ਛੁਡਾਓ, ਬਲਕਿ ਟਾਈਮ ਇਸ ਕੰਮ ਕਿ ਇਹਨਾਂ ਨੂੰ ਸਜ਼ਾਵਾਂ ਮਿਲਣੀ ਚਾਹੀਦੀਆਂ ਨੇ, ਤਾਂ ਕਿ ਪਤਾ ਲੱਗੇ ਆਇੰਦਾ ਕੋਈ ਇਸ ਕਿਸਮ ਦਾ ਕੰਮ ਨਾ ਕਰ ਸਕੇ ਪਾਕਿਸਤਾਨ ਦੇ ਨਾਲ। ਮੈਨੂੰ ਸੱਚੀ ਹੁਸੈਨ ਸਾਹਿਬ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਕਿਹੜੀ ਗੱਲ ਨੂੰ ਕਿੱਥੋਂ ਫੜਾਂ ਤੇ ਕਿੱਥੋਂ ਛੱਡਾਂ। ਕਰਪਸ਼ਨ ਵੀ ਉਹਦੇ ਨਾਲ ਜੁੜੀ ਹੋਈ ਹੈ, ਪੋਲਿਟਿਕਸ ਵੀ, ਅੰਤਰਰਾਸ਼ਟਰੀ ਮੁੱਦਾ ਵੀ, ਪ੍ਰੈਜ਼ੈਂਟ ਹਾਲਾਤ ਵੀ, ਸਾਰਾ ਕੁਝ ਮਿਕਸ ਹੋਇਆ ਪਿਆ। ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਕਿਸੇ ਵੀ ਇੱਕ ਚੀਜ਼ ਨੂੰ ਛੱਡਿਆ ਨਹੀਂ ਜਾ ਸਕਦਾ। ਫੋਰ ਐਗਜ਼ਾਮਪਲ ਜੇ ਮੈਂ ਹੁਣ ਅੱਜ ਦੇ ਹਾਲਾਤਾਂ ਦੀ ਗੱਲ ਕਰਦਾ, ਆਪਾਂ ਅਪ੍ਰੈਲ ਤੋਂ ਸ਼ੁਰੂ ਕਰਦੇ ਹਾਂ। ਅਪ੍ਰੈਲ ਦੇ ਵਿੱਚ ਸਾਰਾ ਇਹ ਡਰਾਮਾ ਸ਼ੁਰੂ ਹੋਇਆ ਜਦੋਂ ਉਹ ਆਇਆ ਕਿ ਵੋਟ ਆਫ ਨੋ ਕੌਨਫੀਡੈਂਸ, ਜਦੋਂ ਆਪੋਜੀਸ਼ਨ ਨੇ ਲਿਆਂਦਾ ਤੇ ਇਮਰਾਨ ਖਾਨ ਹੋਣਾ ਨੂੰ ਸੱਤਾ ਤੋਂ ਪਾਸੇ ਕਰ ਦਿੱਤਾ। ਹੁਣ ਜਿਹੜੀ ਕਰਪਸ਼ਨ ਦੀ ਆਪਾਂ ਗੱਲ ਕਰਕੇ ਹਟੇ ਆ, ਉਹ ਸੇਮ ਜਿਹੜੇ ਇਲਜ਼ਾਮ ਨੇ ਜਿਹੜੀ ਸੱਤਾਧਾਰੀ ਪਾਰਟੀ ਹੈ ਉਹ ਆਪੋਜੀਸ਼ਨ ਦੇ ਲੀਡਰ ਤੇ ਜਿਹੜਾ ਹਾਰ ਚੁੱਕਿਆ ਜਾਂ ਜਦੋਂ ਸੱਤਾ ਤੋਂ ਪਾਸੇ ਕੀਤਾ ਜਾ ਚੁੱਕਿਆ ਉਹਦੇ ਉੱਪਰ ਲਗਾਉਂਦੇ ਨੇ। ਉਹ ਕਹਿੰਦੇ ਨੇ ਕਿ ਜਿਹੜਾ ਉਹ ਅਕਿਊਜ਼ ਹੋ ਰਹੇ ਨੇ ਅਟੈਕਿੰਗ ਦਾ ਸਟੇਟਸ ਇੰਸਟੀਟਿਊਸ਼ਨਸ ਐਂਡ ਪ੍ਰੋਮੋਟਿੰਗ ਹੇਟਰੇਡ, ਜਿਹੜਾ ਵੈਰੀ ਰੀਸੈਂਟ ਉਹਨਾਂ ਦੀ ਐਤਵਾਰ ਨੂੰ ਗ੍ਰਿਫਤਾਰੀ ਦੀ ਗੱਲ ਘਟਨਾਕ੍ਰਮ ਹੋਇਆ, ਉਹਦੇ ਵਿੱਚ ਉਹਨਾਂ ਤੇ ਇਹ ਇਲਜ਼ਾਮ ਹੈ ਕਿ ਜੀ ਇਹ ਨਫ਼ਰਤ ਫੈਲਾ ਰਹੇ ਨੇ। ਮੀਡੀਆ ਦੇ ਕੁਝ ਹਾਊਸਿਸ ਨੂੰ ਬੰਦ ਕਰ ਦਿੱਤਾ ਗਿਆ, ਉਹਨਾਂ ਦੇ ਭਾਸ਼ਣਾਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਮੈਨੂੰ ਗ੍ਰਿਫਤਾਰੀ ਦਾ ਘਟਨਾਕ੍ਰਮ ਦੱਸੋ, ਸਭ ਤੋਂ ਪਹਿਲਾਂ ਸੰਡੇ ਨੂੰ ਹੋਇਆ ਕੀ ਸੀ? ਦੇਖੋ ਜੀ, ਇਮਰਾਨ ਖਾਨ ਦੇ ਉੱਤੇ ਇਸ ਵਕਤ ਤੱਕ ਇਹ 9 ਅਪ੍ਰੈਲ ਜਿਸਲੇ ਇਹਨਾਂ ਦੀ ਹਕੂਮਤ ਕੱਢੀ ਗਈ ਸੀ ਜੀ, ਅੱਜ ਤੋਂ ਵੀ ਤਕਰੀਬਨ 10-11 ਮਹੀਨੇ ਪਹਿਲੇ, ਵੋਟ ਆਫ ਨੋ ਕੌਨਫੀਡੈਂਸ ਦੇ ਨਾਲ ਜੇ ਉਸ ਗੱਲ ਦੇ ਉੱਤੇ ਵੀ ਗੱਲ ਕਰਾਂਗੇ ਜਿਹਨੂੰ ਉਹ ਅਮਰੀਕਨ ਇੱਕ ਸਾਈਫਰ ਦਾ ਜਿਹੜਾ ਸੀ ਤੇ ਅਮਰੀਕਨ ਸਾਜ਼ਿਸ਼ ਕਹਿੰਦੇ ਸੀ ਇਮਰਾਨ ਖਾਨ ਜੀ, ਉਹ ਕਾਫੀ, ਮੈਂ ਤਾਂ ਐਟਲੀਸਟ ਆਈ ਐਮ ਸੇਇੰਗ ਕਿ ਉਸ ਦੇ ਵਿੱਚ ਕਾਫੀ ਦੇयर ਇਜ਼ ਬੀਫ ਇਨ ਦਾ ਪਲੇਟ। ਕਾਫੀ ਉਸ ਦੇ ਵਿੱਚ ਐਸੀ ਚੀਜ਼ਾਂ ਆ ਰਹੀਆਂ ਕਿ ਤੁਸੀਂ ਰਾਈਟ ਅਵੇ ਡਿਨਾਈ ਨਹੀਂ ਕਰ ਸਕਦੇ ਜੀ। ਬਟ ਕਮਿੰਗ ਟੂ ਯੋਰ ਕੁਐਸਚਨ, ਜਿਹੜਾ ਤੁਹਾਡਾ ਸਵਾਲ ਹੈਗਾ ਕਿ ਜਿਹੜਾ ਇਮਰਾਨ ਖਾਨ ਦੇ ਉੱਤੇ ਕੇਸਿਸ ਬਣ ਰਹੇ ਨੇ ਜੀ, ਔਰ ਜਿਹੜਾ ਇਹਨਾਂ ਦੇ ਉੱਤੇ ਇਲਜ਼ਾਮ ਲਾ ਰਹੇ ਨੇ, ਇਮਰਾਨ ਖਾਨ ਦੇ ਉੱਤੇ ਤਿੰਨ ਕੇਸਿਸ ਜਿਹੜੇ ਨੇ ਉਹ ਮੇਨ ਕੇਸਿਸ ਨੇ ਜੀ। ਇੱਕ ਹੈ ਤੋਸ਼ਾਖਾਨਾ। ਬਿਲਕੁਲ, ਤੋਸ਼ਾਖਾਨਾ ਦਾ ਕੇਸ ਕੀ ਹੈ ਜੀ ਕਿ ਉਹ ਕਹਿੰਦੇ ਨੇ ਇੱਕ ਘੜੀ ਮਿਲੀ ਸੀ ਇਮਰਾਨ ਖਾਨ ਨੂੰ ਬਾਈ ਪ੍ਰਿੰਸ MBS ਜਿਹੜਾ ਮੁਹੰਮਦ ਬਿਨ ਸਲਮਾਨ ਜਿਹੜੇ ਸਾਊਦੀ ਕਰਾਊਨ ਪ੍ਰਿੰਸ ਨੇ, ਉਹਨਾਂ ਨੇ ਇੱਕ ਐਕਸਕਿਊਜ਼ ਮੀ ਘੜੀ ਦਿੱਤੀ ਸੀ ਜਿਸ ਦੇ ਵਿੱਚ ਖਾਨਾ ਕਾਬਾ ਬਣਿਆ, ਤੇ ਉਹ ਕਾਫੀ ਮਹਿੰਗੀ ਘੜੀ ਹੈ। ਨੈਚੁਰਲੀ ਹੁੰਦਾ ਇਹ ਵੇ ਕਿ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਤੋਸ਼ਾਖਾਨਾ ਹੈ ਕੀ ਦਰਅਸਲ ਜੀ। ਤੋਸ਼ਾਖਾਨਾ ਇਹ ਵੇ ਕਿ ਜਿਸਲੇ ਵੀ ਤੁਹਾਡੇ ਪਾਕਿਸਤਾਨ ਦੇ ਜਾਂ ਹੋਰ ਇੰਡੀਆ ਦੇ ਵਿੱਚ ਜਿਤਨੇ ਲੋਕਾਂ ਜਿਹੜੇ ਹਾਈ ਡੈਲੀਗੇਟਸ ਨੇ, ਜਿਹੜੇ ਮੁਲਕਾਂ ਦੇ ਲੋਕ ਜਾਂਦੇ ਨੇ ਨਾ ਦੂਜੇ ਮੁਲਕਾਂ 'ਚ, ਜਿਸਲੇ ਵਿਜ਼ਿਟ ਤੇ ਪ੍ਰੈਜ਼ੀਡੈਂਟ ਗਿਆ, ਪ੍ਰਾਈਮ ਮਿਨਿਸਟਰ ਗਿਆ, ਤੇ ਉੱਥੇ ਦਾ ਪ੍ਰਾਈਮ ਮਿਨਿਸਟਰ ਤੇ ਉੱਥੇ ਦੇ ਜਿਹੜੇ ਹੁੰਦੇ ਨੇ ਉਹ ਤੁਹਾਨੂੰ ਕੋਈ ਤੋਹਫਾ ਦਿੰਦੇ ਨੇ ਜੀ। ਉਹ ਜਿਸਲੇ ਤੋਹਫਾ ਦਿੱਤਾ ਜਾਂਦਾ ਹੈ ਤੇ ਉਹ ਬੇਸਿਕਲੀ ਹੁੰਦਾ ਤੇ ਨੈਸ਼ਨਲ ਐਸੈਟ ਹੈ, ਕਿਉਂਕਿ ਉਹ ਤੁਹਾਨੂੰ ਕੋਈ ਆਪਣੇ ਉਸ ਦੇ ਉੱਤੇ ਨਹੀਂ ਕੀਤਾ ਨਾ, ਬਿਕਾਜ਼ ਯੂ ਆਰ ਦਾ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ, ਤੁਹਾਨੂੰ ਉਹ ਤੋਹਫਾ ਮਿਲਿਆ ਤੇ ਉਹ ਤੋਹਫਾ ਲਿਆ ਕੇ ਤੁਹਾਨੂੰ ਜਮ੍ਹਾਂ ਕਰਾਉਣਾ ਹੁੰਦਾ ਹੈ। ਜਮ੍ਹਾਂ ਕਰਾਉਣ ਵਾਸਤੇ ਇੱਕ ਜਗ੍ਹਾ ਹੁੰਦੀ, ਉਹਨੂੰ ਕਹਿੰਦੇ ਨੇ ਤੋਸ਼ਾਖਾਨਾ। ਉਹ ਇੱਕ ਬੈਂਕ ਹੈ ਜਿਸ ਦੇ ਵਿੱਚ ਤੁਸੀਂ ਲਿਆ ਕੇ ਗਵਰਨਮੈਂਟ ਰੱਖ ਦਿੱਤਾ ਤੁਸੀਂ ਤੋਹਫਾ ਜੀ। ਉਸ ਦੇ ਨਾਲ ਹੁਣ ਕਾਨੂੰਨ ਬਣਿਆ ਦਾ ਜਿਹੜਾ ਮੁਸ਼ਰਫ ਤੇ ਜਿਹੜਾ ਇਹਨਾਂ ਦੇ ਜ਼ਮਾਨੇ 'ਚ ਸੀ ਜ਼ਰਦਾਰੀ ਸਾਹਿਬ ਦੇ ਤੇ, ਕਿ ਜਿਹੜਾ ਵੀ ਤੋਹਫਾ ਆਵੇ ਉਹ ਤੁਸੀਂ 15% ਦੇ ਉੱਤੇ ਜਿਹੜੀ ਉਸਦੀ ਕੀਮਤ ਪਹਿਲਾਂ ਲਵਾ ਲਓ ਮਾਰਕੀਟ ਤੋਂ ਕਿ ਕਿਤਨੇ ਦਾ ਜਿਹਨੂੰ ਮਿਲਿਆ ਹੋਵੇ ਨਾ ਜੀ। ਅਗਰ ਉਹ ਲੈ ਕੇ ਆਏ ਨੇ $100 ਦਾ ਤੋਹਫਾ ਹੈ, ਮਾਰਕੀਟ ਵਿੱਚ ਉਹਨਾਂ ਦੀ ਕੀਮਤ ਲਾਈ ਕਿ $100 ਹੈ,
ਤੇ ਤੁਸੀਂ $15 हुकूमत के खजाने जमा कराओ ਤੇ ਉਹ ਤੋਹਫਾ ਤੁਸੀਂ ਲੈ ਲਓ ਜੀ। ਇਹ ਇਹਨਾਂ ਦੇ ਜ਼ਮਾਨੇ 'ਚ ਇਮਰਾਨ ਖਾਨ ਨੇ ਆ ਕੇ ਇਹ ਰੂਲ ਚੇਂਜ ਕੀਤਾ। ਉਹਨੇ ਕਿਹਾ ਨਹੀਂ 15% ਨਹੀਂ 50% ਜਮ੍ਹਾਂ ਕਰਾਓਗੇ। ਆਲਦੋ ਕਿ ਉਹਨੇ ਇਹ ਜਿਹੜੀ ਘੜੀ ਹੈ ਜਿਸ ਦੇ ਉੱਤੇ ਸਪੈਸ਼ਲ ਕੇਸ ਬਣਿਆ ਉਹ ਮੇਰਾ ਖਿਆਲ ਉਹਨੇ 15 ਚ 20% ਉਸ ਵਕਤ ਰੂਲ ਨਹੀਂ ਚੇਂਜ ਕੀਤਾ ਸੀ ਤੇ ਉਹ 20% ਦੇ ਉੱਤੇ ਕਰਕੇ ਉਸ ਦੀ ਕੀਮਤ ਦੇ ਕੇ ਤੇ ਉਹ ਘੜੀ ਖਰੀਦ ਲਈ ਇਮਰਾਨ ਖਾਨ ਨੇ ਵਿਚ ਇਜ਼ ਲੀਗਲ ਨਥਿੰਗ ਰੋਂਗ। ਹੁਣ ਅਗਲਾ ਕੰਮ ਕੀ ਕੀਤਾ ਕਿ ਇਮਰਾਨ ਖਾਨ ਕਹਿੰਦਾ ਹੈ ਕਿ ਹੁਣ ਉਸ ਦੀ ਮਲਕੀਅਤ ਹੈ ਉੱਥੋਂ ਜਿੱਥੇ ਮਰਜ਼ੀ ਵੇਚੇ ਉਹਨੂੰ ਜੋ ਮਰਜ਼ੀ ਕਰੇ। ਉਹ ਕਹਿੰਦੇ ਨੇ ਹਾਲੇ ਤੱਕ ਕੋਈ ਖੁੱਲ ਕੇ ਨਹੀਂ ਆਈਆਂ ਗੱਲਾਂ ਲੇਕਿਨ ਲੱਗਦਾ ਹੈ ਕਿ ਇਹਨਾਂ ਦੇ ਵਿੱਚ ਕਾਫੀ ਸੱਚਾਈ ਮੌਜੂਦ ਹੈ ਕਿਉਂਕਿ ਕੋਈ ਹਾਲੇ ਤੱਕ ਟ੍ਰਾਇਲ ਚੱਲਿਆ ਨਹੀਂ ਕੋਈ ਸਾਫ਼ ਨਹੀਂ ਹੋਈ ਗੱਲ। ਲੇਕਿਨ ਉਹ ਇਮਰਾਨ ਖਾਨ ਵੀ ਜਿਸ ਤਰ੍ਹਾਂ ਨਾਲ ਉਹਨੂੰ ਡਿਫਾਈ ਕਰ ਰਹੇ ਨੇ ਉਹ ਲੱਗਦਾ ਉਸ ਵਿੱਚ ਕਾਫੀ ਸੱਚ ਹੈ। ਉਹ ਘੜੀ ਵਿਕੀ ਗਈ ਹੈ ਜੀ ਜਾ ਕੇ ਦੁਬਈ ਦੇ ਵਿੱਚ ਜੀ ਜਿਹੜੀ ਇਹਨਾਂ ਨੂੰ ਮਿਲੀ ਸੀ MBS ਨੇ ਤੋਹਫਾ ਦਿੱਤਾ ਸੀ ਇਮਰਾਨ ਨੇ ਉਹ ਖਰੀਦ ਲਈ ਖਰੀਦ ਕੇ ਤੇ ਵੇਚ ਦਿੱਤੀ ਜਾ ਕੇ ਦੁਬਈ ਦੇ ਵਿੱਚ ਜੀ। ਹੁਣ ਮਸਲਾ ਇਹ ਵੇ ਕਿ ਉਹ ਘੜੀ ਤੇ ਜਿਸਲੇ ਖਰੀਦੀ ਹੈ ਇਹਨਾਂ ਨੇ ਉਹ ਕਹਿੰਦੇ ਇਹ ਨੇ ਕਿ ਇਮਰਾਨ ਖਾਨ ਕੋਲ ਉਹ ਜਿਸਲੇ ਘੜੀ ਖਰੀਦੀ ਘੜੀ ਦੇਣ ਦੇ ਪੈਸੇ ਨਹੀਂ ਸਨ। ਉਹਨੇ ਘੜੀ ਪਹਿਲਾਂ ਵੇਚੀ ਹੈ ਫਿਰ ਪੈਸੇ ਜਮ੍ਹਾਂ ਕਰਾਏ ਨੇ ਜੀ। ਇਹ ਇੱਕ ਉਸ ਦੇ ਉੱਤੇ ਇੱਕ ਇਲਜ਼ਾਮ ਹੈ। ਅੱਛਾ ਜੀ। ਇਸ ਇਲਜ਼ਾਮ ਨੂੰ ਜਿਸਲੇ ਮੈਂ ਦੇਖਣਾ ਤੇ ਮੈਨੂੰ ਇਹ ਪਤਾ ਲੱਗਦਾ ਹੈ ਕਿ ਚਲੋ ਠੀਕ ਹੈ ਅਗਰ ਇਲਜ਼ਾਮ ਸਹੀ ਵੀ ਹੈ ਤੇ ਇਸਦਾ ਮਤਲਬ ਹੈ ਕਿ ਇਮਰਾਨ ਖਾਨ ਉਹ ਹੁਕਮਰਾਨ ਸੀ ਜਿਹੜਾ ਇਤਨਾ ਗਰੀਬ ਸੀ ਕਿ ਉਹਦੇ ਕੋਲ 15% ਜਾਂ 20% ਪੈਸੇ ਦੇਣ ਵਾਸਤੇ ਨਹੀਂ ਸਨ। ਉਹਨੇ ਕਿਹਾ ਵੇਚ ਦਿਓ ਪਹਿਲਾਂ ਫਿਰ ਪੈਸੇ ਜਮ੍ਹਾਂ ਕਰਾ ਦਿਓ। ਫਿਰ ਜਿਹੜਾ ਦੂਸਰਾ ਉਸਦੇ ਉੱਤੇ ਹੈ ਵੇ ਉਹ ਇਹ ਵੇ ਕਿ ਇਹਨਾਂ ਨੇ ਆਪਣੇ ਜਿਹੜੇ ਨੈਕਸਟ ਜਿਹੜੇ ਟੈਕਸ ਰਿਟਰਨ ਸਨ ਉਹਨਾਂ ਦੇ ਵਿੱਚ ਉਹ ਡਿਕਲੇਅਰ ਨਹੀਂ ਕੀਤੀ ਆਲਦੋ ਕਿ 1 ਸਾਲ ਦੇ ਬਾਅਦ ਨੈਕਸਟ ਈਅਰ ਉਹਨਾਂ ਨੇ ਡਿਕਲੇਅਰ ਕਰ ਦਿੱਤੀ ਜੀ। ਤੇ ਮਤਲਬ ਕੋਈ ਇਸ ਕਿਸਮ ਦਾ ਕਨਫਿਊਜ਼ਨ ਹੈ ਐਂਡ ਆਈ ਡੋਂਟ ਵਾਂਟ ਟੂ ਡਿਫੈਂਡ ਇਟ। ਠੀਕ ਹੈ ਇਮਰਾਨ ਖਾਨ ਦੇ ਸਟੈਚਰ ਦੇ ਲੀਡਰ ਨੂੰ ਇਹ ਨਹੀਂ ਕਰਨਾ ਚਾਹੀਦਾ ਜੀ ਖੈਰ ਹੈ ਲੇਕਿਨ ਜਿਸਲੇ ਮੈਂ ਇਹਨੂੰ ਦੇਖਦਾ ਵਾਂ ਜਿਸਲੇ ਮੈਂ ਇਹਨੂੰ ਆਈਸੋਲੇਸ਼ਨ ਵਿੱਚ ਨਹੀਂ ਦੇਖ ਸਕਦੇ ਯੂ ਹੈਵ ਟੂ ਕੰਪੇਅਰ ਤੇ ਬਾਕੀ ਜਿਹੜੇ ਵੱਡੇ ਚੋਰ ਬੈਠੇ ਨੇ ਜਿਸਲੇ ਨਵਾਜ਼ ਸ਼ਰੀਫ ਨੂੰ ਦੇਖੋ ਆਸਿਫ ਜ਼ਰਦਾਰੀ ਨੂੰ ਦੇਖੋ ਇਹਨਾਂ ਨੂੰ BMW ਗੱਡੀਆਂ ਮਿਲੀਆਂ ਨੇ ਬੰਬ ਪ੍ਰੂਫ ਅੱਛਾ ਜੀ ਜਿਹੜੀ ਕਿ ਲਾਅ ਇਹ ਵੇ ਕਿ ਤੁਸੀਂ ਨਹੀਂ ਲੈ ਹੀ ਨਹੀਂ ਸਕਦੇ ਉਹ ਡੈਫੀਨਿਟਲੀ ਗਵਰਨਮੈਂਟ ਦੇ ਵਿੱਚ ਜਮ੍ਹਾਂ ਹੋਣੀਆਂ ਜੀ। ਇਹ ਉਹ ਗੱਡੀਆਂ ਖਾ ਗਏ ਨੇ ਔਰ ਉਹਨਾਂ ਗੱਡੀਆਂ ਦਾ ਕੋਈ ਰਿਕਾਰਡ ਹੀ ਨਹੀਂ ਮੌਜੂਦ ਉਹਨਾਂ ਨੇ ਉਸਦੇ ਪੈਸੇ ਵੀ ਨਹੀਂ ਦਿੱਤੇ ਨੇ। ਇਸ ਤੋਂ ਪਹਿਲਾਂ ਤੁਸੀਂ ਉਹ ਕਹਾਣੀ ਸੁਣੀ ਹੋਣੀ ਇੱਕ ਉਹ ਯੂਸਫ ਰਜ਼ਾ ਗਿਲਾਨੀ ਜਿਹੜਾ ਪੀਪਲਸ ਪਾਰਟੀ ਦਾ ਜਿਹੜੇ ਉਹ ਸਨ ਪ੍ਰਾਈਮ ਮਿਨਿਸਟਰ ਜਿਨ੍ਹਾਂ ਨੂੰ ਜਿਸਲੇ ਪਾਕਿਸਤਾਨ ਵਿੱਚ ਜ਼ਲਜ਼ਲਾ ਆਇਆ ਸੀ ਤੇ ਜਿਹੜੇ ਟਰਕਿਸ਼ ਪ੍ਰੈਜ਼ੀਡੈਂਟ ਨੇ ਉਰਦੁਗਾਨ ਉਹਨਾਂ ਦੀ ਬੇਗਮ ਨੇ ਆਪਣੇ ਗਲ ਤੋਂ ਹਾਰ ਕੱਢ ਕੇ ਦਿੱਤਾ ਸੀ ਕਿ ਇਸ ਹਾਰ ਨੂੰ ਤੁਸੀਂ ਜ਼ਲਜ਼ਲਾ ਜ਼ਦਗਾਨ ਨੂੰ ਦੇ ਦਿਓ ਜੀ। ਉਹ ਅਗਲੇ ਸਾਲ ਜਿਸਲੇ ਆਈ ਤੇ ਉਹ ਹਾਰ ਜਿਹੜਾ ਸੀ ਨਾ ਹਾਂਜੀ ਉਹ ਯੂਸਫ ਗਿਲਾਨੀ ਦੀ ਬੀਵੀ ਗਲੇ 'ਚ ਪਾ ਕੇ ਉਹਨਾਂ ਨੂੰ ਮਿਲ ਰਹੀ ਸੀ। ਉੱਥੇ ਫਿਰ ਰੌਲਾ ਪਿਆ ਔਰ ਪਤਾ ਐਂਡ ਹੀ ਇਜ਼ ਨੋਨ ਦਿਸ ਥਿੰਗ ਤੇ ਇਸ ਮੁਆਸ਼ਰੇ ਦੇ ਵਿੱਚ ਜਿੱਥੇ ਇਤਨੇ ਵੱਡੇ ਚੋਰ ਬੈਠੇ ਹੋਣ ਡਾਕੂ ਬੈਠੇ ਹੋਣ ਔਰ ਇਸ ਤਰ੍ਹਾਂ ਮੁਲਕ ਦੀ ਖਾ ਰਹੇ ਹੋਣ ਉਹ ਇਮਰਾਨ ਖਾਨ ਨੂੰ ਫੜ ਆਣ ਕੇ ਬਈ ਇਹਨੇ ਘੜੀ ਚੋਰੀ ਕੀਤੀ ਹੈ ਇਸ ਦੇ ਐਂਡ ਪੀਪਲ ਆਰ ਨਾਟ ਬੋਦਰਡ ਅਬਾਊਟ ਇਟ ਬਿਕਾਜ਼ ਉਹਨਾਂ ਨੂੰ ਪਤਾ ਲੱਗ ਗਿਆ ਆਲਦੋ ਕਿ ਮੈਂ ਆਈ ਬਿਲੀਵ ਕਿ ਇਮਰਾਨ ਖਾਨ ਦਾ ਜਿਹੜਾ ਸਟੈਚਰ ਹੈ ਜਿਹੜਾ ਓਨੈਸਟੀ ਦਾ ਸਟੈਚਰ ਹੈ ਉਸ ਦੇ ਉੱਤੇ ਐਸਾ ਇਲਜ਼ਾਮ ਨਹੀਂ ਹੋਣਾ ਚਾਹੀਦਾ ਬਟ ਠੀਕ ਹੈ ਅਗਰ ਆ ਵੀ ਗਿਆ ਨਾ ਤੇ ਉਸ ਦੀ ਖਾਸੀਅਤਾਂ ਇਤਨੀਆਂ ਨੇ ਕਿ ਪੀਪਲ ਆਰ ਨਾਟ ਪ੍ਰੀਪੇਅਰਡ ਟੂ ਟੇਕ ਇਟ ਕੋਈ ਫਿਕਰ ਹੀ ਨਹੀਂ ਕਰ ਲਿਆ ਜੀ ਇਮਰਾਨ ਖਾਨ ਦੇ। ਹੁਸੈਨ ਸਾਹਿਬ ਜਦੋਂ ਕੁਐਸਚਨ ਮੈਂ ਤੁਹਾਨੂੰ ਪੁੱਛਿਆ ਸੀ ਇਹਦੀ ਐਕਚੁਅਲ ਦੇ ਵਿੱਚ ਮੈਨੂੰ ਵਰਡਿੰਗ ਜਿਹੜੀ ਮੀਡੀਆ ਦੀ ਹੈਗੀ ਉਹਨੇ ਬੜਾ ਪ੍ਰਭਾਵਿਤ ਕੀਤਾ। ਇਹ ਕਹਿੰਦੇ ਨੇ ਕਿ ਜਿਹੜੀ ਪਾਕਿਸਤਾਨ ਇਲੈਕਟ੍ਰੋਨਿਕ ਮੀਡੀਆ ਰੈਗੂਲੇਟਰੀ ਅਥਾਰਟੀ PEMRA ਉਹਦੀ ਜਿਹੜੀ ਸਟੇਟਮੈਂਟ ਸੀ ਕਿ ਜਿਹੜੇ ਇੰਸਟੀਟਿਊਸ਼ਨਸ ਦੇ ਉੱਪਰ ਹਮਲਾ ਕਰ ਰਹੇ ਨੇ ਇਮਰਾਨ ਖਾਨ। ਵੈਸੇ ਮੈਂ ਜਿੱਥੋਂ ਤੱਕ ਸਮਝਦਾ ਇਲੈਕਸ਼ਨ ਕਮਿਸ਼ਨ ਇਹਨਾਂ ਦੇ ਪਿੱਛੇ ਪਿਆ ਇਸ ਤੋਂ ਬਾਅਦ ਮੀਡੀਆ ਰੈਗੂਲੇਟਰੀ ਅਥਾਰਟੀ ਵੀ ਇਹਨਾਂ ਦੇ ਪਿੱਛੇ ਪੈ ਗਈ ਹੈ ਜੁਡੀਸ਼ਰੀ ਵੀ ਇਹਨਾਂ ਦੇ ਪਿੱਛੇ ਪਈ ਹੈ ਪੁਲਿਸ ਵੀ ਇਹਨਾਂ ਦੇ ਪਿੱਛੇ ਪਈ ਹੋਈ ਹੈ ਕੋਈ ਐਸਾ ਵਿਭਾਗ ਨਹੀਂ ਜਿਹੜਾ 70 ਕੇਸਿਸ ਨੇ ਜਿਹੜੇ 77 ਅੱਜ ਦੇ ਦਿਨ ਵਿੱਚ ਜੀ 77 ਹੋ ਗਏ ਨੇ 77 ਕੇਸਿਸ ਨੇ ਇਮਰਾਨ ਖਾਨ ਦੇ ਖਿਲਾਫ ਜਿਹੜੇ ਇਸ ਵਕਤ ਚੱਲ ਰਹੇ ਨੇ। ਸੋ ਇਹ ਸਾਰਾ ਕੁਝ ਬੜਾ ਅਜੀਬ ਹੈ। ਸੋ ਜਿਹੜਾ ਬੰਦਾ ਡਿਫੈਂਡ ਕਰ ਰਿਹਾ ਆਪਣੇ ਆਪ ਨੂੰ ਉਹਨੂੰ ਕਹਿ ਰਹੇ ਨੇ ਕਿ ਇਹ ਹਮਲਾ ਕਰ ਰਿਹਾ ਜੀ ਇੰਸਟੀਟਿਊਸ਼ਨ ਦੇ ਉੱਪਰ ਸਾਰੀ ਸਰਕਾਰ ਉਹਨਾਂ ਦੇ ਪਿੱਛੇ ਪਈ ਹੋਈ ਹੈ। ਜਿਹੜਾ ਰੀਸੈਂਟ ਇਹ ਐਕੁਜ਼ੀਸ਼ਨ ਹੈ ਜਿਹੜੀ ਕਿ
ਪ੍ਰੈਸ ਹੈ ਜਿਹੜੀ ਉਹਦੇ ਤੇ ਕਿਸ ਤਰ੍ਹਾਂ ਇਮਰਾਨ ਖਾਨ ਖਤਰਾ ਹੋ ਸਕਦੇ ਨੇ? ਇਹਨਾਂ ਦੇ ਭਾਸ਼ਣਾਂ ਦੇ ਵਾਸਤੇ ਉਹਨਾਂ ਨੇ ARY ਨਿਊਜ਼ ਚੈਨਲ ਹੈ ਜਿਹੜਾ ਉਹਨੂੰ ਖਾਸ ਤੌਰ ਤੇ ਉਹਨੂੰ ਰੋਕ ਦਿੱਤਾ, ਬੈਨ ਕਰ ਦਿੱਤਾ ਕਿ ਲਾਹੌਰ ਦੇ ਵਿੱਚ ਜਿਹੜਾ ਇਹਨਾਂ ਦਾ ਸਪੀਚ ਕੋਈ ਹੋਈ ਹੈ ਉਹ ਉਹਨਾਂ ਨੇ ਏਅਰ ਕੀਤੀ ਸੀ। ਉਸ ਤੋਂ ਬਾਅਦ ਇਹ ਮੀਡੀਆ ਦੀ ਜਿਹੜੀਆਂ ਪਾਬੰਦੀਆਂ ਨੇ, ਫਰੀडम ਆਫ ਐਕਸਪ੍ਰੈਸ਼ਨ ਦਾ ਵੀ ਮਸਲਾ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਜੀ, ਇਤਨਾ ਵੱਡਾ ਇਹ ਲੋਕ ਜਿਹੜੇ ਹੁਣ ਹੁਕੂਮਤ ਵਿੱਚ ਬੈਠੇ ਨੇ ਜੀ, ਇਹ ਲੋਕ ਨਾ ਸਿਰਫ ਕਿ ਕਰਪਟ ਨੇ ਬਲਕਿ ਬਹੁਤ ਬੇਵਕੂਫ ਲੋਕ ਨੇ ਯਾਰ। ਇਹਨਾਂ ਦਾ ਸਾਰੀ ਚੀਜ਼ਾਂ ਦਾ ਫਾਇਦਾ ਕਿਹਨੂੰ ਹੋ ਰਿਹਾ? इमरान खान ने इस वक्त अवेयरनेस इतनी वधा दी है और अजकल के दौर दे विच जिथे सोशल मीडिया इज द रियल पावर, कौन देखता है टीवी नूं? लोकल टीवी चैनल्स, नोबडी केयर्स। कौन सुनता है? सोशल मीडिया जिहड़ा है ट्विटर, फेसबुक, यूट्यूब, अपना इंस्टाग्राम जी, ये सारे इतने पावरफुल मीडियाज ने, ना तुसी कंट्रोल कर सकते हो ना तुसी कुछ होर कर सकते हो। तुसी जितनी 77 केसेस बनाए ने इमरान खान दे उत्ते जी, जिन्हां दे विच तुसी सही कहा है उन्हें कि दहशतगर्दी का केस लाया है इमरान खान दे उत्ते, और एक कि सेडिशन का केस है कि लोकां नूं लड़ा रहा वे ते लोकां दे विच अग फैला रहा, नफरत फैला रहा जी। वो आके सच्ची गल्लां दस रहा है। जिसले सच्ची गल्लां दसेगा तो इस तो आप अंदाजा लगाओ कि गवर्नमेंट कितनी बेवकूफ है, कितनी डरी दी। तुहाडा की ख्याल है 77 केसेस ने, इन्हां दे विच ये तो हो सकता है कि इमरान खान इत्थे चुक के उत्थे ले जाओ एक अदालत, और केसेस एक जगह ते नहीं ने, थ्रू आउट पाकिस्तान बनाए ने। एक बड़ा टिपिकल पाकिस्तान दे विच एक टैक्टिक्स ने इन्हां पॉलिटिशियंस दी, ये हमेशा करदे ने, हर एक दे खिलाफ होए ने। जिसले नवाज शरीफ सी हो ते या शहबाज शरीफ सन या ये ओपोजिशन दे विच सन, आसिफ जरदारी वगैरह, तो इन्हां दे खिलाफ भी केसेस बने जी। नाल ये सिर्फ ये नहीं करदे कि एक केस बनाया जी, एक केस बनाणगे पाकिस्तान दे एक कोने दे विच, दूजे कोने दे विच, तीजे कोने दे विच, ताकि बंदा ख्वार होवे। आज उठ के मैं सुबह मेरी अदालत इस्लामाबाद दे विच, शामी कल अगले दिन कराची है, फिर कोयटा है, फिर हैदराबाद है, फिर पेशावर है, तो बंदा तो ख्वार हो जाता ना। फिर मतलब इस तो पहला कि कोई बंदा पॉलिटिक्स बारे सोचे या कुछ होर अपने बारे सोचे, उन्होंने ये सारे कासे च इन्नी बुरी तरह उलझा लो कि वो आपके पास हट गए। हाँ, वो फस जाएगा। लेकिन चक्कर ये है कि इमरान खान इज अ फाइटर। वो जिहड़ा है और सारे अच्छा जी सारे तो इंपॉर्टेंट चीज है ना जी, ये जिसले भी ये सारे जितने काम होंगे ना, इस काम दे विच फौज की बैकिंग होनी बहुत जरूरी है। क्योंकि पाकिस्तान दे विच अल्टीमेट फोर्स जिहड़ी वो फौज ही है जी। वो फौज को डंडा है, सारे जानते हैं, डरते हैं। तो फौज अगर जिस दे पिछे खड़ी होंदी है जी, तो फिर बाकी सारे आपे नस देंगे जी। दोस्तों, इस प्रोग्राम दे विच उन्हां नूं खास इस लई बुलाया गया कि जो भी घटनाक्रम है उस साउथ एशियन अपने खिते दे विच दोस्तों बहुत ज़्यादा इंपॉर्टेंट रखता है। पाकिस्तान दे जो भी हालात आने वाले दिनों दे विच होणगे, उन्हां दा अंतरराष्ट्रीय पॉलिटिक्स ते भी पूरा पूरा असर पैना है। खास तौर ते भारत दा गुआंढी होने दे नाते मैनूं ये लगदा है कि इंपॉर्टेंट स्ट्रैटजी दे विच पाकिस्तान भी भारत दे विच होएगा कि की कीता जाना चाहिए है जिस तरह के हालात उत्थे, क्योंकि न्यूक्लीयर पावर है पाकिस्तान, इस गल नूं भुलना नहीं चाहिए। जे ज़्यादा हालात बिगड़ते हैं तो ऑलरेडी रशिया यूक्रेन की जंग चल रही है, चाइना का भी जिहड़ा जो इस वक्त पोजीशन है वह भी डामाडोल है, क्योंकि उन्हें भी एक पासा करना है। पिछले दिनों के विच चाइना ने भी अपना जिहड़ा डिफेंस का बजट है उहदे विच 11% का वाधा कर दिता है। सो ये सारे जिहड़े हालात ने, मैनूं ये लगदा कि भावें आटा दाल का रेट होवे ते जां अंतरराष्ट्रीय मुद्दा, सारे आपस दे विच संबंध ने। इस सूरत हालात पाकिस्तान के बारे दे विच इस वक्त गल करनी साडे नाल नुसरत हुसैन जी ने। सो हुसैन साहब, इस तो पहला आपां जिथे गलबात छड्डी सी वो ये सी कि तुसी भी पत्रकार रहे हो, तुसी बिरैकल जो न्यूज़पेपर ब्रिटिश कोलंबिया दे विच सब तो पहला मुस्लिम न्यूज़पेपर सी उहदे एडिटर रहे हो, लगातार पोलीटिकल कमेंट्स करदे हो, किताब तुहाडी बड़ी खूबसूरत है, तुसी हुणे मैनूं गिफ्ट भी कीती है। सो किताब का नाम मैं सारे श्रोतिਆਂ ਨੂੰ एक बार फिर दसना चाहना, द लास्ट सैल्यूट। मैं अज ही जाके इहनूं पढ़ना शुरू कर देना। बहुत बहुत शुक्रिया किताब दे लई। एज अ जर्नलिस्ट तुसी इस गल नूं मैनूं जरूर इहदा जवाब दिओ। हुण तुसी पॉलिटिक्स नूं प्लीज़ पासे छड्ड दिओ, इसलिए कह रहे हैं कि कुछ लोगों को यह गलबात लगनी जरूर है
ਕਿ ਬਾਇਸਡ ਹੈ ਥੋੜੀ ਜੀ ਅਪਰੋਚ ਤੁਹਾਡੀ ਇਮਰਾਨ ਖਾਨ ਦੇ ਬਾਰੇ ਦੇ ਵਿੱਚ। ਆਹ ਜਿਹੜਾ ਸਵਾਲ ਹੈ ਮੈਂ ਬਿਲਕੁਲ ਤੁਹਾਨੂੰ ਐਜ਼ ਅ ਜਰਨਲਿਸਟ ਪੁੱਛ ਰਿਹਾ ਕਿ ARY ਨਿਊਜ਼ ਚੈਨਲ ਦੇ ਨਾਲ ਇਹਨਾਂ ਦਾ ਕੋਈ ਨਿੱਜੀ ਰਿਲੇਸ਼ਨ ਹੈ। ਸੈਕੰਡ ਥਿੰਗ, ਜਿਹੜੇ ਇਹ ਭਾਸ਼ਣ ਦੇ ਰਹੇ ਨੇ ਉਹਨਾਂ ਤੋਂ ਕਿਹੜਾ ਐਸਾ ਖਤਰਾ ਹੈ ਕਿ ਇਹਨਾਂ ਤੇ ਦੇਸ਼ ਧਰੋਹ ਦੇ ਜਿਹੜੇ ਚਾਰजेस ਲੱਗ ਗਏ ਨੇ ਜਾਂ ਇਹਨਾਂ ਦੇ ਸਾਰੇ ਜਿਹੜੇ ਭਾਸ਼ਣ ਨੇ ਬੈਨ ਕਰ ਦਿਓ। ਇੱਥੋਂ ਤੱਕ ਕਿ ਜਿਹੜੀ ਇਹ ਰੈਗੂਲੇਟਰੀ ਅਥਾਰਟੀ ਹੈ PEMRA, ਇਹਨੇ ਕਿਹਾ ਕਿ ਪਹਿਲਾਂ ਰਿਕਾਰਡਡ ਜਿਹੜੇ ਭਾਸ਼ਣ ਨੇ ਉਹ ਸੁਣਾਏ ਜਾਣਗੇ, ਜੇ ਉਹਨਾਂ ਦੇ ਵਿੱਚ ਕੁਝ ਉਹਨਾਂ ਨੂੰ ਏਅਰ ਕਰਨ ਵਾਲਾ ਹੋਇਆ ਤਾਂ ਕਰਾਂਗੇ, ਨਹੀਂ ਸੋਚ ਸਮਝ ਕੇ ਅਸੀਂ ਇਹਨਾਂ ਨੂੰ ਦੋਸਤੋ ਹੁਣ ਬ੍ਰੌਡਕਾਸਟ ਕਰਨਾ ਹੈ। ਐਸਾ ਕਿਹੜਾ ਡਰ ਹੈ ਇਹਨਾਂ ਦੇ ਭਾਸ਼ਣਾਂ ਦੇ ਵਿੱਚ ਜਿਹੜਾ ਅਥਾਰਟੀਜ਼ ਨੂੰ ਜਾਂ ਸਰਕਾਰ ਨੂੰ ਇਹਨਾਂ ਤੋਂ ਡਰ ਲੱਗਦਾ? ਦੇਖੋ ਜੀ, ਇਹ ਜਿਹੜਾ ਪੈਮਰਾ ਹੈ ਨਾ, ਪਾਕਿਸਤਾਨ ਇਲੈਕਟ੍ਰੋਨਿਕ ਮੀਡੀਆ ਜੀ ਰੈਗੂਲੇਟਰੀ ਅਥਾਰਟੀ, ਇਹ ਇੱਕ ਐਸੀ ਆਰਗੇਨਾਈਜੇਸ਼ਨ ਹੈ ਜਾਂ ਅਥਾਰਟੀ ਹੈ ਜਿਹੜੀ ਮੀਡੀਆ ਨੂੰ ਕੰਟਰੋਲ ਕਰਨ ਵਾਸਤੇ ਬਣਾਈ ਹੈ ਔਰ ਇਹਨੂੰ ਹਰ ਗਵਰਨਮੈਂਟ ਜਿਹੜੀ ਉਹ ਯੂਜ਼ ਕਰਦੀ ਹੈ ਆਪਣੇ ਓਪੋਨੈਂਟਸ ਨਾਲ ਜੀ। ਲੇਕਿਨ ਇਹ ਜਿਹੜਾ ARY ਜਿਹੜਾ ਟੈਲੀਵਿਜ਼ਨ ਹੈ ਪਾਕਿਸਤਾਨ ਦਾ ਕਾਫੀ ਮਸ਼ਹੂਰ TV ਚੈਨਲ ਹੈ, ਨੰਬਰ 2 ਹੈ, ਕਿਸੇ ਜ਼ਮਾਨੇ ਦੇ ਵਿੱਚ ਨੰਬਰ 1 ਹੁੰਦਾ ਸੀ। ਇਹ ਕਿਹਾ ਜਾਂਦਾ ਹੈ ਕਿ ਕਾਫੀ ਪ੍ਰੋ ਇਮਰਾਨ, ਇਸ ਵਕਤ ਮੀਡੀਆ ਵੀ ਡਿਵਾਈਡਡ ਹੈ ਨਾ, ਇੱਕ ਮੀਡੀਆ ਨੂੰ ਕਹਿੰਦੇ ਨੇ ਇਹ ਜੀ ਪ੍ਰੋ ਇਮਰਾਨ ਮੀਡੀਆ ਤੇ ਦੂਜਾ ਮੀਡੀਆ ਨੂੰ ਕਹਿੰਦੇ ਨੇ ਇਹ ਲਿਫਾਫੀ ਮੀਡੀਆ ਜੀ। ਲਿਫਾਫੀ ਮੀਡੀਆ ਦਾ ਮਤਲਬ ਗਵਰਨਮੈਂਟ ਜਿਹੜੀ ਹੈ, ਗਵਰਨਮੈਂਟ ਐਡਸ ਦੇ ਉੱਤੇ ਮੀਡੀਆ ਰਨ ਕਰਦਾ ਹੈ, ਉਹ ਗਵਰਨਮੈਂਟ ਦੇ ਕੋਲ ਬੜਾ ਪੈਸਾ ਹੁੰਦਾ ਹੈ ਐਡ ਦੇਣ ਵਾਸਤੇ, ਤੇ ਗਵਰਨਮੈਂਟ ਆਪਣੀ ਮਰਜ਼ੀ ਦੇ ਜਿੰਨਾ ਲੋਕਾਂ ਨੂੰ ਦਿੰਦੀ ਹੈ ਤੇ ਉਹਨਾਂ ਨੂੰ ਜਿਸਲੇ ਐਡਵਰਟਾਈਜ਼ਿੰਗ ਦਿੰਦੀ ਹੈ, ਪੈਸਾ ਦਿੰਦੀ ਹੈ, ਤੇ ਗਵਰਨਮੈਂਟ ਉਹਨਾਂ ਨੂੰ ਕਹਿੰਦੀ ਹੈ ਕਿ ਸਾਡੀ ਮਰਜ਼ੀ ਦੀ ਗੱਲ ਵੀ ਕਰੋ ਜੀ। ਇਸ ਤਰ੍ਹਾਂ ਗਵਰਨਮੈਂਟ ਮੀਡੀਆ ਕੰਟਰੋਲ ਕਰਦੀ ਹੈ। ਤੇ ARY ਨੂੰ ਕਿਉਂਕਿ ਉਸ ਦਾ ਇੱਕ ਪ੍ਰੋ ਇਮਰਾਨ ਖਾਨ ਸਟਾਂਸ ਸੀ, ਇਮਰਾਨ ਖਾਨ ਦੀ ਉਹ ਗੱਲਾਂ ਦੱਸਦਾ ਸੀ, ਬਾਕੀ ਵੀ ਸਾਰੇ ਚੈਨਲ ਜਿਹੜੇ ਗੱਲ ਇਮਰਾਨ ਖਾਨ ਦੀ ਸੁਣਾਉਂਦੇ ਸਨ, ਬਟ ਉਹਨਾਂ ਦੇ ਜਿਹੜੇ ਪ੍ਰੋਗਰਾਮ ਜਿਹੜੇ ਹੁੰਦੇ ਸਨ, TV ਟਾਕ ਸ਼ੋਜ਼ ਜਿਹੜੇ ਹੁੰਦੇ ਸਨ, ਉਹਦੇ ਵਿੱਚ ਵੀ ਕਾਫੀ ਪ੍ਰੋ ਇਮਰਾਨ ਰਿਫਲੈਕਸ਼ਨ ਹੈ ਸੀ। ਔਰ ਉਸ ਦਾ ਜਿਹੜਾ ਮਾਲਕ ਹੈ ਔਰ ਉਹਨਾਂ ਦੇ ਉਹ ਆਪਸ ਵਿੱਚ ਜਿਹੜੇ ਉਹਨਾਂ ਦੇ ਹੋਰ ਉਹ ਐਨਾਲਿਸਟ ਨੇ, ਉਹ ਸਾਰੇ ਉਹ ਕਿਹਾ ਜਾਂਦਾ ਕਿ ਪ੍ਰੋ ਇਮਰਾਨ ਨੇ ਔਰ ਹੈ ਨੇ ਵਾਕਈ ਜੀ। ਤੇ ਉਹ ਇਹਨਾਂ ਨੇ ਇਸ ਵਾਸਤੇ ਉਹਨੂੰ ਬੰਦ ਕਰ ਦਿੱਤਾ ਹੈ ਬਿਕਾਜ਼ ਗਵਰਨਮੈਂਟ ਦੇ ਕੋਲ ਹੈ ਵੇ ਅਥਾਰਟੀ ਹੈ, ਗਵਰਨਮੈਂਟ ਦੇ ਕੋਲ ਲਾਅ ਹੈ ਜਿਸ ਦੇ ਵਿੱਚ ਉਹ ਲਿਆ ਕੇ ਉਹਨੂੰ ਫਸਾ ਸਕਦੇ ਨੇ ਕਿ ਇਮਰਾਨ ਖਾਨ ਦਾ ਇਹਨਾਂ ਨੇ ਉਹ ਚਲਾਈਆਂ ਨੇ ਤਕਰੀਰਾਂ ਜਿਸ ਦੇ ਵਿੱਚ ਇਮਰਾਨ ਖਾਨ ਦਹਿਸ਼ਤਗਰਦੀ ਦੀ ਗੱਲਾਂ, ਉਹ ਲਾਅ ਲਾਣਾ ਹੀ ਹੈ ਨਾ ਜੀ ਇਹਨਾਂ ਨੇ ਕਾਨੂੰਨ, ਉਹਨੂੰ ਹਲੇ ਤੱਕ ਅਦਾਲਤ ਵਿੱਚ ਜਾਏਗਾ, ਜਦ ਤੱਕ ਪ੍ਰੂਵ ਹੋਏਗਾ ਇਹ ਵਾਪਸ ਵੈਸੇ ਤੇ ਅਦਾਲਤ ਤੋਂ ਨਿਕਲ ਆਏਗਾ, ਲੇਕਿਨ ਹਫਤਾ 2 ਹਫਤਾ ਮਹੀਨਾ 2 ਮਹੀਨਾ ਤੇ ਬਿਜ਼ਨਸ ਬੰਦ ਹੋ ਜਾਏਗਾ ਨਾ। ਉਹਨਾਂ ਨੂੰ ਹਰਟ ਕਰਨਾ ਗਵਰਨਮੈਂਟ ਦਾ ਮਕਸਦ ਹੈ। ਦਿਸ ਇਜ਼ ਵੈਰੀ ਅਨਫੋਰਚੂਨੇਟ ਬਟ ਦਿਸ ਇਜ਼ ਵਾਟ ਦੇ ਡੂ ਕਿ ਇਹਨਾਂ ਨੂੰ ਇਹ ਨਹੀਂ ਪਤਾ ਹੈ ਬੇਵਕੂਫਾਂ ਨੂੰ ਕਿ ਇਸ ਦਾ ਕਿਤਨਾ ਵੱਡਾ ਇੰਟਰਨੈਸ਼ਨਲ ਇੰਪੈਕਟ ਹੁੰਦਾ ਹੈ। ਬਿਕਾਜ਼ ਦੁਨੀਆ ਕਹਿੰਦੀ ਹੈ ਕਿ ਆ ਲਓ ਜੀ ਫਰੀडम ਆਫ ਐਕਸਪ੍ਰੈਸ਼ਨ ਦੇ ਉੱਤੇ ਆ ਗਿਆ ਵੇ, then it becomes an international issue। ਜਿਸਲੇ ਤੁਸੀਂ ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਕਰਦੇ ਹੋ, ਜਿਸਲੇ ਤੁਸੀਂ ਜਰਨਲਿਸਟ ਦੀ ਗੱਲ ਕਰਦੇ ਹੋ, ਜਰਨਲਿਜ਼ਮ ਦੀ ਗੱਲਾਂ ਕਰਦੇ ਹੋ, ਤੇ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਆਫ IJIC ਜਿਹੜੀ ਹੈ ਇੰਟਰਨੈਸ਼ਨਲ ਜਰਨਲਿਸਟ ਆਰਗੇਨਾਈਜੇਸ਼ਨ ਹੈ IJC ਕੇ ਬਹੁਤ ਵੱਡੀ ਆਰਗੇਨਾਈਜੇਸ਼ਨ ਹੈ ਜੀ। ਹਿਊਮਨ ਰਾਈਟਸ ਵਾਲੇ ਜਿਹੜੇ ਨੇ ਉਹ ਬਹੁਤ ਰੀਸੈਂਟਲੀ ਕੱਲ ਹਿਊਮਨ ਰਾਈਟਸ ਵੱਲੋਂ ਬਿਆਨ ਹੈ ਕਿ ਉਹ ਜਿਹੜੀ ਇਹ ਬੈਨ ਲੱਗਿਆ ਇਸ ਡਿਸੀਜਨ ਨੂੰ ਉਹ ਕੰਡੈਮ ਕਰਦੇ ਆ। ਇਲੈਕਟ੍ਰੋਨਿਕ ਮੀਡੀਆ ਦੇ ਖਾਨ ਸਾਹਿਬ ਦੇ ਜਿਹੜੇ ਸਪੀਚਸ ਨੇ ਏਅਰ ਨਹੀਂ ਹੋਣੀਆਂ, ਹਿਊਮਨ ਰਾਈਟਸ ਨੇ ਵੀ ਆਪਣੇ ਵੱਲੋਂ ਕਹਿ ਦਿੱਤਾ ਡੈਫੀਨੇਟਲੀ। ਤੇ ਇਹ ਬੇਵਕੂਫ ਲੋਕ ਨੇ, ਮੈਂ ਤੁਹਾਨੂੰ ਕਿਹਾ ਕਿ ਇਹ ਕਰਪਟ ਨਹੀਂ ਨੇ, ਇਹ ਬੇਵਕੂਫ ਨੇ। ਇਹਨਾਂ ਨੂੰ ਇਹ ਨਹੀਂ ਪਤਾ, ਇਹ ਸਮਝਦੇ ਨੇ ਕਿ ਪਾਵਰ ਨਾਲ ਮਾਈਂਡ ਸੈਟ ਹੈ ਨਾ ਜੀ। ਜਿਸ ਲਈ ਤੁਸੀਂ ਹਕੂਮਤ ਵਿੱਚ ਹੁੰਦੇ ਹੋ ਤਾਂ ਤੁਹਾਡਾ ਮਾਈਂਡ ਸੈਟ ਇਹੀ ਹੁੰਦਾ ਕਿ ਤੁਸੀਂ ਪਾਵਰ ਦੇ ਨਾਲ ਚੀਜ਼ਾਂ ਕੰਟਰੋਲ ਕਰ ਸਕਦੇ ਹੋ, ਜਾਂ ਪਾਵਰ ਜਾਂ ਦੂਸਰੀ ਚੀਜ਼ ਜਿਹੜੀ ਹੈ ਸਾਡੇ ਲੀਡਰਾਂ ਦੇ ਵਿੱਚ ਪੋਲਿਟਿਕਸ ਦੇ ਵਿੱਚ ਉਹ ਵੇ ਕਰੁਕਨੈਸ। ਉਹ ਕਰੁਕ ਆਦਮੀ ਦਾ ਉਰਦੂ ਦਾ ਕੀ ਤਰਜਮਾ ਜਾਂ ਪੰਜਾਬੀ ਦਾ ਕੀ ਤਰਜਮਾ ਕਰੋਗੇ ਤੁਸੀਂ? ਉਹ ਕੀਨਾ ਬੰਦਾ ਹੋ ਜਾਏ ਜਿਹੜਾ ਬੜਾ ਸਿਆਣਾ ਹੁੰਦਾ ਹੈ, ਜਿਹੜਾ ਆਪਣੀ ਸਾਰੀ ਚੀਜ਼ਾਂ ਜਿਹੜੀਆਂ ਨਾ ਆਪਣੇ ਫਾਇਦੇ ਵਿੱਚ ਲੈ ਜਾਂਦਾ, ਉਹਨੂੰ ਕਹਿੰਦੇ ਨੇ ਕਿ ਬੜਾ ਕਰੁਕ ਆਦਮੀ ਹੈ ਜੀ, ਬੜਾ ਤੇਜ਼ ਆਦਮੀ ਹੈ, ਬੜਾ ਸ਼ਾਰਪ ਆਦਮੀ ਹੈ, ਬੜਾ ਸਮਝਦਾਰ ਆਦਮੀ ਹੈ, ਬੜਾ ਜ਼ੀਰਕ ਆਦਮੀ ਹੈ। ਇਹ ਬੇਸਿਕਲੀ ਬੇਵਕੂਫ ਲੋਕ ਹੈ। ਇਹ ਇੱਕ ਸਹੀ ਚੀਜ਼ ਨੂੰ ਗਲਤ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਟੂ ਗੇਨ ਪਰਸਨਲ ਐਡਵਾਂਟੇਜ। ਤੇ ਜ਼ਿੰਦਗੀ ਸਿਰਫ ਦਿਮਾਗ ਨਹੀਂ ਹੈ, ਇਟ ਇਜ਼ ਨਾਟ, ਇਟ ਇਜ਼ ਦ ਹੋਲ ਲਾਈਫ ਇਜ਼ ਇਟਸ ਅ ਬੈਟਲ ਬਿਟਵੀਨ ਸਪਿਰਿਟ ਐਂਡ ਮਾਈਂਡ। ਸਪਿਰਿਚੁਅਲ ਜਿਹੜਾ ਉਹ ਦਿਲ ਤੋਂ ਹੈ ਜੀ। ਦਿਮਾਗ ਤੁਹਾਨੂੰ ਕਦੇ ਵੀ ਨਹੀਂ ਦੱਸੇਗਾ ਕਿ ਤੁਸੀਂ ਆਪਣੇ ਨੁਕਸਾਨ ਦਾ ਕੋਈ ਕੰਮ ਕਰੋ।
जितनी सैक्रीफाइस की गल्लां होणगी वो हार्ट तो आउणगी, दिल दी आउणगियां जी। वो दिल कहंदा खैर है यार जान दे कोई गल नहीं ये भी कर लो। वाई टू ब्रिंग पीस, टू ब्रिंग हारमोनी, टू ब्रिंग कोई सैनिटी सोसाइटी दे विच लियाण वास्ते, गरीब आदमी का ख्याल करने वास्ते, अपने तो कमजोर आदमी का ख्याल करने वास्ते, उसके वास्ते दिल तो आंदियां ने चीज़ां जी। तो ये बेवकूफ लोग ने, इन्होंने इमरान खान ने पाकिस्तान की पॉलिटिक्स तुसी कुछ चुक के देख लो, रेडियो टीवी अखबार इंटरनेट कोई चीज उठा लो, अगर इमरान खान का नाम नहीं है तो वो खबर पढ़ने वाली है ही नहीं जी। इमरान खान, बिकॉज इमरान खान हैज इमरान खान इज नॉट अ पर्सनैलिटी नाउ, ही हैज बिकम अ फिलोसफी। लोगों ने उन्होंने इस तरह फड़ लिया वे, देखो जी फौज एक पासे है, सारी ब्यूरोक्रेसी एक पासे है, सारी पार्टी जड़ियां ने पोलिटिकल पार्टीज 13 पीडीएम जड़ी है पाकिस्तान डेमोक्रेटिक मूवमेंट, ये 13 पार्टियां ने पोलिटिकल पार्टीज ऑफ पाकिस्तान दे आर एट वन प्लेस, सारे फैक्टर्स एक पासे ने ते इमरान खान कल्ला एक पासे जी। पर होया की है, इमरान खान दे नाल लोग जुड़ गए ने जी। इमरान खान की बहुत वड्डी स्ट्रगल है, वो 26 साल उन्हें स्ट्रगल की है पॉलिटिक्स दे विच। वो जिसले पहला जांदा सी ना तो उसदे नाल कौन होंदे सन, बच्चे होंदे सन जी, जिन्होंने उन्होंने एज अ स्टार देखा सी क्रिकेट का। बिल्कुल वो एक एक करके पहला इसकी एक सीट बनी, कोई पता नहीं 15 साल बाद, फिर 20 सीटां कोई कुछ तरह करके, दिस इज द फर्स्ट टाइम 26 साल के बाद आया। ये बाकी जितने ने ये सारे तो कोई फौज के नाल मिल मिला के आ गया। नवाज शरीफ साहब किस तरह आया सी, जहूल लगदे जनरल जिलानी की गल्लां दसते ने, जुल्फकार अली भट्टो जड़ा पीपल्स पार्टी है वो डैडी कहता सी अयूब खान नूं, लेकिन इमरान खान की एक डिफरेंट स्ट्रगल है और इसी वास्ते लोग उन्होंने डिफरेंट तरीके नाल जाके मुहब्बत कर रहे हैं जी। लोग पै गए ने उसके पिछे। हुणे पोल्स होए ने, अज दे मैं सुन रहा वा, वो पोल्स होए ने ते इमरान खान दे 70% और बाकी सारी मिला के उन्होंने पोल के बारे विस्तार च गल करांगे तुहाडे नाल एंड च। इस तो पहला आपां गल कर रहे सी ऐतवार नूं उन्हां दी गिरफ्तारी के बारे दे विच एक वारी तां मेरे ख्याल चों बच गए ने, पर मैनूं लगदा है कि खैड़ा उन्हां दा छड्डना नहीं है सत्ता ने। हुसैन साहब आपां जिहड़ी गलबात छड्डी सी आखिर दे विच एक नाम मैं लिया सी शहबाज गिल। असल दे विच मैनूं ये लगदा है कि बहुत सारे लोग ने, वड्डी गिणती दे विच लोग ने, तुसीं सर्वे की गल कर रहे हो, अखीर दे विच करांगा, जिहड़े इमरान खान साहब दे नाल ने ते बहुत सारे लोकां नूं उन्हां नूं जिवें खुद एक अटैक दा उन्हां ते हमला होया उहदा सामना करना पिया, उन्हां दे साथियां नूं भी भारी तशद्दद दा सामना करना पै रिहा। शहबाज गिल ते तां खास तौर ते देशद्रोह दा मुकदमा चल रिहा। इस घटनाक्रम दे बारे दे विच भी सानूं दसो। यार गौरव साहब, बड़ी अफसोस की गल है, बड़ी दुख की गल है तो बड़ी शर्मिंदगी की गल है। शहबाज गिल जिहड़ा ना वो एक प्रोफैसर सी अमरीका दे विच जी, वो अपनी सब कुछ छोड़ के उत्थे कोई $1.5-2 लाख उसकी तनख्वाह सी साल की, वो सारा कुछ छोड़ के आया, कहना मैं पाकिस्तान जाना जी, काम करना है। इमरान खान दे नाल आ गया, उन्होंने चुक के लै गए इस वजह तो क्योंकि इमरान खान दे फेवर च गल्लां करदा सी, उसका स्टाफ अफसर सी, ते उन्होंने जिहड़ी ज्यादती कीती उहदे नाल उहनूं नंगा करके मारिया गया। वो कहंदा है उन्होंने जिहड़े जिस्म दे नाजुक हिस्से ने उन्हां ते करंट लाया गया। वो विजिट किया गया बड़ा, एक पोलिटिकल लीडर है, उन्होंने तुसीं चुक के लै जाओ, नंगा करो, मारो, ये किहड़े महजब मुआशरे दे विच कहंदा है गल, किस तरह, हाउ कैन वी टॉलरेट दिस थिंग, किस तरह। शहबाज गिल, फिर उसके बाद एक होर सी आजम स्वाति, हाँ जी, ही वाज अ सेनेटर, वो भी इमरान खान दा सी, उसदे नाल भी यही काम किया और इसका उन्होंने नंगा किया, मारा गया। और उसदे नाल ते इत्थे तक किया कि उसकी अपनी वाइफ दे नाल किधरे जाके ठहरिया सी जी, एक जुडिशियल रेस्ट हाउसेस जिहड़े होंदे ने जजेस वगैरह, उत्थे वो ठहरिया सी ते वो राती अपनी वाइफ दे नाल अपने उसदे जिहड़े आपस दे ताल्लुकात होंदे ने, उन्हां नूं की पता सी कि उन्हां नूं पिक्चराइज कर रहे ने, उसदी वीडियोज बनियां, उन्हां दी वो वीडियो बना के उसदी बेटी नूं भेज दित्तियां। यार ये कितने बड़े जुल्म की बात है यार कि तुसी ऐ काम कर रहे होगे। ते एक होर मुंडा सी वो अपना जमील फारूकी, यंग जर्नलिस्ट है, वो मैं आप सुनिया टीवी से ना रोने रोंदे हुए दस कहा यार मुझे इन्होंने मुझे नंगा करके मेरी फिल्में बनाई हैं। और सारियां तो जिहड़ा वड्डा इस दे विच हीरो है वो तो अरशद शरीफ है,
जी पाकिस्तान दा जर्नलिस्ट जिस वास्ते ही वाज वेरी वोकल और वो गल कच्ची नहीं करदा सी सबूत दे नाल एविडेंस दे नाल वेरी थॉरोली गुड वेल रेड जर्नलिस्ट अपने आर्गूमेंट पेश करदा सी देखदे सो पता लगदा सी सही है दे वर फेड अप कि ते सानू साडे नाल की कर रिहा वे उस दे उत्ते इतने मुकदमे बनाए वो नस गया पाकिस्तान तो दुबई चला गया जी दुबई च ਉਹਨੂੰ ਚੇਸ ਕੀਤਾ ਤੇ ਦੁਬਈ ਚੋਂ ਕਢਵਾਇਆ ਉਹਨੂੰ ਇਹ ਵੀ ਕਹਿੰਦੇ ਨੇ ਫਿਰ ਕੀਨੀਆ ਦੇ ਵਿੱਚ ਉਹਨੂੰ ਮਰਵਾਇਆ ਤੇ ਕੀਨੀਆ ਦੇ ਵਿੱਚ ਉਸ ਦਾ ਮਰਡਰ ਹੋਇਆ ਉਸ ਦੇ ਬਾਅਦ ਉਹ ਸਾਰੀ ਫਿੰਗਰ ਪੁਆਇੰਟਿੰਗ ਜਿਹੜੀ ਹੈ ਉਹ ਆਰਮੀ ਦੇ ਵੱਲ ਵੀ ਆ ਰਹੀ ਹੈ ਕਿ ਸ਼ਾਇਦ ਇਸ ਦੇ ਪਿੱਛੇ ਜਿਹੜੀ ਹੈ ਆਰਮੀ ਵਾਸ ਇਨਵੋਲਵਡ ਹਾਲੇ ਤੱਕ ਕੋਈ ਐਸਾ सबूत एविडेंस सॉलिड तो नहीं आया बट दीज आर ऑल द ओपन थिंग्स विच आर बीइंग टॉक्ड इन द प्रेस लगातार इमरान खान आर्मी के उपर भी अपने बयानबाजी दे विच हमला करते रहे ने 3.5 साल सत्ता च रहे ने उस तो पहला भी उन्होंने लंबा संघर्ष रहा दो इस तरह नहीं है कि इक्को दिन जिवें तुसीं भी दस्सिया कि उठ के वो नेता बन गए ने इस समय के दौरान उन्होंने भी दोस्त आर्मी दे विच होणगे इस वक्त कोई खिता आर्मी का कुछ ऐसा है ਜਿਹੜਾ ਉਹਨਾਂ ਦੇ ਨਾਲ ਹਮਦਰਦੀ ਰੱਖਦਾ ਹੈ ਮੈਂ ਇਸ ਲਈ ਇਹ ਗੱਲ ਕਹਿ ਰਿਹਾ ਕਿ ਕੁਝ ਮੀਡੀਆ ਹਾਊਸਿਸ ਕੁਝ ਰਿਪੋਰਟਸ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਨੇ ਕਿ ਜਿਹੜੀ ਇਹ ਗੱਲ ਇਮਰਾਨ ਖਾਨ ਸਾਹਿਬ ਕਰ ਰਹੇ ਨੇ ਕਿ ਇਹਦੇ ਨਾਲ ਆਰਮੀ ਦੇ ਵਿੱਚ ਬਗਾਵਤ ਵੀ ਹੋ ਸਕਦੀ ਹੈ ਦੇਖੋ ਪਾਕਿਸਤਾਨ ਆਰਮੀ ਦਾ ਜਿਹੜਾ ਇੱਕ ਸਾਰਿਆਂ ਤੋਂ ਜਿਹੜੀ ਇੰਪੋਰਟੈਂਟ ਚੀਜ਼ ਹੈ ਨਾ ਜਿਸ ਦੀ ਵਜ੍ਹਾ ਤੋਂ ਪਾਕਿਸਤਾਨ ਆਰਮੀ ਇਜ਼ ਸੋ ਸਟਰੋਂਗ and Pakistan Army is so disciplined and Pakistan Army is so well known in the world दुनिया ਦੇ ਵਿੱਚ ਇਸ ਦੀ ਬੜੀ ਅੱਛੀ ਇੱਜ਼ਤ ਹੈ ਪਾਕਿਸਤਾਨ ਆਰਮੀ ਦੀ ਜਿਸ ਤਰੀਕੇ ਨਾਲ ਇਹਨਾਂ ਨੇ ਦਹਿਸ਼ਤਗਰਦੀ ਦੇ ਉੱਤੇ ਪਾਕਿਸਤਾਨ ਨੇ ਕਾਬੂ ਪਾਇਆ ਹੋਵੇ ਬੈਕ ਇਨ ਹੁਣੇ ਪਿਛਲੇ 10-15 ਸਾਲ ਵਿੱਚ ਬਹੁਤ ਵੱਡੀ ਦਹਿਸ਼ਤਗਰਦੀ ਸੀ ਜਿਸ ਦੇ ਉੱਤੇ ਕਾਬੂ ਪਾਇਆ ਔਰ ਬੜੀ ਦੁਨੀਆ ਦੇ ਵਿੱਚ ਉਸ ਦੀ ਤਾਰੀਫ ਹੋਈ ਹੈ ਇਸ ਵਜ੍ਹਾ ਤੋਂ ਕਿ ਤੁਸੀਂ ਇੱਕ ਪਕੜ ਲਈ ਹੈ ਦਹਿਸ਼ਤਗਰਦੀ ਜੀ उसका सारे तो बड़ा रीजन जोड़ा है वे वो यूनिटी ऑफ कमांड है यूनिटी ऑफ कमांड का मतलब ये कि जो पाकिस्तान आर्मी का चीफ है ही इज एवरीवन ही इज एवरीथिंग हिज वर्ड इज लॉ वो जोड़ा कोई कह देंदा वो हो जाता वे तो अगर तुहाडे कोल एक ऐसा स्ट्रोंग सैटअप होवे जिस दे विच एक बंदे ने गल कीती और हो गई सारी गल कोई नहीं रोक सकता तो नैचुरली उस दे विच जिथे उसदे अपने पॉजिटिव्स ने उसदे नेगेटिव्स भी हैं जी बिकॉज कहते हैं ना अल्टीमेट पावर करप्ट्स एब्सोलूट पावर करप्ट्स एब्सोलूटली जिस वक्त इतनी ज्यादा पावर किसी को आ जाए तो इसी वजह तो मार्शल लॉज सारा कंट्रोल पॉलिटिकल सिस्टम में कंट्रोल करना ये पॉजिटिव भी है तो नैगेटिव भी है इसकी वजह तो फौज दे विच इस वक्त जिहड़ा है वो ये है वे कि जिहड़े जूनियर सर्कल्स ने ਜਿਹੜੇ ਜਨਰਲਸ ਤੋਂ ਥੱਲੇ ਆ ਜਾਈਏ ਰੈਂਕ 2 ਸਟਾਰ 1 ਸਟਾਰ ਜਨਰਲਸ ਦੇ ਉੱਤੇ ਆ ਜਾਈਏ ਔਰ ਬਿਲੋ ਦੈਟ ਤੇ ਹਰ ਬੰਦਾ ਗੱਲ ਕਰ ਰਿਹਾ ਮੈਂ ਜਿਸਲੇ ਉਹਨੇ ਪਾਕਿਸਤਾਨ ਗਿਆ ਸਾਂ ਇਨਸੀਡੈਂਟਲੀ ਮੈਨੂੰ ਥੋੜਾ ਕੋਈ ਯੰਗ ਅਫਸਰਸ ਨਾਲ ਵੀ ਮਿਲਣ ਦੀ ਉਹ ਇਤਫਾਕ ਹੋ ਗਿਆ ਜੀ ਉਹ ਕਿਉਂਕਿ ਮੇਰੀ ਕਿਤਾਬ ਦੀ ਵਜ੍ਹਾ ਤੋਂ ਲੋਕ ਥੋੜਾ ਬਹੁਤ ਮੈਨੂੰ ਆਪਣੀ 에ਅਰ ਫੋਰਸ ਦੇ ਵਿੱਚ ਜਾਂਦੇ ਨੇ ਤੇ ਉਹ ਇੱਕ ਦੋ ਯੰਗ ਅਫਸਰਸ ਨਾਲ ਮੇਰੀ ਗੱਲ ਹੋਈ ਉਹਨਾਂ ਨੇ ਕਿਹਾ ਕਿ ਸਰ ਤੁਸੀਂ ਆਓ ਤਾਂ ਮੈਂ ਹੋਰ ਬੰਦੇ ਵੀ ਮਿਲਣਾ ਚਾਹੁੰਦਾ ਮੈਂ ਕਿਹਾ ਠੀਕ ਹੈ ਨੋ ਪ੍ਰੋਬਲਮ ਜੀ ਤੇ ਉਹਨਾਂ ਨੇ ਮੇਰਾ ਉੱਥੇ ਮੈਸ ਦੇ ਵਿੱਚ ਇੱਕ ਛੋਟਾ ਜਿਹਾ ਉਹਨਾਂ ਨੇ ਮੇਰੇ ਵਾਸਤੇ ਡਿਨਰ ਅਰੇਂਜ ਕੀਤਾ ਆਈ ਵੈਂਟ देयर एंड आई मेट few young officers ਜਿਹੜੇ ਕਿ ਮਤਲਬ ਕੋਈ ਇਤਨੇ ਸੀਨੀਅਰ ਅਫਸਰਸ ਨਹੀਂ ਸਨ ਬਟ ਦੇ ਵਰ ਲਾਈਕ ਵਿੰਗ ਕਮਾਂਡਰਸ ਐਂਡ ਸquadron ਲੀਡਰਸ वो they were so vocal वो जिहड़ी गल्लां कर रहे थे मैं कहा यार तुम लोग इतनी खुल के कैसे बात कर रहे हो आर यू नॉट स्केयर्ड ऑफ योर सर्विस और एनीथिंग वो कहते नहीं सर हमने बताया हुआ चीफ तक बात हमने पहुंचाई हुई है कि वी आर नॉट हैप्पी व्हाटएवर इज हैपनिंग हियर तो पॉलिटिकली इस वक्त बहुत स्ट्रांग जो है आर्मी के अंदर भी एक इस किस्म का वो है लेकिन क्योंकि पाकिस्तान आर्मी की जो जिहड़ी इन्हां दी ऑर्गेनाइजेशन है जी वो इतनी स्ट्रांग है कि मेरा ख्याल है कोई कूशुदा होना जड़ा है कोई ऐसी इमीडिएट पॉसिबिलिटी नहीं नजर आती जी बट यू नेवर नो व्हेन थिंग्स चेंज जिस वक्त होने ते आवे ते एवोल्यूशनरी प्रोसेस है जी एवरी रेवोल्यूशन इज फॉलोड बाय अ लॉन्ग एवोल्यूशनरी प्रोसेस ते रेवोल्यूशन का मतलब है ओवरनाइट चेंज जी एवोल्यूशनरी प्रोसेस नैचुरल प्रोसेस दे विच तपदी रहंदी है जल्दी रहंदी है लेकिन जिसले वो धमाका होंदा है तो फिर से पता ही नहीं लगता ना फिर तो बड़ा बड़ा उल्टा हो जाता है काम जी ते दैट दोज अंडर करंट्स आर देयर जी लोकां दे विच एक बहुत बड़ा गुस्सा है
ਲੋਕਾਂ ਦਾ ਸੈਂਟੀਮੈਂਟ ਜਿਹੜਾ ਵੇ ਉਹ ਹੈ ਵੇ ਲੇਕਿਨ ਪਾਕਿਸਤਾਨ ਆਰਮੀ ਇਜ਼ ਅ ਡਿਸਪਲਿਨਡ ਫੋਰਸ ਆਰਮੀ ਦੇ ਨਾਲ ਹੁਸੈਨ ਸਾਹਿਬ ਜਿਹੜੀ ਇੱਕ ਗੱਲ ਲਗਾਤਾਰ ਇਮਰਾਨ ਖਾਨ ਸਾਹਿਬ ਇੱਕ ਸ਼ਬਦ ਵਰਤਦੇ ਆਏ ਰਹੇ ਨੇ ਫੋਰਨ ਕਨਸਪੀਰੇਸੀ ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਇਹਦੇ ਬਾਰੇ ਦੇ ਵਿੱਚ ਗੱਲਬਾਤ ਕੀਤੀ ਸੀ ਪਰ ਹਾਲੇ ਵੀ ਉਹਨਾਂ ਨੇ ਇਹ ਗੱਲ ਛੱਡੀ ਨਹੀਂ ਹੈ ਤੇ ਨਾ ਹੀ ਇਹਦੇ ਬਾਰੇ ਦੇ ਕੁਝ ਬਹੁਤ ਜ਼ਿਆਦਾ ਠੋਸ ਸਬੂਤ ਦਿੱਤੇ ਨੇ ਕਿਵੇਂ ਦੇਖਦੇ ਹੋ ਤੁਸੀਂ ਇਸ ਗੱਲ ਨੂੰ ਦੇਖੋ ਉਸ ਦਾ ਕੋਈ ਵੀ ਸੋਲਿਡ ਪ੍ਰੂਫ ਤੇ ਹੈ ਨਹੀਂ ਕੋਈ ਐਸੀ ਸੋਲਿਡ ਐਵੀਡੈਂਸ ਨਹੀਂ ਹੈ ਜਿਹੜੀ ਕਹਿੰਦੇ ਨੇ ਰਿਜੀਮ ਚੇਂਜ ਜੀ ਲੇਕਿਨ ਅਗਰ ਹਿਸਟਰੀ ਦੇਖੋ ਤੇ ਰਿਜੀਮ ਚੇਂਜ ਦੇ ਵਿੱਚ ਅਮਰੀਕਾ ਇਜ਼ ਨੋਨ ਹੁਣ ਤੇ ਜਿਹੜੀ ਇਹਨਾਂ ਦੀ 50 ਸਾਲ 30 ਸਾਲ ਪਹਿਲੀ ਜਿਹੜੀ ਡਾਕੂਮੈਂਟਸ ਡੀਕਲਾਸੀਫਾਈ ਹੋ ਗਏ ਨੇ ਜਿਨ੍ਹਾਂ ਨੇ ਦੱਸਿਆ ਲੈਟਿਨ ਅਮਰੀਕਾ ਦੇ ਵਿੱਚ ਚਿਲੀ ਦੇ ਵਿੱਚ ਕਿਊਬਾ ਦੇ ਵਿੱਚ ਕਿੰਨੇ ਅਟੈਂਪਟਸ ਕੀਤੇ ਨੇ ਇਹਨਾਂ ਨੇ ਉਸ ਦੇ ਉੱਤੇ ਵੀ 70 ਅਟੈਂਪਟਸ ਕੀਤੇ ਸਨ ਫੈਡਰਲ ਕਾਸਟਰੋ ਤੇ ਜੀ ਰਿਜੀਮ ਚੇਂਜ ਕਰਨ ਵਾਸਤੇ ਤਾਂ ਇਹ ਤੇ ਦਿਸ ਇਜ਼ ਫॉर श्योर ਨੋਨ ਅਮਰੀਕਨਸ ਕਿ ਰਿਜੀਮ ਚੇਂਜ ਕਰ ਦੇਣ ਦੇ ਵਰ ਇਨਵੋਲਵਡ ਇਨ ਇਰਾਕ ਲੀਬੀਆ ਇਹ ਰਿਜੀਮ ਚੇਂਜ ਕੋਵਰਟ ਆਪਰੇਸ਼ਨਸ ਵੀ ਨੇ ਤੇ ਓਵਰਟ ਆਪਰੇਸ਼ਨਸ ਵੀ ਨੇ ਲੀਬੀਆ ਦੇ ਪ੍ਰੈਜ਼ੀਡੈਂਟ ਗਦਾਫੀ ਦੇ ਉੱਤੇ ਇਹਨਾਂ ਨੇ ਉੱਤੇ ਉਸਦੇ ਪੈਲੇਸ ਦੇ ਉੱਤੇ ਆ ਕੇ ਸਿੱਧੇ ਬੰਬਾਰੀ ਕਰ ਦਿੱਤੀ ਸੀ ਜੀ ਜਿਸ ਦੇ ਵਿੱਚ ਉਸਦਾ ਇੱਕ ਜਿਹੜਾ ਲਿਪਾਲਕ ਬੱਚੀ ਸੀ ਜਿਹੜੀ ਉਹਨੇ ਪਾਲੀ ਦੀ ਸੀ ਉਹ ਮਾਰੀ ਵੀ ਗਈ ਸੀ ਤੇ ਅਮਰੀਕਨਸ ਆਰ ਵੈਰੀ ਕਲੀਅਰ ਅਬਾਊਟ ਇਟ ਉਸ ਦੇ ਵਿੱਚ ਕੋਈ ਐਸਾ ਉਹ ਨਹੀਂ ਹੈ ਤੇ ਪਾਕਿਸਤਾਨ ਦੇ ਵਿੱਚ ਜਿਹੜਾ ਉਸ ਸਾਈਫਰ ਦੀ ਜਿਹੜੀ ਗੱਲ ਦੱਸਦਾ ਨਾ ਇਮਰਾਨ ਖਾਨ ਉਹ ਜਿਹੜੀ ਉਹਨੇ ਸ਼ੁਰੂ ਕੀਤੀ ਸੀ ਕਿ ਜਿਸਲੇ ਉਸ ਦੀ ਹਕੂਮਤ ਚੇਂਜ ਹੋਈ ਸੀ ਕਿ ਉੱਥੋਂ ਇੱਕ ਸਾਈਫਰ ਭੇਜਿਆ ਸੀ ਅਮਰੀਕਨ ਅੰਡਰ ਸੈਕਟਰੀ ਜਿਹੜਾ ਹੈ ਨਾ ਜੀ ਡੋਨਲਡ ਲੂ ਹਾਂਜੀ ਉਹ ਅੰਡਰ ਸੈਕਟਰੀ ਫॉर ਸਾਊਥ ਏਸ਼ੀਅਨ ਰੀਜਨ ਉਸ ਦੀ ਤੇ ਪਾਕਿਸਤਾਨੀ ਐਮਬੈਸਡਰ ਦੀ ਇੱਕ ਮੁਲਾਕਾਤ ਹੋਈ ਸੀ ਜੀ ਉਸ ਮੁਲਾਕਾਤ ਦੇ ਵਿੱਚ ਉਹਨੇ ਕਿਹਾ ਡੋਨਲਡ ਲੂ ਨੇ he told to Pakistani ambassador Asad Majid और असद मजीद ने आके ये गल जी नेशनल सिक्योरिटी काउंसिल ਦੇ ਵਿੱਚ ਕੀਤੀ ਹੈ ਜੀ ਮਤਲਬ ਇਹ ਸਾਰੀ ਜਗ੍ਹਾ ਵੈਲ ਪਬਲਿਸ਼ਡ ਚੀਜ਼ਾਂ ਨੇ ਕੋਈ ਐਸੀ ਨਹੀਂ ਇਮਰਾਨ ਖਾਨ ਨੇ ਵੀ ਉਹ ਪਰਚਾ ਲਗਾਇਆ ਸੀ ਕਿ ਉਹ ਗੁਫ਼ਤਗੂ ਹੈ ਜੀ ਉਸ ਗੁਫ਼ਤਗੂ ਦੇ ਜਿਹੜੇ ਮਿੰਟਸ ਹਨ ਜਿਹੜੀ ਭੇਜੀ ਸੀ ਉਹ ਗੁਫ਼ਤਗੂ ਸਾਈਫਰ ਭੇਜਦੇ ਨੇ ਨਾ ਐਮਬੈਸਡਰਸ ਜਿਹੜੇ ਆਪਣੇ ਕੰਟਰੀ ਨੂੰ ਭੇਜਦੇ ਨੇ ਉਹ ਕੋਡਡ ਮੈਸੇਜ ਹੁੰਦੇ ਨੇ ਉਹ ਜਿਸਲੇ ਆਉਂਦੇ ਨੇ ਆਪਣੇ ਮੁਲਕ ਵਿੱਚ ਫੋਰਨ ਆਫਿਸ ਵਾਲੇ ਉਹਨੂੰ ਡੀਸਾਈਫਰ ਕਰਦੇ ਨੇ ਜਿਸਲੇ ਡੀਸਾਈਫਰ ਕਰਦੇ ਹੋ ਡੀਕੋਡ ਕਰਦੇ ਤਾਂ ਫਿਰ ਤੁਹਾਨੂੰ ਉਹ ਮੈਸੇਜ ਇਹ ਸੀ ਕਿ ਡੋਨਲਡ ਲੂ ਨੇ ਕਿਹਾ ਸੀ ਜੀ ਕਿ ਇਮਰਾਨ ਖਾਨ ਨੂੰ ਕੱਢੋ ਬਿਕਾਜ਼ ਇਮਰਾਨ ਖਾਨ ਦੌਰਾ ਕਰਕੇ ਆਇਆ ਸੀ ਰਸ਼ੀਆ ਦਾ ਜੀ ਯੂਕਰੇਨ ਦੀ ਵਾਰ ਦੇ ਵਿੱਚ ਇਮਰਾਨ ਖਾਨ ਦਾ ਸਟਾਂਸ ਡਿਫਰੈਂਟ ਸੀ ਮੇਰੇ ਖਿਆਲ ਦੇ ਵਿੱਚ 24 ਫਰਵਰੀ ਤੋਂ ਇੱਕ ਅੱਧਾ ਦਿਨ ਪਹਿਲਾਂ ਜਾਂ ਮਗਰੋਂ ਸ਼ਾਇਦ ਪਹਿਲੇ ਇੱਕ ਦਿਨ ਪਹਿਲਾਂ ਇਹ ਇੱਕ ਰਾਤ ਪਹਿਲਾਂ ਪਹੁੰਚਿਆ ਜਿਸ ਦਿਨ ਪਹੁੰਚਿਆ ਉਸ ਦਿਨ ਨੈਕਸਟ ਡੇ ਜਿਹੜਾ ਸੀ ਵਲਾਦੀਮੀਰ ਪੁਤਿਨ ਨੇ ਅਟੈਕ ਕਰ ਦਿੱਤਾ ਸੀ ਯੂਕਰੇਨ ਨੂੰ तो now he was in a very tricky situation ਕੀ ਕਰੇ ਆਇਆ ਜਾਵੇ ਇੱਕ ਮੁਲਕ ਚ ਤੇ ਉਹਨੂੰ ਤੋਂ ਵਾਪਸ ਨਿਕਲੇ ਕੀ ਕਰੇ ਬਹਰਹਾਲ ਉਹ ਜਿਹੜਾ ਸੀ ਉਹ ਉਸ ਦਾ ਅਮਰੀਕਾ ਨੂੰ ਬਹੁਤ ਸਖਤ ਉਸ ਦਾ ਗਰਾ ਸੀ ਔਰ ਉਸ ਦੇ ਵਿੱਚ ਕਹਿੰਦੇ ਨੇ ਜਨਰਲ ਬਾਜਵਾ ਜਿਹੜਾ ਸੀ ਫਾਰਮਰ ਚੀਫ ਆਫ ਦਾ ਆਰਮੀ ਸਟਾਫ ਹੀ ਵਾਸ ਵਨ ਆਫ ਦੋਸ ਪੀਪਲ ਜਿਹਨੇ ਕਿਹਾ ਜੀ ਤੁਸੀਂ ਜਾਓ ਰਸ਼ੀਆ और अमेरिका ने जाके किया ही वाज लॉबिंग फॉर हिमसेल्फ और एक खबर इमरान खान ने इस तरह दसिया ने कि उन्हें अमेरिकन नूं जाके कहा कि जी इमरान खान साडे कोलों पुछे बगैर चला गया जी उस तरह अमरीका दा ते इमरान खान दा जिहड़ा सी ना टसल शुरू हो गई जिस दी वजह तो अमरीका ने वो रजीम चेंज दा किया ਉਹ ਰਜੀਮ ਚੇਂਜ ਅਮਰੀਕਾ ਨੇ ਕਿਹਾ ਤੇ ਉਸ ਦੇ ਜਿਹੜੇ ਸਹੂਲਤਕਾਰ ਸਨ ਜਿਹੜੇ ਲੋਕ ਇੱਥੇ ਸਨ ਪਾਕਿਸਤਾਨ ਦੇ ਵਿੱਚ ਜਿਸ ਦੇ ਵਿੱਚ ਉਹ ਆਪੋਜੀਸ਼ਨ ਦੇ ਉੱਤੇ ਵੀ ਉਹ ਲਾਉਂਦੇ ਨੇ ਔਰ ਪਾਕਿਸਤਾਨ ਦੀ ਫੌਜ ਦੇ ਉੱਤੇ ਜਨਰਲ ਬਾਜਵਾ ਦੇ ਉੱਤੇ ਇਲਜ਼ਾਮ ਲਾਉਂਦੇ ਨੇ ਕਿ ਇਹਨਾਂ ਨੇ ਮਿਲ ਕੇ ਮੇਰੀ ਹਕੂਮਤ ਗਿਰਾਈ ਜੀ तो दैट इज द रजीम चेंज ਉਸ ਦੀ ਹੋਵੇ ਹੁਣ ਜਿਹੜੀ ਚੀਜ਼ਾਂ ਉਹ ਦੇਖੋ ਤੇ ਇਟ ਇਜ਼ ਮੇਕਿੰਗ ਸੈਂਸ ਕਿਉਂਕਿ ਹੁਣ ਤੁਸੀਂ ਜਿਹੜਾ ਵੱਡੀ ਪਿਕਚਰ ਦੇ ਵਿੱਚ ਆ ਜਾਓ ਅਮਰੀਕਨ ਚਾਈਨਾ जी जरा curtail ਕਰਨ ਦਾ ਐਂਬੀਸ਼ਨਸ ਨੇ ਇਮਰਾਨ ਖਾਨ ਵਾਸ ਵਨ ਮੈਨ ਜਿਹੜਾ ਅਮਰੀਕਾ ਨੂੰ ਅੱਖਾਂ ਦਿਖਾ ਰਿਹਾ ਸੀ ਜੀ ਉਹਨਾਂ ਨੇ ਜਿਸਲੇ ਬੋਲਿਆ ਜੀ ਕਿ ਉਹ ਬੇਸਿਸ ਦਿਓਗੇ ਕਿ ਨਹੀਂ ਤੇ ਕਹਿੰਦਾ ਸੀ ਐਬਸੋਲੂਟਲੀ ਨਾਟ ਜੀ ਬੜਾ ਓਪਨਲੀ ਅਮਰੀਕਾ ਦੇ ਖਿਲਾਫ ਸੀ ਸੋ ਇਟ ਇਜ਼ ਮੇਕਿੰਗ ਮੋਰ ਸੈਂਸ ਟੂ ਮੀ ਪਰਸਨਲੀ ਕਿ ਯੈਸ देयर वाज ਅਮਰੀਕਨ ਇਨਵੋਲਵਮੈਂਟ ਇਨ ਰਜੀਮ ਚੇਂਜ ਆਫ ਇਮਰਾਨ ਖਾਨਸ ਗਵਰਨਮੈਂਟ ਜੀ ਓਕੇ ਹੁਸੈਨ ਸਾਹਿਬ ਤੁਸੀਂ ਜ਼ਿਕਰ ਕੀਤਾ ਸੀ ਮੈਂ ਤੁਹਾਨੂੰ ਕਿਹਾ ਸੀ ਕਿ ਆਖਿਰ ਦੇ ਵਿੱਚ ਆਪਾਂ ਜਿਹੜੀ ਪਪੂਲੈਰਿਟੀ ਦਾ ਗ੍ਰਾਫ ਹੈ
ਉਹ ਲਗਾਤਾਰ ਅਪ੍ਰੈਲ ਮਹੀਨਾ ਪਿਛਲੇ ਸਾਲ ਦਾ ਉਸ ਤੋਂ ਬਾਅਦ ਅੱਪ ਜਾ ਰਿਹਾ ਇਮਰਾਨ ਖਾਨ ਹੋਣਾ ਦਾ। ਹੁਣ ਰੀਸੈਂਟਲੀ ਇੱਕ ਸਰਵੇ ਹੋਇਆ ਜਿਹਦਾ ਤੁਸੀਂ ਵੀ ਜ਼ਿਕਰ ਕੀਤਾ, ਗੈਲਪ ਪਾਕਿਸਤਾਨ ਗਰੁੱਪ ਵੱਲੋਂ ਇਹ ਪਬਲਿਸ਼ ਹੋਇਆ, ਪਬਲਿਕ ਪਲਸ ਰਿਪੋਰਟ ਉਹਨਾਂ ਨੇ ਆਪਣੀ ਦਿੱਤੀ। ਉਹ ਕਹਿੰਦੇ ਨੇ ਕਿ ਬਈ 61% ਜਿਹੜੇ ਉਹਨਾਂ ਦਾ ਸੈਂਪਲ ਗਰੁੱਪ ਜਿਹੜਾ 2000 ਰਿਸਪੋਂਡੈਂਟਸ ਉਹਦੇ ਵਿੱਚ ਉਹਨਾਂ ਨੇ ਲਏ ਸੀ, ਉਹਦੇ ਵਿੱਚੋਂ 61% ਪਾਕਿਸਤਾਨੀਜ਼ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ। ਹੀ ਹੈਜ਼ ਬੀਨ ਪੋਜ਼ਿਟਿਵਲੀ ਰੇਟਡ। ਸੋ ਸੱਤਾ ਤੋਂ ਬਾਹਰ ਹੋਣ ਤੋਂ ਬਾਅਦ ਲਗਾਤਾਰ ਮੈਨੂੰ ਲੱਗਦਾ ਕਿ ਉਹਨਾਂ ਨੇ ਆਪਣਾ ਜਿਹੜਾ ਸੰਪਰਕ ਹੈ ਆਮ ਜਨਤਾ ਦੇ ਨਾਲ ਵਧਾਇਆ ਤੇ ਪਹਿਲਾਂ ਨਾਲੋਂ ਵੀ ਕਿਤੇ ਜ਼ਿਆਦਾ ਜ਼ਬਰਦਸਤ ਲੀਡਰ ਬਣ ਕੇ ਆ ਰਹੇ ਨੇ। ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਉਸਦੀ ਸਾਹਮਣੇ ਨਜ਼ਰ ਆਉਂਦਾ ਨਾ ਇਮਰਾਨ ਖਾਨ ਨੇ ਕੀ ਕੁਝ ਕੀਤਾ ਹੋਵੇ। ਇਟ ਇਜ਼ ਨਾਟ ਲਾਈਕ ਦਿਸ ਕਿ ਉਹਨੂੰ ਇੰਜ ਘਰ ਬੈਠੇ ਮਿਲ ਗਿਆ ਜੀ। ਨੰਬਰ 1 ਇਹ ਵੇ ਕਿ ਉਹ ਆਪਣਾ ਮੈਸੇਜ ਜਿਹੜਾ ਸੀ, ਆਪਣਾ ਨੈਰੇਟਿਵ ਜਿਹੜਾ ਸੀ ਜਾਂ ਉਸਦਾ ਬਿਆਨੀਆ ਜਿਹੜਾ ਸੀ ਨਾ, ਉਹ ਬਣਾਉਣ ਦੇ ਵਿੱਚ ਬਹੁਤ ਸਹੀ ਤਰੀਕੇ ਨਾਲ ਕਾਮਯਾਬ ਹੋ ਗਿਆ ਔਰ ਲੋਕਾਂ ਨੇ ਐਕਸੈਪਟ ਕਰ ਲਿਆ ਉਹਨੂੰ ਕਿ ਇਹ ਠੀਕ ਕਹਿ ਰਿਹਾ। ਅਸਲ ਚੀਜ਼ ਤੇ ਪਰਸੈਪਸ਼ਨ ਹੈ ਨਾ ਕਿ ਤੁਸੀਂ ਕੀ ਸਮਝਦੇ ਹੋ ਇਹ ਚੀਜ਼ ਸਹੀ ਹੈ ਜਾਂ ਨਹੀਂ ਹੈ। ਰਿਐਲਿਟੀ ਇਜ਼ ਡਿਫਰੈਂਟ। ਉਹ ਭਾਵੇਂ ਰਿਐਲਿਟੀ 'ਚ ਹੋਵੇ ਜਾਂ ਨਾ ਹੋਵੇ। ਮੈਨੂੰ ਇਹ ਲੱਗਦਾ ਸਰ, ਤੁਹਾਨੂੰ ਵਿੱਚ ਟੋਕ ਰਿਹਾ ਕਿ ਉਹਨਾਂ ਨੇ ਜਿੰਨੀ ਮਿਹਨਤ ਕੀਤੀ ਆਮ ਲੋਕਾਂ ਦੇ ਨਾਲ ਸੰਪਰਕ 'ਚ, ਉਸ ਤੋਂ ਬਾਅਦ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਰਿਐਲਿਟੀ ਉਹਨਾਂ ਨੇ ਦੱਸੀ, ਉਸ ਤੋਂ ਬਾਅਦ ਜੋ ਇਕਨੋਮਿਕ ਹਾਲਾਤ ਰਹੇ, ਜਿਸ ਤਰ੍ਹਾਂ ਦੀਆਂ ਮਾੜੀਆਂ ਹਾਲਾਤਾਂ ਦੇ ਵਿੱਚ ਲੋਕਾਂ ਨੂੰ ਲੰਘਣਾ ਪੈ ਰਿਹਾ ਹੈ, ਇਹ ਸਾਰੀਆਂ ਚੀਜ਼ਾਂ ਕੋਰਿਲੇਟ ਹੋ ਗਈਆਂ। ਲੋਕਾਂ ਨੂੰ ਇਹ ਲੱਗਣ ਲੱਗ ਗਿਆ ਕਿ ਇਮਰਾਨ ਖਾਨ ਬਿਲਕੁਲ ਸੱਚ ਬੋਲ ਰਹੇ ਨੇ। ਬਿਲਕੁਲ ਸਹੀ ਕਹਿ ਰਹੇ ਹੋ ਔਰ ਵਾਕਈ ਸੱਚ ਬੋਲ ਰਿਹਾ ਉਹ ਜੀ। ਇਹਨਾਂ ਨੇ ਜਿਹੜੀ ਤਬਾਹੀ ਮਚਾਈ ਹੈ ਉਹਨੇ ਸਾਰਿਆਂ ਤੋਂ ਪਹਿਲਾਂ ਸ਼ੁਰੂ ਕੀਤਾ। ਉਹਨੇ ਗੱਲ ਕੀਤੀ, ਉਹਨੇ ਕਿਹਾ ਕਿ ਮੇਰੀ ਹਕੂਮਤ ਜਿਹੜੀ ਹੈ ਅਮਰੀਕਾ ਨੇ ਕਹਿਣ ਤੇ ਗਰਾਈ ਗਈ ਹੈ ਔਰ ਅਮਰੀਕਾ ਦੇ ਐਂਟੀ ਅਮਰੀਕਨ ਸੈਂਟੀਮੈਂਟ ਤੇ ਸਾਰੀ ਦੁਨੀਆ ਦੇ ਵਿੱਚ, ਪਾਕਿਸਤਾਨ ਇਜ਼ ਨੋ ਐਕਸੈਪਸ਼ਨ। ਸਾਰੀ ਦੁਨੀਆ ਕਿੱਥੇ ਵੀ ਤੁਸੀਂ ਗੱਲ ਕਰਨੀ ਹੈ ਅਮਰੀਕਾ ਦੇ ਖਿਲਾਫ ਗੱਲ ਕਰੋ ਔਰ ਇੱਕ ਸਾਈਜ਼ੇਬਲ ਲੋਕ ਜਮ੍ਹਾਂ ਹੋ ਜਾਂਦੇ ਨੇ। ਪਹਿਲਾਂ ਉਸਦਾ ਇਹ ਚੀਜ਼ ਜਿਹੜੀ ਸੀ ਨਾ ਲੋਕਾਂ ਨੇ ਐਕਸੈਪਟ ਕਰ ਲਈ, ਮੰਨ ਲਈ। ਲੋਕਾਂ ਨੂੰ ਯਕੀਨ ਹੋ ਗਿਆ ਇਸ ਗੱਲ ਦੇ ਉੱਤੇ ਕਿ ਵਾਕਈ ਅਮਰੀਕਾ ਇਸ ਦੇ ਪਿੱਛੇ ਸੀ। ਉਸਦੇ ਰੀਜ਼ਨਸ ਨੇ, ਇਮਰਾਨ ਖਾਨ ਦੀ ਸਟੇਟਮੈਂਟਸ ਨੇ ਅੱਗੇ ਪਿੱਛੇ, ਉਹ ਲੋਕ ਮੰਨ ਗਏ ਨੇ। ਦੂਸਰੀ ਚੀਜ਼ ਇਹ ਹੋਈ ਹੈ ਕਿ ਇਹ ਜਿਹੜੇ ਲੋਕ ਆਏ ਨੇ ਇਹ ਤੇ ਦੁਨੀਆ ਦੇ ਵਿੱਚ ਮਸ਼ਹੂਰ ਚੋਰ ਨੇ, ਮਸ਼ਹੂਰ ਡਾਕੂ ਨੇ। ਇਹ ਕੋਈ ਪੋਲੀਟੀਸ਼ੀਅਨ ਨਹੀਂ ਹੈ। ਇਹ ਦੁਨੀਆ ਦੇ ਬਿਹਤਰੀਨ ਜਿਹੜੇ ਨੰਬਰ 3 ਦੇ 1 2 ਉਹ 10 ਮੈਂ ਕੋਈ ਦੇਖੀ ਸੀ ਪਿਛਲੇ ਦਿਨਾਂ ਕੋ ਵਰਲਡ ਜਿਹੜੇ 10 ਕਰਪਟ ਤਰੀਨ ਹੁਕਮਰਾਨ ਦੇ ਜੀ। ਉਹ ਨਵਾਜ਼ ਸ਼ਰੀਫ ਸਾਹਿਬ ਨੰਬਰ 1 ਸੀ। ਦੂਜੇ ਜਾਂ ਤੀਜੇ ਨੰਬਰ ਤੇ ਆਉਂਦੇ ਹੋਣੇ। ਨਹੀਂ, ਨਵਾਜ਼ ਸ਼ਰੀਫ ਨੰਬਰ 1 ਸੀ ਜਨਾਬ ਜੀ। ਤੇ ਆਸਿਫ ਜ਼ਰਦਾਰੀ ਕੋਈ 7ਵੇਂ 8ਵੇਂ ਨੰਬਰ ਤੇ ਸੀ। ਤੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਵੀ ਐਸਟੈਬਲਿਸ਼ ਹੋ ਗਈਆਂ ਨੇ। ਲੋਕਾਂ ਨੇ ਮੰਨ ਲਿਆ ਕਿ ਇਹ ਚੋਰ ਨੇ ਯਾਰ। ਅਗਰ ਇਮਰਾਨ ਖਾਨ ਨੂੰ ਕੱਢ ਕੇ ਕਿਸੇ ਹੋਰ ਨੂੰ ਲੈ ਆਉਂਦੇ ਜੀ, ਜਿਸ ਦਾ ਕੁਝ ਪਤਾ ਹੀ ਨਾ ਹੁੰਦਾ, ਉਹਨਾਂ ਨੂੰ ਹੁਕੂਮਤ ਦੇ ਦਿੰਦੇ, ਉਹ ਜ਼ਿਆਦਾ ਅੱਛੀ ਹੋਣੀ ਸੀ। ਲੋਕਾਂ ਨੂੰ ਗੁੱਸਾ ਇਸ ਚੀਜ਼ ਦਾ ਵੇ ਕਿ ਇਹਨਾਂ ਨੇ ਇੱਕ ਤਾਂ ਬਾਹਰ ਵਾਲੇ ਦੇ ਮੁਲਕ ਨਾਲ ਮਿਲ ਕੇ ਹੁਕੂਮਤ ਕਰਾਈ, ਨੰਬਰ 2 ਚੋਰ ਲੈ ਆਏ, ਉਹ ਨੰਬਰ 3 ਉਹਨਾਂ ਚੋਰਾਂ ਨੇ ਇਤਨੀ ਇਸ ਮਰਤਬਾ ਤਬਾਹੀ ਮਚਾਈ ਹੈ ਕਿ ਮਹਿੰਗਾਈ ਜਿਹੜੀ ਹੈ ਉਹ ਅਸਮਾਨ ਤੋਂ ਪਾਰ ਹੋ ਗਈ ਹੈ। ਲੋਕਾਂ ਦੇ ਬਸ ਦੇ ਵਿੱਚ ਨਹੀਂ ਰਿਹਾ। ਚੋਰੀ ਡਾਕੂ, ਜਿਸਲੇ ਤੁਹਾਡੇ ਮੁਲਕ ਦੇ ਵਿੱਚ ਅਫਰਾ ਤਫਰੀ ਹੋਏਗੀ ਇਕਨੋਮਿਕਸ ਦੀ ਤੇ ਕੀ ਹੋਏਗਾ? ਤੁਹਾਡੇ ਸੋਸ਼ਲ ਸਿਸਟਮ ਜਿਹੜਾ ਵੇ ਉਹ ਸਾਰਾ ਤਬਾਹ ਹੋ ਜਾਏਗਾ। ਲੋਕਾਂ ਕੋਲ ਜਿਸਲੇ ਪੈਸੇ ਨਹੀਂ ਹੋਣਗੇ ਉਹ ਚੋਰੀਆਂ ਕਰਨਗੇ, ਡਾਕੇ ਪਾਣਗੇ। ਉਸ ਤੋਂ ਬਦਨਜ਼ਮੀ ਹੋਈ, ਪੂਰਾ ਸਿਕਿਉਰਿਟੀ ਦਾ ਸਿਸਟਮ ਖਰਾਬ ਹੋਇਆ ਤੇ ਪਾਕਿਸਤਾਨ ਨੂੰ ਤੇ ਤਬਾਹੀ ਤੋਂ ਤਬਾਹੀ ਮਿਲੀ ਨਾ ਇਮਰਾਨ ਖਾਨ ਦੇ ਜਾਣ ਬਾਅਦ। ਹੁਸੈਨ ਸਾਹਿਬ, ਰੀਸੈਂਟ ਜਿਹੜੀ ਅਪਡੇਟ ਹੈ ਹੁਸੈਨ ਸਾਹਿਬ 7 ਮਾਰਚ ਦੀ, ਅੱਜ ਉਹਨਾਂ ਦਾ ਜਿਹੜਾ ਅਰੈਸਟ ਵਾਰੰਟ ਉਹ ਸਸਪੈਂਡ ਹੋ ਗਿਆ। 13 ਤਰੀਕ ਨੂੰ ਉਹਨਾਂ ਨੇ 13 ਮਾਰਚ ਨੂੰ ਦੁਬਾਰਾ ਕੋਰਟ ਦੇ ਵਿੱਚ ਜਾਣਾ ਹੈ। ਕਿਸ ਤਰ੍ਹਾਂ ਦੀ ਸਟ੍ਰੈਟਜੀ ਹੋਊਗੀ? ਮੈਂ ਖਾਸ ਤੌਰ ਤੇ ਇਹਦੇ ਨਾਲ ਤੁਸੀਂ ਇਹ ਵੀ ਜੋੜ ਦਿਓ ਕਿਉਂਕਿ ਆਪਣੇ ਕੋਲ ਸਮਾਂ ਬੜਾ ਘੱਟ ਰਹਿ ਗਿਆ। ਖੈਬਰ ਪਖਤੂਨਖਵਾ ਤੇ ਪੰਜਾਬ ਦੀਆਂ ਜਿਹੜੀਆਂ ਇਲੈਕਸ਼ਨ ਅਸੈਂਬਲੀਜ਼ ਇਹਨਾਂ ਨੇ ਡਿਸੋਲਵ ਕੀਤੀਆਂ ਸੀ, ਉਹਦਾ ਕਾਰਨ ਕੀ ਸੀਗਾ ਤੇ ਨੈਕਸਟ ਸਟ੍ਰੈਟਜੀ ਬਾਰੇ ਵੀ ਵਿਸਥਾਰ ਚ ਦੱਸੋ। ਦੇਖੋ ਜੀ, ਜਿਹੜਾ ਸਾਰਿਆਂ ਤੋਂ ਪਹਿਲਾਂ ਜਿਹੜੀ ਚੀਜ਼ ਹੈ ਨਾ ਅਰੈਸਟ ਵਾਰੰਟਸ ਦੀ, ਉਹ ਤਾਂ ਨਿਕਲਦੇ ਰਹਿਣਗੇ ਇਮਰਾਨ ਖਾਨ ਦੇ, ਲੇਕਿਨ ਪਬਲਿਕ ਪ੍ਰੈਸ਼ਰ ਇਤਨਾ ਹੁੰਦਾ ਹੈ ਕਿ ਜਿਸਲੇ ਵੀ ਇਹ ਗ੍ਰਿਫਤਾਰ ਕਰਨ ਜਾਂਦੇ ਨੇ ਉਹ ਗ੍ਰਿਫਤਾਰ ਨਹੀਂ ਕਰ ਸਕਦੇ। ਬਟ ਦੈਟਸ ਨਾਟ ਦਾ ਸੋਲੂਸ਼ਨ। ਦੇਖੋ, ਜਿਸਲੇ ਅਰੈਸਟ ਵਾਰੰਟ ਹੁੰਦਾ ਤਾਂ ਕਾਨੂੰਨੀ ਗੱਲ ਹੈ ਕਿ ਤੁਹਾਨੂੰ ਪੇਸ਼ ਹੋਣਾ ਪਵੇਗਾ ਜੀ। ਬਹਰਹਾਲ ਲੋਕ ਕੋਰਟਸ ਦਾ ਉਹ ਚੱਲ ਰਿਹਾ ਵੇ, ਇਹ ਤੇ ਇੱਕ ਇਹਨਾਂ ਦੀ ਇੱਕ ਗੇਮ ਲੱਗੀ ਦੀ ਹੈ ਉਹ ਕਿ ਗਵਰਨਮੈਂਟ ਇਸ ਦੇ ਪਿੱਛੇ ਆਉਂਦੀ ਹੈ ਫਿਰ ਵਾਪਸ ਨੱਸ ਜਾਂਦੀ ਹੈ। ਤੇ ਦੂਸਰੀ ਚੀਜ਼ ਜਿਹੜੀ ਸਾਰਿਆਂ ਤੋਂ ਇੰਪੋਰਟੈਂਟ ਚੀਜ਼ ਹੈ ਉਹ ਇਲੈਕਸ਼ਨ ਹੈ। ਬਿਲਕੁਲ, इमरान खान ने गवर्नमेंट के साथ तोड़ी सी अपनी। देखो, आज तक पाकिस्तान इतनी होया कि कोई सिटिंग गवर्नमेंट KPK खैबर पख्तूनख्वा ते पंजाब दे विच इमरान खान दी सिटिंग गवर्नमेंट सी। बिल्कुल, उन्हें असेंबली डिसॉल्व की किस वास्ते? बिकॉज ही वांटेड कि नेशनल असेंबली भी डिसॉल्व होवे ते सारी पाकिस्तान दे विच दोबारा तो चोणां होण जी, इलैक्शन दोबारा होने चाहिए ने, क्योंकि लोगों का इस वक्त हो रहे गवर्नमेंट नूं पता वे तुसीं हुण दस्से ने जिहड़ा गैलप दा सर्वे दस्सिया वे
ये इस किस्म के जितने भी सर्वे हो रहे हैं, गैलप का तो एक सर्वे है, असल सर्वे जो होंगे वो आंदा वे इंटैलीजेंस ब्यूरो और ISI का सर्वे, IB ते ISI तो जो सर्वे शायद उससे तो डर लगता सरकार उत्थे तो सही फक्त उन्होंने मिलदियां ने ना, उत्थों लोग है इन्हां दी मौत है जो इलैक्शन हो गए थे, लेकिन ये बच भी नहीं सकते ने। इस वक्त चक्कर ये होया है, बाकी सारी फोर्सेस अगेंस्ट ने, जुडिशरी दे विच कोई थोड़ी बहुत जड़ी है ना वो नजर आ रही है कि लोगों ने जिस तरीके नाल जुडिशरी ने रिस्पॉन्ड करना शुरू किया है तो सुप्रीम कोर्ट के जो डिसीजन ने, सुप्रीम कोर्ट का डिसीजन सी कि इलैक्शन कराओ पंजाब दे विच ते KPK दे विच, क्योंकि कॉन्स्टिट्यूशन कहता 90 दिन दे विच इलैक्शन होने चाहिए, लेकिन हुण वो इलैक्शन नहीं कराएंगे। उन्होंने पूरी कोशिश रहेगी कि इलैक्शन ना कराइए, केयर टेकर गवर्नमेंट रख के करिए, तो बहरहाल यही देखने वाली चीज है, क्योंकि इलैक्शन हुई तो वो मारे जाएंगे और इमरान खान ये चाहता है कि इलैक्शन हो। जी हुसैन साहब, एक बहुत मसालेदार जो क्वेश्चन सवाल तुहानूं आखिर दे विच पुछांगा। मैं सोशल मीडिया ते वेखदा है कि लोग कह दिंदे ने बई वड्डा भरा है भारत, जे मदद मंग भी लवांगे तो फिर की हो जाऊगा। मैनूं पता है कि लड़ाइयां हो चुकियां ने, जंगा हो चुकियां ने, लगातार टेंशन रहिंदी है बॉर्डर ते भी, इवन कि इंटरनेशनल जिहड़े रिलेशनस दे विच जिहड़ी डिप्लोमेसी है वो भी इस तरह सीधे तौर पर अलाउ नहीं करती। पर इहदे विच हर्ज भी की है, क्योंकि इंडिया का जिहड़ा सिनारियो इकनॉमिक सिनारियो है काफ़ी अगे जा रहा है। इवन ਜਿਹੜੀਆਂ ਆਪਾਂ ਕਹੀਏ ਕਿ ਵਿਸ਼ਵ ਪੱਧਰ ਦੇ ਉੱਤੇ ਜਿਹੜੀਆਂ ਫੋਰਸਿਸ ਨੇ ਉਹ ਵੀ ਇਸ ਗੱਲ ਨੂੰ ਮੰਨਦੀਆਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਹੈ ਜਿਹੜਾ ਪਹਿਲੀਆਂ 3 ਇਕਨੋਮੀਜ਼ ਦੇ ਵਿੱਚੋਂ ਇੱਕ ਹੋਊਗਾ। ਨਾਲੇ ਤਾਂ ਹਾਲਾਤ ਸੁਧਰਦੇ ਨੇ, ਨਾਲੇ ਲੋਕਾਂ ਦਾ ਮਨ ਸ਼ਾਂਤ ਹੋ ਜਾਣਾ, ਇਹਦੇ ਵਿੱਚ ਕੁਝ ਬੁਰਾ ਵੀ ਨਹੀਂ ਲੱਗਦਾ ਮੈਨੂੰ। ਤੁਹਾਨੂੰ ਲੱਗਦਾ ਕੋਈ ਪੋਸਿਬਿਲਿਟੀ ਹੈ? ਵੈਰੀ ਗੁੱਡ ਕੁਐਸਚਨ ਐਂਡ ਵੈਰੀ ਬੋਲਡ ਕੁਐਸਚਨ, ਐਂਡ ਆਈ ਵਾਂਟ ਟੂ ਰਿਸਪੌਂਡ ਇਕੁਅਲੀ ਬੋਲਡਲੀ ਇਹਨੂੰ ਨਾ ਜੀ। ਟਰੂਥ ਨੂੰ, ਸੱਚ ਜਿਹੜਾ ਹੈ ਉਹ ਅਸਲ ਹਕੀਕਤ ਹੁੰਦੀ ਹੈ। दिस इज अ वेरी नाइस थिंग जी। साडा ते रोला ही है, इंडिया पाकिस्तान अगर आपस दे विच ट्रेड शुरू कर दईए तो असी इतनी वड्डी मार्केट कि असी दुनिया नूं फसा के रख सकते हैं। वो वड्डा भाई भी असी मनने आ पाकिस्तान। मैं तुहानूं पाकिस्तानी सेंटीमेंट्स दस रहा हां जी, जिहड़े कि मेरे अपने पर्सनल सेंटीमेंट्स भी रिप्रेजेंट करेंगे। आई विल नॉट हाइड एनीथिंग, आई वांट टू टॉक टू यू वेरी फ्रैंकली, वेरी कैंडिडली। बिल्कुल भारत वड्डा मुल्क है यार, यहाँ पे हम रह रहे हैं, कितना प्यार मोहब्बत है। बिल्कुल मेरे ऐसे से यार दोस्त हैं इत्थे कि तुहानूं मैं दस नहीं सकता मैं कि उन्हां ते ज्यादा एतबार करांगा किसी होर दे पर। ऐसी यारी दोस्ती है इंडियंस दे नाल, और इंडियन सानूं इस तरह समझते हैं ਅਸੀਂ ਬਾਹਰ ਰਹਿ ਰਹੇ ਹਾਂ। ਵਾਈ ਵੀ ਆਰ ਫੰਕਸ਼ਨਿੰਗ ਲਾਈਕ ਦਿਸ ਓਵਰ ਹੀਅਰ। ਸਾਡਾ ਕੋਈ ਕੌਨਫਲਿਕਟ ਨਹੀਂ ਹੈ, ਸਾਡਾ ਕੋਈ ਕੌਨਫਲਿਕਟ ਆਫ ਇੰਟਰਸਟ ਐਸਾ ਨਹੀਂ ਹੈ ਜਿੱਥੇ ਅਸੀਂ ਹੋਈਏ। ਪਾਕਿਸਤਾਨ ਤੇ ਇੰਡੀਆ ਦੀ ਦੋਸਤੀ ਕਦੇ ਵੀ ਨਹੀਂ ਹੋ ਸਕਦੀ, ਕਦੇ ਵੀ ਨਹੀਂ ਹੋ ਸਕਦੀ ਜਦ ਤੱਕ ਕਸ਼ਮੀਰ ਦਾ ਇਸ਼ੂ ਸੈਟਲ ਨਾ ਹੋਵੇ ਜੀ। ਕਸ਼ਮੀਰ ਸਾਡਾ ਇੱਕ ਐਸਾ ਵੱਡਾ ਨਾਸੂਰ ਹੈ, ਇਹ ਜ਼ਖਮ ਹੈ ਜਿਹੜਾ 70-75 ਸਾਲਾਂ ਤੋਂ ਬੈਠਿਆ ਜਾਵੇ जी। अगर तुम देखो ना ये जबरदस्ती छोड़ा गया सी, जरा ब्रिटिश पॉलिसी सी ना, बिल्कुल डिवाइड एंड रूल दी जी। लेकिन असी बहुत जज्बाती लोग हाँ। इवन कि मैं भी इस क्वेश्चन नूं अवॉइड किया, मैं जान के कश्मीर का मसला नहीं सी लिया रहा, क्योंकि पिछे जिन्नियां भी अंतरराष्ट्रीय मीटिंग्स हुई, इवन UN दे विच इस माड़े इकनॉमिक हालातां दे विच भी पाकिस्तान कश्मीर वाली गल करनी नहीं भुलिया। कश्मीर इज द इशू ना। अगर कश्मीर वो किसी तरह सॉर्ट आउट करो यार। आई डोंट से कि पाकिस्तान नूं दिओ ते इंडिया नूं दिओ, कोई आपस दे विच कोई मिल जुल के कोई ये साडे वास्ते दोनों वास्ते। अगर ये खत्म हो जाए कश्मीर दा इशू तो साडे वास्ते की प्रॉब्लम है यार जी। किस तरह वो सरदार जिसले आंदे ने लाहौर दे विच, जिसले करतारपुर तो हुण जिहड़ा होर होया है और गुरु जी दे उस दे उत्ते आंदे ने, लोग पैसे नहीं लैंदे, कहंदे खाना खाओ सरदार जी, बैठो जी। उत्थे हसन अब्दाल पंजा साहब, लोगों का बड़ा प्यार मोहब्बत है यार। वही प्यार मोहब्बत हमारा आपका है। हुण तुसीं और मैं बैठे हाँ, बिल्कुल। तो ऑनेस्टली दसो कि असीं कोई दिल दे विच कोई साडे कोई ऐसी है कदे भी मैनू इस तरह मनिंदर जी जिहड़े तुहाडे है ने यार, इस बंदे ने पाकिस्तान में ज़िला आया था, $1 मिलियन इधर से इकट्ठा किया था और सारा सरदारों ने दिया था। लेट मी टेल यू ऑनेस्टली, ये भी हकीकत है। पाकिस्तानी या मुसलमान 5% सन। मैं तो आप बैठा था इसलिए मैं अखबार चला रहा था। सो आई हैव सीन 95% सरदार थे, सिख थे, बच्चे थे, आगे जो पैसा दे रहे थे किस वास्ते? पाकिस्तान के ज़लज़ले वास्ते जी। ये सारे फैक्टर्स अपनी जगह मौजूद ने, पर उसके बावजूद साडे वास्ते वो बहुत वड्डा जख्म है जी जिहड़ा कश्मीर दा। और सानू
ਇਹ ਇਸ ਨੂੰ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਕਿ ਨਹੀਂ ਖੈਰ ਤਜਾਰਤ ਕਰ ਲੋ यार भाइयां ये वो खत्म नहीं होगा यार जी। ओवर द टाइम बिंग होगा, कई दफा हुए अच्छे हालात हुए, वो बस लेके आ गए सन जी अपना वाजपेयी साहब बिल्कुल पिछे कारगिल कर दिता। ठीक है, पाकिस्तान ਦੇ ਵਿੱਚ ਵੀ ਜ਼ਖਮ ਮੌਜੂਦ ਹੈ ਨਾ, ਇਹ ਸਾਡਾ ਈਸਟ ਪਾਕਿਸਤਾਨ ਇਹਨਾਂ ਨੇ ਤੁੜਵਾਇਆ ਹੈ ਇੰਡੀਆ ਨੂੰ। ਬਿਲਕੁਲ ਇਹ ਸਾਰੀ ਚੀਜ਼ਾਂ ਹੋ ਸਕਦੀਆਂ ਨੇ, ਸੌਟ ਆਊਟ ਕਰ ਸਕਦੇ ਨੇ, ਦਿਲ ਵੱਡੇ ਕਰਨੇ ਪੈਣਗੇ। ਬਿਲਕੁਲ, ਉਹ ਵੱਡੇ ਭਾਈ ਨੂੰ ਥੋੜਾ ਵੱਡਾ ਕਰਨਾ ਪਏਗਾ ਦਿਲ ਜੀ, ਸਾਨੂੰ ਮਿਲ ਜੁਲ ਕੇ ਕਰਨਾ। ਔਰ ਸਾਡਾ ਇਹ ਬਹੁਤ ਜ਼ਰੂਰੀ ਚੀਜ਼ ਹੈ। ਮੈਂ ਤਾਂ ਕਹਿਣਾ ਵਾਂ ਕਿ ਇਸ ਚੀਜ਼ ਦੇ ਉੱਤੇ ਸਾਡੇ ਤੇ ਬਹੁਤ ਡਿਸਕਸ਼ਨ ਹੋਣੀ ਚਾਹੀਦੀ, ਕਿਉਂਕਿ ਸਾਡੇ ਇਨਫਲੂਐਂਸਿਸ ਨੇ। ਤੁਹਾਡੇ ਪਿੱਛੇ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਇਨਫਲੂਐਂਸ ਕਰਦੇ ਹੋ, ਮੇਰੇ ਪਿੱਛੇ ਲੋਕ ਨੇ ਜਿਨ੍ਹਾਂ ਨੂੰ ਮੈਂ ਇਨਫਲੂਐਂਸ ਕਰਦਾ। ਐਂਡ ਆਈ ਵਿਲ ਆਲਵੇਜ਼ ਗੋ ਐਂਡ ਆਈ ਆਲਵੇਜ਼ ਟੈਲ them यार बकवास मत करो, हमारी यारी दोस्ती है, साढ़े नाल सरदार यार है, बिल्कुल प्यार मोहब्बत है हमारा इतना। तो वो जो नफरत के बीज हैं वो ओपे ही देने विच जी उन्होंने खत्म करना पैगा। लेकिन दिस इज द हाई टाइम, आई थिंक वी नीड टू डू समथिंग अबाउट इट जी। हमें बहुत सीरियसली इस पे एफर्ट करनी चाहिए। हुसैन साहब, साफ दिल दे इस मैसेज मैं कहांगे एक तरह की दुआ है ਜਿਹੜੀ ਤੁਸੀਂ आखिर ਦੇ ਵਿੱਚ ਅਸੀਂ ਸਾਰੇ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ ਰੇਡੀਓ ਇੰਡੀਆ ਸਟੂਡੀਓ ਦੇ ਵਿੱਚ ਪਹੁੰਚਣ ਦੇ ਲਈ, ਸ਼ੁਕਰੀਆ। थैंक यू वेरी मच जी, आई एम ऑनर्ड and I'm highly obliged. Maulvi Sahab, I always admired you. ਤੁਸੀਂ ਮਾਸ਼ਾਅੱਲਾ you are a very great person और ਤੁਹਾਡੇ ਸਵਾਲਾਤ ਬੜੇ thought provoking ਸਵਾਲਾਤ ਸੇ। So I want to thank you and everyone else, ਤੁਹਾਡੇ ਜਿੰਨੇ ਵੀ listeners ਨੇ, ਸਾਰੇ ਸਰੋਤਿਆਂ ਨੂੰ ਮੇਰਾ ਬਹੁਤ ਬਹੁਤ ਥੈਂਕ ਯੂ ਜੀ, ਤੇ ਬਹੁਤ ਪਿਆਰ ਤੇ ਮੁਹੱਬਤ ਦਾ ਆਲਾ ਸਲਾਮ। ਥੈਂਕਸ ਸਾਹਿਬ ਤੇ ਸਤਿ ਸ੍ਰੀ ਅਕਾਲ। ਸਾਰੇ ਸਰੋਤਿਆਂ ਦਾ ਵੀ ਧੰਨਵਾਦ ਰੇਡੀਓ ਇੰਡੀਆ ਦੇ ਇਸ ਪ੍ਰੋਗਰਾਮ ਵਿਚਾਰ ਚਰਚਾ ਦੇ ਨਾਲ ਜੁੜਨ ਦੇ ਲਈ। ਦੋਸਤੋ, ਬਹੁਤ ਬਹੁਤ ਸੋਹਣੀ ਸ਼ਾਮ ਤੁਹਾਨੂੰ ਮੁਬਾਰਕ ਹੋਵੇ। ਇੱਥੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਤੋਂ ਇਜਾਜ਼ਤ ਚਾਹੁੰਦਾ।